हाँ जी करिए मैम। जी डन। ठीक है जी। गुड मॉर्निंग एवरीवन। सो ਅੱਜ ਦਾ ਸੈਸ਼ਨ ਜਿਹੜਾ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਸਕਿਨ ਐਨਾਲਿਸਿਸ ਦੇ ਉੱਤੇ। ਸੋ ਪਾਰਟ 1 ਹੈ ਜੀ ਸਕਿਨ ਐਨਾਲਿਸਿਸ ਦੇ ਉੱਤੇ। ਸੋ ਸਟਾਰਟ ਕਰਨ ਤੋਂ ਪਹਿਲੇ ਹਮੇਸ਼ਾ ਦੀ ਤਰ੍ਹਾਂ ਮੈਂ ਥੈਂਕ ਯੂ ਕਰਨਾ ਚਾਹਾਂਗੀ ਮਿਸਟਰ ਵਿਜੇਂਦਰ ਧਵਨ ਜੀ ਦਾ, ਡਿਪਟੀ ਡਾਇਰੈਕਟਰ ਆਫ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵਿੰਗ ਦੇ। ਉਸ ਤੋਂ ਬਾਅਦ ਮੈਂ ਮੈਮ ਕੀਨੂ ਨਈਅਰ ਜੀ ਦਾ ਥੈਂਕਸ ਕਰਨਾ ਚਾਹਾਂਗੀ ਔਰ ਵਿਭਾ ਚੌਹਾਨ ਮੈਮ ਦਾ ਵੀ ਥੈਂਕਸ ਕਰਨਾ ਚਾਹਾਂਗੀ। ਸੋ ਅੱਜ ਦਾ ਸੈਸ਼ਨ ਜਿਹੜਾ ਹੈ ਸਟਾਰਟ ਕਰਨ ਤੋਂ ਪਹਿਲੇ ਇੱਕ ਮਿੰਟ ਜੀ। ਚੱਲ ਨਹੀਂ ਰਿਹਾ ਫੇਰ। ਸੋ ਸਭ ਤੋਂ ਪਹਿਲੇ ਸਾਨੂੰ ਜਾਣਨਾ ਪਏਗਾ ਕਿ ਵਾਈ ਟੂ ਸਟੱਡੀ ਅਬਾਊਟ ਸਕਿਨ, ਕਿ ਸਾਨੂੰ ਸਕਿਨ ਦੇ ਉੱਤੇ ਨੌਲੇਜ ਲੈਣੀ ਕਿਉਂ ਜ਼ਰੂਰੀ ਹੈ, ਕਿਉਂ ਪਤਾ ਹੋਣਾ ਚਾਹੀਦਾ ਸਾਨੂੰ ਸਕਿਨ ਦੇ ਉੱਤੇ। ਸੋ ਸਭ ਤੋਂ ਪਹਿਲੇ ਇੰਪੋਰਟੈਂਟ ਪੁਆਇੰਟ ਹੈ ਜੀ, ਐਸ ਸਕਿਨ ਇਜ਼ ਦ ਮੋਸਟ ਐਕਸਪੋਜ਼ਡ organ to the environment. So every day the patients having skin problems caused due to pollution, hard water, UV rays, etc. is rising. So ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਕੋਈ ਵੀ ਅਸੀਂ ਅੱਛਾ ਬਿਊਟੀਸ਼ੀਅਨ ਬਣਨਾ ਚਾਹੁੰਦੇ ਹਾਂ, ਸਕਿਨ ਸਪੈਸ਼ਲਿਸਟ ਬਣਨਾ ਚਾਹੁੰਦੇ ਹਾਂ। ਸੋ ਈਵਨ ਕਈ ਜਿਹੜੇ ਹੈ ਸਿਰਫ ਫੇਸ਼ੀਅਲ ਐਕਸਪਰਟ ਵੀ ਹੁੰਦੇ ਹੈ। ਸੋ ਇਹਨਾਂ ਸਭ ਨੂੰ ਜਿਹੜਾ ਹੈ ਸਭ ਤੋਂ ਪਹਿਲੇ ਸਕਿਨ ਦੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਡੇ ਟੂ ਡੇ ਬੇਸਿਸ ਦੇ ਉੱਤੇ ਜਿਹੜਾ ਹੈ ਤੁਸੀਂ ਦੇਖਦੇ ਹੋ ਕਿ ਸਕਿਨ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ, ਕਿਉਂਕਿ ਪੁਰਾਣੇ ਟਾਈਮ ਦੇ ਕੰਪੈਰੀਟਿਵਲੀ ਅੱਜ ਦੇ ਟਾਈਮ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਹੈ, ਵਾਟਰ ਹਾਰਡ ਆਉਂਦਾ ਹੈ ਜੀ, UV ਰੇਜ਼ ਜਿਹੜੀਆਂ ਉਹ ਬਹੁਤ ਸ਼ਾਰਪ ਨੇ, ਬਹੁਤ ਫਾਸਟ ਨੇ, ਔਰ ਇਹਨਾਂ ਸਭ ਚੀਜ਼ਾਂ ਕਰਕੇ ਜਿਹੜਾ ਹੈ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਹੈ ਸਾਡੇ ਸਕਿਨ ਦੇ ਉੱਤੇ ਹੁੰਦਾ ਹੈ, ਕਿਉਂਕਿ ਮੇਜਰਲੀ ਸਾਡਾ ਬੋਡੀ ਦਾ ਪਾਰਟ ਜਿਹੜਾ ਹੈ ਸਕਿਨ ਨਾਲ ਕਵਰਡ ਹੁੰਦਾ ਹੈ। ਸੋ ਕਿਸੇ ਵੀ ਫੀਲਡ ਦੇ ਵਿੱਚ ਜਾਣ ਤੋਂ ਪਹਿਲੇ ਅਗਰ ਤੁਸੀਂ ਸਕਿਨ ਦੇ ਬਾਰੇ ਪ੍ਰੋਪਰ ਨੌਲੇਜ ਰੱਖਦੇ ਹੋ, ਉਹਦੇ ਪ੍ਰੋਬਲਮਸ ਨੂੰ ਬਾਰੇ ਨੌਲੇਜ ਰੱਖਦੇ ਹੋ, ਉਹਨਾਂ ਨੂੰ ਸੋਲਵ ਕਿਸ ਤਰ੍ਹਾਂ ਕਰਨਾ ਹੈ ਉਹਨਾਂ ਬਾਰੇ ਨੌਲੇਜ ਰੱਖਦੇ ਹੋ, ਤੁਹਾਨੂੰ ਕੰਮ ਕਰਨਾ ਆਸਾਨ ਹੋ ਜਾਂਦਾ ਹੈ। ਦੂਸਰੀ ਹੈ ਜੀ ਜ਼ਰੂਰਤ ਸਾਨੂੰ ਸਕਿਨ ਬਾਰੇ ਪੜ੍ਹਨ ਦੀ ਇਸ ਕਰਕੇ ਪੈਂਦੀ ਹੈ ਕਿ ਕਿਉਂਕਿ ਬਿਊਟੀ ਥੈਰੇਪਿਸਟ ਨੀਡ ਟੂ ਅੰਡਰਸਟੈਂਡ ਦ ਸਕਿਨ ਐਂਡ ਇਟਸ ਫੰਕਸ਼ਨਸ ਟੂ ਆਇਡੈਂਟੀਫਾਈ ਐਂਡ ਮੈਨੇਜ ਸਕਿਨ ਪ੍ਰੋਬਲਮਸ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੀ ਨੌਲੇਜ ਹੋਏਗੀ ਸਾਨੂੰ ਸਕਿਨ ਬਾਰੇ, ਅਸੀਂ ਉਨਾ ਹੀ ਅੱਛਾ ਗਾਈਡ ਕਰ ਸਕਦੇ ਹਾਂ ਆਪਣੇ ਕਲਾਇੰਟਸ ਨੂੰ, ਔਰ ਈਵਨ ਅਗਰ ਕੱਲ ਨੂੰ ਅਸੀਂ ਐਜੂਕੇਟ ਵੀ ਕਰਨ ਜਾ ਰਹੇ ਹਾਂ ਤੇ ਉਨਾ ਹੀ ਅੱਛਾ ਆਪਣੇ ਸਟੂਡੈਂਟਸ ਨੂੰ ਅਸੀਂ ਜਿਹੜਾ ਹੈ ਉਹਦੇ ਬਾਰੇ ਗਾਈਡ ਕਰ ਸਕਦੇ ਹਾਂ ਕਿ ਇਹ ਪ੍ਰੋਬਲਮਸ ਕਿਉਂ ਹੁੰਦੀਆਂ ਹਨ ਔਰ ਇਹਨਾਂ ਦਾ ਸੋਲਿਊਸ਼ਨ ਕੀ ਹੈ। Next is sound knowledge of skin structure and key functions leads the beauty therapist to be confident in her field and to face the clients confidently. So definitely अगर तुसी salon industry च enter कर रहे हो, fashion industry च enter कर रहे हो तुसी, ते skin दी जिन्नी तुहानू knowledge होएगी, क्योंकि आने वाले टाइम च एक अच्छा beauty therapist, skin specialist, facial expert वही हुंदा है कि जिन्नू skin बारे in depth knowledge होवे, ਉਹਦੀਆਂ ਲੇਅਰਸ ਦੇ ਉੱਤੇ ਕੰਮ ਅੱਛੀ ਤਰ੍ਹਾਂ ਉਹ ਕਰ ਸਕੇ। ਸੋ ਜਿਹੜਾ ਅੱਛਾ ਬਿਊਟੀ ਥੈਰੇਪਿਸਟ ਹੈ ਜਿੰਨਾ ਕਨਫੀਡੈਂਟ ਹੋਏਗਾ ਆਪਣੀ ਫੀਲਡ ਦੇ ਵਿੱਚ, ਉਨਾ ਹੀ ਅੱਛੀ ਤਰ੍ਹਾਂ ਉਹ ਆਪਣੇ ਕਲਾਇੰਟਸ ਨੂੰ ਵੀ ਫੇਸ ਕਰ ਸਕੇਗਾ, ਉਹਦੇ ਕੁਐਰੀਜ਼ ਦਾ ਉਨਾ ਹੀ ਕਨਫੀਡੈਂਟਲੀ ਆਨਸਰ ਕਰ ਪਾਏਗਾ, ਔਰ ਈਵਨ ਅਗਰ ਉਹ ਕੱਲ ਨੂੰ ਟੀਚਿੰਗ ਲਾਈਨ ਦੇ ਵਿੱਚ ਵੀ ਜਾਂਦਾ ਹੈ ਤੇ ਉਨਾ ਹੀ ਕਨਫੀਡੈਂਟਲੀ ਔਰ ਪ੍ਰੋਂਪਟਲੀ ਜਿਹੜਾ ਹੈ ਆਪਣੇ ਸਟੂਡੈਂਟਸ ਦੀਆਂ ਕੁਐਰੀਜ਼ ਨੂੰ ਵੀ ਸੋਲਵ ਕਰ ਪਾਏਗਾ। ਸੋ ਇਹ ਸੀ ਕਿ ਸਾਨੂੰ ਸਕਿਨ ਦੇ ਉੱਤੇ ਨੌਲੇਜ ਕਿਉਂ ਜ਼ਰੂਰੀ ਹੈ। ਸੋ ਸਕਿਨ ਹੈ ਕਿ ਐਕਚੁਅਲੀ ਚ ਉਹਦੇ ਬਾਰੇ ਥੋੜਾ ਨੌਲੇਜ ਲੈਂਦੇ ਆ ਕਿ ਫੈਕਟਸ ਕੀ ਨੇ ਸਕਿਨ ਦੇ ਬਾਰੇ। ਸੋ ਵਾਟ ਇਜ਼ ਸਕਿਨ? So skin is a giant washable, stretchable, tough, waterproof sensory organ covering your whole body and having the unique sense of touch. So skin ਜਿਹੜਾ ਹੈ ਮੇਜਰਲੀ ਤੁਹਾਡਾ ਬੋਡੀ ਦਾ ਸਾਰਾ ਏਰੀਆ ਜਿਹੜਾ ਹੈ ਸਕਿਨ ਨੇ ਕਵਰ ਕੀਤਾ ਹੁੰਦਾ ਹੈ, ਕਾਫੀ ਹਿਊਜ ਹੈ ਸਕਿਨ ਅਗਰ ਦੇਖਿਆ ਜਾਏ ਤੇ। ਆਲ ਓਵਰ ਮੇਜਰਲੀ ਸਾਨੂੰ ਸਕਿਨ ਨਜ਼ਰ ਆਉਂਦੀ ਹੈ, ਵਾਸ਼ੇਬਲ ਹੈ, ਸਟ੍ਰੈਚੇਬਲ ਹੈ, ਟਫ ਵੀ ਹੁੰਦੀ ਹੈ ਔਰ ਵਾਟਰਪ੍ਰੂਫ ਵੀ ਹੁੰਦੀ ਹੈ, ਔਰ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਇਹਦੇ ਕੋਲ ਸੈਂਸ ਆਫ ਟੱਚ ਹੁੰਦਾ ਹੈ, ਜਿਹੜਾ ਕਿ ਸਾਡੇ ਹੋਰ ਆਰਗਨਸ ਦੇ ਕੋਲ ਨਹੀਂ ਹੁੰਦਾ। ਸੋ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਸੈਂਸ ਆਫ ਟੱਚ, ਜਿਸ ਤਰ੍ਹਾਂ ਕੋਈ ਹੀਟ ਹੈ, ਕੋਈ ਕੋਲਡ ਹੈ, ਸੋ ਸਭ ਤੋਂ ਪਹਿਲੇ ਜਿਹੜਾ ਹੈ ਸਾਡੀ ਸਕਿਨ ਜਿਹੜਾ ਹੁੰਦਾ ਹੈ ਉਹਨੂੰ ਮਹਿਸੂਸ ਕਰਦੀ ਹੈ, ਸਾਡੇ ਬ੍ਰੇਨ ਤੱਕ ਕਮਾਂਡ ਪਹੁੰਚਦੀ ਹੈ ਔਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹ ਚੀਜ਼ ਗਰਮ ਲੱਗਣ ਵਾਲੀ ਹੈ, ਸਾਨੂੰ ਇਹ ਠੰਡੀ ਹੈ।
ਸੋ ਇਸ ਤਰ੍ਹਾਂ ਇੱਕ ਸਕਿਨ ਹੀ ਹੈ ਜਿਹਦੇ ਕੋਲ ਸੈਂਸ ਆਫ ਟੱਚ ਜਿਹਨੂੰ ਕੀ ਕਹਿੰਦੇ ਆ ਸਭ ਤੋਂ ਯੂਨੀਕ ਜਿਹੜਾ ਫੰਕਸ਼ਨ ਹੈ ਸਭ ਤੋਂ ਯੂਨੀਕ ਫੈਕਟ ਜਿਹੜਾ ਹੈ ਉਹ ਸਕਿਨ ਕੋਲ ਹੀ ਹੁੰਦਾ ਹੈ A body skin has basically the same structure all over, but with some local variations, for example, thickness, blood and nerve supply, color, etc. All over comparatively अगर देखा जाए तो साडा skin दा texture, color all over same ਹੁੰਦਾ है अगर बाहरों देखा जाए, but definitely ਜਿਹੜਾ ਹੈ कि अगर ਜਦੋਂ थोड़ी depth ਦੇ ਵਿੱਚ ਜਾਵਾਂਗੇ ਤੇ ਸਾਨੂੰ reasons ਪਤਾ ਲੱਗਣਗੇ कि कई जगह ਦੇ ਉੱਤੇ ਸਾਡਾ skin ਜਿਹੜਾ ਹੈ ਉਹ thick ਹੁੰਦਾ ਹੈ, कई जगह ਤੇ thin ਹੁੰਦਾ ਹੈ ਬਲੱਡ ਔਰ ਨਰਵ ਸਪਲਾਈ ਜਿਹੜਾ ਹੈ ਉਹ ਸਾਡਾ ਬੋਡੀ ਨੂੰ ਜਿਹੜਾ ਇਫੈਕਟ ਕਰਦੀਆਂ ਹਨ ਸਕਿਨ ਦਾ ਕਲਰ ਵੀ ਸਮਟਾਈਮਸ ਚੇਂਜ ਹੋ ਜਾਂਦਾ ਹੈ So the skin comprises 15% of the total adult body weight. Its thickness ranges from less than 0.1 mm at its thinnest parts, eyelids, to 1.5 mm at its thickest part, palms of the hands and soles of the feet. ਸੋ ਸਕਿਨ ਦਾ ਇੱਕ ਫੈਕਟ ਹੈ ਜੀ ਕਿ ਸਾਡਾ ਇੱਕ ਟੋਟਲ ਜਿਹੜਾ ਗਰੋਨ ਅਪ ਪਰਸਨ ਹੈ ਸੋ ਗਰੋਨ ਅਪ ਪਰਸਨ ਦਾ ਟੋਟਲ ਜਿਹੜਾ ਬੋਡੀ weight ਹੁੰਦਾ ਹੈ ਉਹਦਾ 15% ਜਿਹੜਾ ਹੁੰਦਾ ਹੈ ਉਹ ਸਾਡੀ ਸਕਿਨ ਜਿਹੜੀ ਹੈ ਉਹਦਾ ਭਾਰ ਹੁੰਦਾ ਹੈ ਸੋ ਕਈ ਜਗ੍ਹਾ ਤੇ ਅਸੀਂ ਦੇਖਨੇ ਆ ਨੋਟਿਸ ਕਰਨੇ ਆ ਕਿ ਥਿਕ ਹੁੰਦੀ ਹੈ ਸਕਿਨ ਕਈ ਜਗ੍ਹਾ ਤੇ ਥਿਨ ਵੀ ਹੁੰਦੀ ਹੈ ਸੋ ਇਹਦੀ ਰੇਂਜ ਜਿਹੜੀ ਹੈ ਲੈਸ ਦੈਨ 0.5 mm ਤੋਂ 1.5 mm ਹੁੰਦੀ ਹੈ ਸੋ ਸਭ ਤੋਂ ਥਿਨ ਜਿਹੜੀ ਲੇਅਰ ਹੁੰਦੀ ਹੈ ਸਕਿਨ ਦੀ ਉਹ ਸਾਡੀ ਆਈਲਿਡਸ ਯਾਨੀ ਕਿ ਪਲਕਾਂ ਜਿਹੜੀਆਂ ਜਿਹਨੂੰ ਅਸੀਂ ਕਹਿੰਦੇ ਆ ਆਈਜ਼ ਦੇ ਉੱਪਰ ਹੁੰਦੀ ਹੈ ਔਰ ਜਿਹੜਾ ਸਾਡਾ ਪਾਮਸ ਹਥੇਲੀਆਂ ਹੁੰਦੀਆਂ ਹੱਥ ਦੀਆਂ ਜਾਂ ਪੈਰਾਂ ਦੇ ਜਿਹੜੇ ਸੋਲ ਹੁੰਦੇ ਹਨ ਉਹਨਾਂ ਦੇ ਵਿੱਚ ਜਿਹੜੀ ਹੈ ਸਭ ਤੋਂ ਥਿਕ ਜਿਹਨੂੰ ਕਹਿੰਦੇ ਆ ਹਾਰਡ ਵੀ ਅਸੀਂ ਕਹਿ ਸਕਦੇ ਆ ਟਫ ਵੀ ਅਸੀਂ ਕਹਿ ਸਕਦੇ ਆ ਉਹ ਸਕਿਨ ਪਾਈ ਜਾਂਦੀ ਹੈ So next fact है जी skin is a vital organ that covers the entire outside of the body forming a protective barrier against pathogens जिन्हां नूं कि bacteria and virus भी किया जाता है and injuries from the environment. So skin साडी जड़ी है वो सब तो vital organ है सब तो ज़्यादा देखने वाला जड़ा organ है सब तो important organ है और सारियां चीज़ां जड़ियां even environment दे side effects हुंदे हैं जड़े ਉਹ ਸਭ ਤੋਂ ਪਹਿਲੇ ਜਿਹੜੀ ਹੈ ਸਕਿਨ ਸਾਡੀ ਝੇਲਦੀ ਹੈ ਉਸ ਤੋਂ ਬਾਅਦ ਜਿਹੜਾ ਫਰਦਰ ਬਹੁਤ ਡੈਪਥ ਦੇ ਵਿੱਚ ਅਗਰ ਦੇਖਿਆ ਜਾਏ ਤੇ ਫਿਰ ਸਾਡਾ ਇੰਟਰਨਲ ਜਿਹੜਾ ਹੈ ਉਹਨਾਂ ਚੀਜ਼ਾਂ ਤੋਂ ਇਫੈਕਟ ਹੁੰਦਾ ਹੈ ਸੋ ਸਭ ਤੋਂ ਪਹਿਲੇ ਜਿਹੜਾ ਹੈ ਸਕਿਨ ਜਿਹੜਾ ਹੈ ਕੋਈ ਇੰਜਰੀ ਹੁੰਦੀ ਹੈ ਸਕਿਨ ਨੂੰ ਜਿਹੜਾ ਹੈ ਮਹਿਸੂਸ ਹੁੰਦਾ ਹੈ ਕੋਈ ਬੈਕਟੀਰੀਆ ਵਾਇਰਸ ਹੁੰਦਾ ਹੈ ਸਭ ਤੋਂ ਪਹਿਲੇ ਸਾਡੀ ਸਕਿਨ ਨੂੰ ਹੁੰਦਾ ਹੈ ਉਹ ਹੋ ਸਕਦਾ ਹੈ ਕਿ ਅੱਗੇ ਅੱਗੇ ਵੱਧਦਾ ਸਾਡਾ ਇੰਟਰਨਲ ਜਿਹੜਾ ਉਹਨੂੰ ਵੀ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਜਿਸ ਤਰ੍ਹਾਂ ਸਮਟਾਈਮਸ ਕੋਈ ਸਕਿਨ ਦੇ ਉੱਤੇ ਐਲਰਜੀਜ਼ ਹੁੰਦੀਆਂ ਹਨ ਸੋ ਕੋਈ ਐਕਨੇ ਹੋ ਜਾਂਦੇ ਹਨ ਸੋ ਸਟਾਰਟਿੰਗ ਦੇ ਵਿੱਚ ਜਿਹੜਾ ਸਾਨੂੰ ਉੱਪਰ ਨਜ਼ਰ ਆਉਂਦੇ ਹਨ ਬਟ ਧੀਰੇ ਧੀਰੇ ਹੋ ਸਕਦਾ ਹੈ ਕਿ ਉਹ ਇੰਟਰਨਲੀ ਜਿਹੜਾ ਇਫੈਕਟ ਕਰਨਾ ਸ਼ੁਰੂ ਕਰ ਦੇਣ ਸਾਡੀ ਸਕਿਨ ਨੂੰ Skin is the body's largest organ covering the entire outside of the body. It is about 0.1 mm to 2 mm thick and weighs approximately 3 to 4 kgs. So 3 to 4 kilo approximately skin ਦਾ weight ਹੁੰਦਾ ਹੈ but definitely vary ਕਰਦਾ ਹੈ 3 ਤੋਂ 4 ਕਿਲੋ ਵੀ sometimes ਇਹ ਜ਼ਿਆਦਾ ਵੀ ਹੋ ਸਕਦਾ ਹੈ ਔਰ sometimes ਇਹ weight ਜਿਹੜਾ ਹੈ ਘੱਟ ਵੀ ਹੋ ਸਕਦਾ ਹੈ depend ਕਰਦਾ ਹੈ ਕਿਸੇ person ਦੀ health ਦੇ ਉੱਤੇ physique ਦੇ ਉੱਤੇ ਕਿ ਉਹਨਾਂ ਦੀ physique ਕਿਸ ਤਰ੍ਹਾਂ ਦੀ ਹੈ ਬਟ ਜਿਹੜੀ ਉਹਦੀ ਥਿਕਨੈਸ ਔਰ ਥਿਨ ਜਿਹੜਾ ਹੁੰਦਾ ਹੈ ਉਹ 0.1 mm ਤੋਂ ਲੈ ਕੇ 2 mm ਹੁੰਦਾ ਹੈ ਰੈਸਟ ਜਿਹੜਾ ਹੈ ਅੰਦਰ ਮੇ ਵੀ ਹੋ ਸਕਦਾ ਹੈ ਬੋਡੀ ਦੇ ਵਿੱਚ ਫੈਟ ਐਕਸੈਸ ਹੋਵੇ ਜਿਹਦੇ ਕਰਕੇ ਜਿਹੜਾ ਹੈ ਸਾਨੂੰ ਓਵਰਵੇਟ ਜਿਹੜਾ ਹੈ ਸਮਟਾਈਮਸ ਨਜ਼ਰ ਆਉਂਦੇ ਹਨ It shields the body against heat, light, injury and infection. So skin ਦਾ ਇੱਕ ਫੈਕਟ ਇਹ ਵੀ ਹੈ ਕਿ ਹਾਂ skin ਜਿਹੜਾ ਹੈ heat, light, injury ਕੋਈ ਹੁੰਦੀ ਹੈ ਕੋਈ infection ਹੁੰਦੀ ਹੈ ਉਹਦੇ ਤੋਂ ਬੋਡੀ ਨੂੰ ਬਚਾਉਂਦੀ ਹੈ ਸਭ ਤੋਂ ਪਹਿਲੇ ਜਿਹੜਾ ਇਫੈਕਟ ਹੁੰਦਾ ਹੈ ਸਕਿਨ ਦੇ ਉੱਤੇ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਇੰਟਰਨਲ ਜਿਹੜੇ ਚੇਂਜਸ ਹੈ ਹੋਣੇ ਸ਼ੁਰੂ ਹੁੰਦੇ ਹਨ Skin also helps regulate body temperature, gathers sensory information from the environment, stores water, fat, and vitamin D, and plays a role in the immune system, protecting us from diseases. So skin ਦਾ ਇੱਕ ਜਿਹੜਾ ਫੈਕਟ ਹੈ ਇਹ ਵੀ ਹੈ ਕਿ ਇਹਦੀ ਪਹਿਚਾਣ ਇਹ ਵੀ ਹੈ ਕਿ ਇਹਦੇ ਵਿੱਚ ਜਿਹੜਾ ਹੈ ਸਭ ਚੀਜ਼ਾਂ ਜਿਹੜੀਆਂ ਸਟੋਰ ਹੁੰਦੀਆਂ ਹਨ ਵਾਟਰ ਇਹਦੇ ਚ ਹੁੰਦਾ ਹੈ ਜਿਹਦੇ ਕਰਕੇ ਉਹ ਮੋਇਸਚਰਾਈਜ਼ਡ ਰਹਿੰਦੀ ਹੈ ਵਿਟਾਮਿਨ ਡੀ ਇਹਦੇ ਚ ਹੁੰਦਾ ਹੈ ਸੋ ਜਿਹਨੂੰ ਕਹਿੰਦੇ ਸੈਂਸ ਆਫ ਟੱਚ ਵੀ ਇਹਦੇ ਚ ਹੁੰਦਾ ਹੈ ਸੈਂਸਰੀ ਇਨਫੋਰਮੇਸ਼ਨ ਜਿਹੜੀ ਹੈ এনवायरमेंट ਤੋਂ ਕਲੈਕਟ ਕਰਕੇ ਤੁਹਾਨੂੰ ਦਿੰਦੀ ਹੈ ਕਿ ਹਾਂ ਤੁਸੀਂ ਧੁੱਪ 'ਚ ਖੜੇ ਹੋ ਤੇ ਹੀਟ ਲੱਗ ਰਹੀ ਹੈ ਤੁਸੀਂ ਕੋਈ ਐਸੀ ਜਗ੍ਹਾ ਤੇ ਹੋ ਜਿੱਥੇ ਤੁਹਾਨੂੰ ਠੰਡ ਲੱਗ ਰਹੀ ਹੈ ਤੇ ਕੋਲਡ ਮਹਿਸੂਸ ਕਰਦੇ ਹੋ
और ਈਵਨ ਜਿਹੜਾ ਸਕਿਨ ਤੁਹਾਨੂੰ ਜਿਹੜਾ ਹੈ ਅਗਰ ਤੁਹਾਡੀ ਹੈਲਦੀ ਸਕਿਨ ਹੈ ਤੇ ਬਹੁਤ ਸਾਰੀਆਂ ਡਿਜ਼ੀਜ਼ਸ ਤੋਂ ਬਚਾਉਣ 'ਚ ਹੈਲਪ ਕਰਦੀ ਹੈ ਨਹੀਂ ਤੇ ਅਦਰਵਾਈਜ਼ ਕੀ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਹਾਂ ਐਲਰਜੀਜ਼ ਹੋ ਜਾਂਦੀਆਂ ਸਕਿਨ ਦੇ ਉੱਤੇ ਐਂਡ ਉਸ ਤੋਂ ਇਲਾਵਾ ਜਿਹੜਾ ਹੈ ਇਮਿਊਨ ਸਿਸਟਮ ਨੂੰ ਵੀ ਠੀਕ ਰੱਖਣ ਦੇ ਵਿੱਚ ਸਕਿਨ ਤੁਹਾਡੀ ਹੈਲਪ ਕਰਦੀ ਹੈ ਸੋ ਕਲਾਸਿਸ ਆਫ ਸਕਿਨ ਅਗਰ ਦੇਖੀਏ ਤੇ ਮੇਜਰਲੀ ਅਸੀਂ ਜਿਹੜੀਆਂ ਦੋ ਤਰ੍ਹਾਂ ਦੀਆਂ ਕਲਾਸਿਸ ਦੇਖਨੇ ਆ ਹੋਰ ਵੀ ਤਰ੍ਹਾਂ ਦੀਆਂ ਹੁੰਦੀਆਂ ਬਟ ਮੇਜਰਲੀ ਅਸੀਂ ਜਦੋਂ ਸਟੱਡੀ ਕਰਨੇ ਆ ਦੋ ਤਰ੍ਹਾਂ ਦੀਆਂ ਕਲਾਸਿਸ ਦੇ ਉੱਤੇ ਕਰਨੇ ਆ ਥਿਕ ਹੇਅਰਲੈਸ ਐਂਡ ਥਿਨ ਹੇਅਰੀ ਸਕਿਨ ਇੱਕ ਥਿਕ ਸਕਿਨ ਹੁੰਦੀ ਹੈ ਜਿਹੜਾ ਕਿ ਹੇਅਰਲੈਸ ਹੁੰਦੀ ਹੈ ਜਿਨ੍ਹਾਂ ਦੇ ਉੱਤੇ ਵਾਲ ਸਾਨੂੰ ਨਜ਼ਰ ਨਹੀਂ ਆਉਂਦੇ ਹਨ ਇੱਕ ਥਿਨ ਸਕਿਨ ਹੁੰਦੀ ਹੈ ਜਿਨ੍ਹਾਂ ਦੇ ਉੱਤੇ ਸਾਨੂੰ ਵਾਲ ਨਜ਼ਰ ਆਉਂਦੇ ਹਨ ਸੋ ਇਹ ਦੋਨੋਂ ਤਰ੍ਹਾਂ ਦੀਆਂ ਸਕਿਨ ਜਿਹੜੀਆਂ ਹੈ ਸਾਨੂੰ ਹੈਂਡਸ ਔਰ ਫੀਟ ਦੇ ਉੱਤੇ ਸਾਈਮਲਟੇਨੀਅਸਲੀ ਦੇਖਣ ਨੂੰ ਮਿਲਦੀਆਂ ਹਨ ਅਗਰ ਤੁਸੀਂ ਦੇਖੋ ਕਿ ਪੈਰ ਦਾ ਉੱਪਰ ਵਾਲਾ ਹਿੱਸਾ ਜਾਂ ਹੱਥ ਦਾ ਉੱਪਰ ਵਾਲਾ ਹਿੱਸਾ ਦੇਖੋ ਤੇ ਉੱਥੇ ਤੁਹਾਨੂੰ ਵਾਲ ਵੀ ਹੇਅਰ ਵੀ ਨਜ਼ਰ ਆਉਂਦੇ ਹਨ ਉਹੀ ਤੁਸੀਂ ਅੰਦਰ ਵਾਲਾ ਹਿੱਸਾ ਦੇਖਦੇ ਹੋ ਜਾਂ ਪੈਰ ਦੇ ਨੀਚੇ ਵਾਲਾ ਹਿੱਸਾ ਤੁਸੀਂ ਦੇਖਦੇ ਹੋ ਤੇ ਉੱਥੇ ਤੁਹਾਨੂੰ ਜਿਹੜਾ ਹੈ ਹੇਅਰ ਨਜ਼ਰ ਨਹੀਂ ਆਉਂਦੇ ਹਨ ਸੋ ਸਭ ਤੋਂ ਪਹਿਲੇ ਦੇਖਦੇ ਹਾਂ ਕਿ ਥਿਕ ਹੇਅਰਲੈਸ ਸਕਿਨ ਕਿਸ ਤਰ੍ਹਾਂ ਦੀ ਹੁੰਦੀ ਹੈ So hairless skin is found on the palms of the hands and the soles of the feet. As the name suggests, this type doesn't have any hair follicles and therefore has no oil-producing glands, which makes it prone to dryness. So ਤੁਸੀਂ ਦੇਖਦੇ ਹੋਵੋਗੇ ਕਿ ਅੰਦਰ ਵਾਲਾ ਹਿੱਸਾ ਜਿਹੜਾ ਅਗਰ ਤੁਸੀਂ ਦੇਖਦੇ ਹੋ ਜਿਹਨੂੰ ਹਥੇਲੀਆਂ ਤੁਸੀਂ ਕਹਿੰਦੇ ਹੋ ਜਾਂ ਪੈਰਾਂ ਦੇ ਤਲਵੇ ਜਿਨ੍ਹਾਂ ਨੂੰ ਕਹਿੰਦੇ ਹੋ ਉਹਨਾਂ ਦੇ ਉੱਤੇ ਜਿਹੜਾ ਹੈ ਹੇਅਰ ਨਹੀਂ ਹੁੰਦੇ ਹਨ ਔਰ ਉਹੀ ਕਾਰਨ ਹੁੰਦਾ ਹੈ ਕਿ ਉੱਥੇ ਜਿਹੜੇ ਹੈ ਗਲੈਂਡਸ ਨਹੀਂ ਹੁੰਦੇ ਆਇਲ ਪ੍ਰੋਡਿਊਸ ਨਹੀਂ ਹੁੰਦਾ ਜ਼ਿਆਦਾ ਜਿਸ ਕਰਕੇ ਜਿਹੜਾ ਹੈ ਕਿ ਸਾਡਾ ਉਹ ਡਰਾਈਨੈਸ ਨੂੰ ਜਿਹੜੇ ਜਲਦੀ ਡਰਾਈ ਹੋ ਜਾਂਦੇ ਤੁਸੀਂ ਹੈਂਡਸ ਵਾਸ਼ ਕਰਦੇ ਹੋ ਜਾਂ ਈਵਨ ਤੁਸੀਂ ਪੈਰ ਵੀ ਜਿਹੜੇ ਹੈ ਵਾਸ਼ ਕਰਦੇ ਹੋ ਜਾਂ ਨਹੀਂ ਵੀ ਵਾਸ਼ ਕਰਦੇ ਹੋ ਤੇ ਤੁਹਾਡੇ ਜਲਦੀ ਡਰਾਈ ਹੋ ਜਾਂਦੇ ਹਨ ਸਮ ਟਾਈਮਸ ਜਿਸ ਤਰ੍ਹਾਂ ਏੜੀਆਂ ਫਟ ਜਾਂਦੀਆਂ ਹਨ ਇਸੇ ਕਰਕੇ ਹੁੰਦਾ ਹੈ ਕਿ ਜਿਹੜਾ ਤੁਹਾਡਾ ਪੈਰ ਹੈ ਉਹ ਡਰਾਈ ਹੋ ਜਾਂਦੇ ਹਨ ਔਰ ਫਟਦੇ ਹਨ Next, as it has many sweat glands which assist in gripping objects and heighten sensitivity. Certain layers of the skin in this type are thicker and ridged to allow for wear and tear and to give a non-slip surface. So ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸਕਿਨ ਜਿਹੜੀ ਹੈ ਹੱਥਾਂ ਦੇ ਹਥੇਲੀਆਂ ਦੇ ਉੱਤੇ ਜਿਸ ਤਰ੍ਹਾਂ ਹੁੰਦੀ ਹੈ ਜਾਂ ਪੈਰਾਂ ਦੇ ਤਲਵਿਆਂ ਦੇ ਉੱਤੇ ਜਿਹੜੀ ਹੁੰਦੀ ਹੈ ਉਹ ਥੋੜੀ ਸਟ੍ਰੈਚੇਬਲ ਹੁੰਦੀ ਹੈ ਰਿਜਿਸ ਹੁੰਦੇ ਆ ਯਾਨੀ ਕਿ ਉਹਨਾਂ ਦੇ ਵਿੱਚ ਰਿੰਕਲਸ ਹੁੰਦੇ ਆ ਤਾਂ ਕਿ ਉਹ ਫੋਲਡ ਕਰਨ ਦੀ ਕੈਪੈਸਿਟੀ ਰੱਖਦੇ ਹਨ ਉਹ ਕਿਸੇ ਚੀਜ਼ ਨੂੰ ਗ੍ਰਿਪ ਕਰਨ ਦੀ ਕੈਪੈਸਿਟੀ ਰੱਖਦੇ ਹਨ ਸੋ ਔਰ ਮੇਜਰਲੀ ਜਿਹੜਾ ਹੈ ਨਾਨ ਸਲਿਪ ਸਰਫੇਸ ਬਣਾਉਣ ਦੇ ਵਿੱਚ ਤੁਹਾਡਾ ਹੈਲਪ ਕਰਦੇ ਹਨ ਤੁਸੀਂ ਉਹ ਜਿੰਨੀ ਅੱਛੀ ਤੁਹਾਡੀ ਗ੍ਰਿਪ ਹੁੰਦੀ ਹੈ ਉਨਾ ਹੀ ਨਾਨ ਸਲਿਪਰੀ ਸਰਫੇਸ ਹੁੰਦਾ ਹੈ ਜਿੰਨੀ ਉਹਦੀ ਸਕਿਨ ਜਿਹੜੀ ਹੈ ਤੁਹਾਡੇ ਹੱਥ ਦੀਆਂ ਹਥੇਲੀਆਂ ਦੀ ਪੈਰਾਂ ਦੇ ਤਲਵਿਆਂ ਦੀ ਜਿਹਨੂੰ ਕਹਿੰਦੇ ਆ ਜਿੰਨੀ ਫਲੈਕਸੀਬਲ ਹੋਏਗੀ ਉਨੀ ਗ੍ਰਿਪਿੰਗ ਪਾਰਟ ਤੁਹਾਡੀ ਅੱਛੀ ਹੋਏਗੀ It has an epidermis of about 1.5 mm in thickness and a dermis of about 3 mm. So ਆਉਣ ਵਾਲੇ ਲੈਕਚਰਸ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਜਾਵਾਂਗੇ ਕਿ ਸਕਿਨ ਦੀਆਂ ਕਿੰਨੀਆਂ ਲੇਅਰਸ ਹੁੰਦੀਆਂ ਹਨ ਔਰ ਹਰ ਲੇਅਰ ਦਾ ਕੀ ਰੋਲ ਹੁੰਦਾ ਹੈ ਸੋ ਹੁਣ ਵਾਸਤੇ ਜਿਹੜਾ ਮੈਂ ਤੁਹਾਨੂੰ ਦੱਸਣੀ ਹੈ ਕਿ ਬੇਸਿਕਲੀ ਅਸੀਂ ਐਪੀਡਰਮਿਸ ਔਰ ਡਰਮਿਸ ਦੋ ਤਰ੍ਹਾਂ ਦੀਆਂ ਲੇਅਰਸ ਹੁੰਦੀਆਂ ਹਨ ਜਿਨ੍ਹਾਂ ਦੇ ਉੱਤੇ ਜ਼ਿਆਦਾ ਕੰਮ ਕਰਦੇ ਹਾਂ ਸੋ ਐਪੀਡਰਮਿਸ ਜਿਹੜੀ ਹੁੰਦੀ ਹੈ ਉਹ ਉੱਪਰ ਵਾਲੀ ਲੇਅਰ ਹੁੰਦੀ ਹੈ ਔਰ ਡਰਮਿਸ ਜਿਹੜੀ ਹੁੰਦੀ ਹੈ ਐਪੀਡਰਮਿਸ ਤੋਂ ਨੀਚੇ ਡੈਪਥ 'ਚ ਜਾਣ ਵਾਲੀ ਲੇਅਰ ਹੁੰਦੀ ਹੈ ਸੋ ਬੇਸਿਕਲੀ ਜਿਹੜੇ ਹੈ ਥਿਕ ਹੇਅਰਲੈਸ ਸਕਿਨ ਹੁੰਦੀ ਹੈ ਇਹਨਾਂ ਦੀ ਐਪੀਡਰਮਿਸ ਯਾਨੀ ਕਿ ਉੱਪਰ ਵਾਲੀ ਲੇਅਰ 1.5 mm ਹੁੰਦੀ ਹੈ ਉਹਦੀ ਥਿਕਨੈਸ ਔਰ ਜਿਹੜੀ ਡਰਮਿਸ ਹੁੰਦੀ ਹੈ ਇੰਟਰਨਲ ਹੋਰ ਡੀਪ ਦੇ ਵਿੱਚ ਜਿਹੜੀ ਜਾਂਦੀ ਹੈ ਉਹਦੀ ਥਿਕਨੈਸ ਜਿਹੜੀ ਹੁੰਦੀ ਹੈ ਅਬਾਊਟ 3 mm ਹੁੰਦੀ ਹੈ ਜੀ Second class ਆਂਦੀ ਹੈ ਜੀ thin hairy skin ਦੀ So hairy skin covers much of the body and along with the many structures found in all skin has hair follicles. So ਇਹ ਵਾਲਾ ਜਿਹੜਾ skin majorly ਤੁਸੀਂ ਦੇਖਦੇ ਹੋ ਜਿਨ੍ਹਾਂ ਦੇ ਉੱਤੇ hair ਹੁੰਦੇ ਹਨ So ਇਹਨਾਂ 'ਚ hair follicles ਹੁੰਦੇ ਹਨ ਜਿਨ੍ਹਾਂ ਤੋਂ hair grow ਕਰਦਾ ਹੈ ਤੁਹਾਨੂੰ grow ਕਰਦਾ ਨਜ਼ਰ ਆਉਂਦਾ ਹੈ So its epidermal layer is about 0.07 mm in thickness half the thickness of hairless skin and a dermis of about 1 to 2 mm. So ਇਹਨਾਂ ਦਾ ਜਿਹੜਾ thickness ਹੁੰਦਾ ਹੈ 0.07 mm ਹੁੰਦਾ ਹੈ epidermal layer ਦਾ ਔਰ ਜਿਹੜੀ dermis ਦੀ layer ਹੁੰਦੀ ਹੈ ਉਹਦਾ 1 to 2 mm ਜਿਹੜਾ ਹੈ thickness notice ਕੀਤਾ ਜਾਂਦਾ ਹੈ ਸੋ ਐਸੀ ਕਲਾਸਿਸ ਉਸ ਤੋਂ ਬਾਅਦ ਇੱਕ ਰਫ ਜਿਹਾ ਵਿਊ ਅਸੀਂ ਲੈਂਦੇ ਹਾਂ anatomy of skin ਦਾ
ਰੈਸਟ ਅਸੀਂ ਡਿਟੇਲ ਜੋ ਹੈ ਸਟੈਪ ਬਾय ਸਟੈਪ ਕਮਿੰਗ ਕਲਾਸਿਸ ਦੇ ਵਿੱਚ ਕਵਰ ਕਰਾਂਗੇ। ਸੋ ਅਗਰ ਤੁਸੀਂ ਦੇਖੋ ਤੇ ਸਾਡਾ ਸਕਿਨ ਜਿਹੜਾ ਹੈ ਓਵਰਆਲ ਇਹਨਾਂ ਸਭ ਚੀਜ਼ਾਂ ਨੂੰ ਮਿਲ ਕੇ ਬਣਿਆ ਹੁੰਦਾ ਹੈ, ਜਿਹਦੇ 'ਚ ਅਗਰ ਤੁਸੀਂ ਦੇਖੋ ਐਪੀਡਰਮਿਸ ਵੀ ਹੈ, ਇੱਕ ਸੈਕਿੰਡ ਜੀ, ਸੋ ਜਿਹਦੇ 'ਚ ਤੁਸੀਂ ਦੇਖੋ ਐਪੀਡਰਮਿਸ ਜਿਹਨੂੰ ਕਹਿੰਦੇ ਹਨ, ਇਹ ਉੱਪਰ ਵਾਲੀ ਲੇਅਰ ਹੁੰਦੀ ਹੈ ਸਕਿਨ ਦੀ। ਉਸ ਤੋਂ ਬਾਅਦ ਇਹ ਸਾਰਾ ਕੁਝ ਜੋ ਤੁਹਾਨੂੰ ਨਜ਼ਰ ਆਉਂਦਾ ਹੈ ਇੰਟਰਨਲੀ, ਇਹ ਇੰਟਰਨਲੀ ਡੈਪਥ ਦੇ ਵਿੱਚ ਜੋ ਹੁੰਦਾ ਹੈ ਉਹ ਸਾਰਾ ਡਰਮਿਸ ਏਰੀਆ ਦੇ ਵਿੱਚ ਹੁੰਦਾ ਹੈ। ਸੋ ਇਲਾਸਟਿਨ ਫਾਈਬਰਸ ਹੁੰਦੇ ਹਨ, ਐਰੈਕਟਰ ਮਸਲਸ ਹੁੰਦੇ ਹਨ, ਨਰਵ ਐਂਡਿੰਗਸ ਹੁੰਦੀਆਂ ਹਨ, ਇਹਦੇ ਵਿੱਚ ਫੈਟ ਵੀ ਹੁੰਦਾ ਇਹਦੇ 'ਚ। ਇਸ ਤੋਂ ਇਲਾਵਾ ਅਗਰ ਉੱਪਰ ਦੇਖੀਏ ਤੇ ਸੈਬੇਸ਼ੀਅਸ ਗਲੈਂਡਸ ਹੁੰਦੇ ਹਨ, ਹੇਅਰ ਸ਼ੈਫਟ ਹੁੰਦਾ ਹੈ, ਹੇਅਰ ਫੋਲੀਕਲ ਹੁੰਦਾ ਹੈ, ਸਵੈਟ ਪੋਰ ਹੁੰਦੇ ਹਨ ਜਿੱਥੋਂ ਸਵੈਟ ਪ੍ਰੋਡਿਊਸ ਹੁੰਦਾ ਹੈ, ਜਿਸ ਤਰ੍ਹਾਂ ਪਸੀਨਾ ਆਉਂਦਾ ਹੈ, ਬਲੱਡ ਕੈਪਿਲਰੀਜ਼ ਨੇ, ਸਵੈਟ ਗਲੈਂਡਸ ਨੇ, ਕੋਲੇਜਨ ਫਾਈਬਰਸ ਨੇ, ਵੇਨਸ ਹੁੰਦੀਆਂ ਨੇ, ਆਰਟਰੀਜ਼ ਹੁੰਦੀਆਂ ਨੇ ਤੇ ਲਿੰਫ ਵੈਸਲਸ ਹੁੰਦੇ ਹਨ। ਸੋ ਇਹਨਾਂ ਸਾਰਿਆਂ ਨੂੰ ਮਿਲਾ ਕੇ ਜਿਹੜਾ ਹੈ ਤੁਹਾਡਾ ਐਨਾਟਮੀ ਆਫ ਸਕਿਨ ਬਣਦਾ ਹੈ। ਸੋ ਐਨਾਟਮੀ ਆਫ ਸਕਿਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਕਿਨ ਫੰਕਸ਼ਨ ਕਿਸ ਤਰ੍ਹਾਂ ਕਰਦੀ ਹੈ, ਸਕਿਨ ਦਾ ਰੋਲ ਕੀ ਹੈ। ਸੋ ਦੇयर ਆਰ 7 ਮੇਨ ਫੰਕਸ਼ਨਸ ਆਫ ਦ ਸਕਿਨ ਐਂਡ ਥੀਸ ਆਰ, ਸੋ ਸਭ ਤੋਂ ਇੰਪੋਰਟੈਂਟ ਇੱਕ ਟਿਪ ਮੈਂ ਦਵਾਂਗੀ ਤੁਹਾਨੂੰ ਕਿ you can remember the main functions of skin using the word shapes, which stands for, ਜਿਸ ਤਰ੍ਹਾਂ shapes ਦਾ ਪਹਿਲਾ alphabet ਹੈ S, S for sensation, H दूसरा alphabet है H for heat regulation, A for absorption, P for protection, E for excretion और S for secretion। ਇਸ ਤੋਂ ਇਲਾਵਾ ਇਹ ਜਿਹੜੇ 6 ਨੇ ਇਹ ਮੇਜਰਲੀ ਜਿਹੜੇ ਹੈ ਉਹ ਹੁੰਦੇ ਨੇ ਫੰਕਸ਼ਨਸ ਇਹਨਾਂ ਦੇ ਸਕਿਨ ਦੇ। ਇਸ ਤੋਂ ਇਲਾਵਾ ਇੱਕ ਹੋਰ ਮੇਜਰ ਫੰਕਸ਼ਨ ਹੁੰਦਾ ਹੈ ਜਿਹਨੂੰ ਕਹਿੰਦੇ ਹਨ ਵਿਟਾਮਿਨ ਡੀ ਪ੍ਰੋਡਕਸ਼ਨ। ਸੋ ਇਹਨਾਂ ਨੂੰ ਸਾਰਿਆਂ ਨੂੰ ਯਾਦ ਰੱਖਣ ਵਾਸਤੇ ਤੁਸੀਂ ਜਿਹੜਾ ਹੈ ਸ਼ੇਪਸ ਵਰਡ ਮਾਈਂਡ ਦੇ ਵਿੱਚ ਰੱਖ ਸਕਦੇ ਹੋ। ਜਦੋਂ ਸ਼ੇਪਸ ਨੂੰ ਮਾਈਂਡ 'ਚ ਰੱਖੋਗੇ ਆਟੋਮੈਟਿਕਲੀ ਤੁਹਾਨੂੰ ਯਾਦ ਆਉਣਾ ਸ਼ੁਰੂ ਹੋ ਜਾਏਗਾ। S for sensation, H for heat regulation, A for absorption, P for protection, E for excretion, S for secretion and finally ਹੁੰਦਾ ਹੈ ਜੀ ਵਿਟਾਮਿਨ ਡੀ ਪ੍ਰੋਡਕਸ਼ਨ। ਸੋ ਇੱਕ one by one ਜਿਹੜਾ ਇਹਨਾਂ ਦੀ ਨੌਲੇਜ ਲੈਣੇ ਆ ਅਸੀਂ। ਸਭ ਤੋਂ ਪਹਿਲੇ ਆਉਂਦਾ ਹੈ ਜੀ ਸੈਂਸੇਸ਼ਨ। ਸੋ ਸੈਂਸੇਸ਼ਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਕਿਨ ਹੀ ਐਸਾ ਆਰਗਨ ਹੈ ਜਿਹਦੇ ਕੋਲ ਸੈਂਸ ਆਫ ਟੱਚ ਜਿਹਨੂੰ ਕਹਿੰਦੇ ਆ ਯੂਨੀਕ, ਜਿਹਨੂੰ ਕਹਿੰਦੇ ਆ ਕੁਆਲਿਟੀ ਹੈ। Skin is the sense of touch organ. There are several different nerve endings found in the skin that respond to heat, cold, touch, pressure and pain. ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਪਿੱਛੇ ਐਨਾਟਮੀ ਦਿਖਾਇਆ ਸੀ, ਇੱਕ ਪਿਕਚਰ ਦਿਖਾਇਆ ਸੀ, ਡਾਇਗਰਾਮ ਦਿਖਾਇਆ ਸੀ ਤੁਹਾਨੂੰ ਸਕਿਨ ਦਾ, ਉਹਦੇ ਵਿੱਚ ਨਰਵ ਐਂਡਿੰਗਸ ਕਰਕੇ ਇੱਕ ਜਗ੍ਹਾ ਹੁੰਦੀ ਹੈ ਜਿਹੜਾ ਕਿ ਬ੍ਰੇਨ ਤੱਕ ਜਿਹੜਾ ਹੈ ਸਾਡਾ ਉਹਨੂੰ ਸਿਗਨਲ ਦਿੰਦੇ ਹਨ ਕਿ ਹਾਂ ਇਹ ਚੀਜ਼ ਗਰਮ ਹੈ, ਠੰਡੀ ਹੈ, ਪ੍ਰੈਸ਼ਰ ਲੱਗ ਰਿਹਾ ਹੈ, ਪੇਨ ਹੋ ਰਿਹਾ ਹੈ। ਸੋ ਇਹ ਟੱਚ ਦਾ ਜਿਹੜਾ ਆਰਗਨ ਜਿਹੜਾ ਹੈ ਉਹ ਸਿਰਫ ਸਕਿਨ ਕੋਲ ਹੈ। ਸਕਿਨ ਦੇ ਕੋਲ ਜਾਂਦਿਆਂ ਹੀ ਜਿਹੜਾ ਹੈ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਨੂੰ ਪ੍ਰੈਸ਼ਰ ਲੱਗ ਰਿਹਾ ਹੈ, ਕਿਸੇ ਚੀਜ਼ ਦਾ ਦਬਾਅ ਪੈ ਰਿਹਾ ਹੈ, ਪੇਨ ਹੋ ਰਹੀ ਹੈ, ਕੁਝ ਗਰਮ ਲੱਗਾ ਹੈ ਸਾਨੂੰ, ਜਿਸ ਤਰ੍ਹਾਂ ਕੋਈ ਚੋਟ ਲੱਗ ਜਾਂਦੀ ਹੈ ਜਾਂ ਕੋਲਡ ਹੈ ਜਾਂ ਟੱਚ ਕਰਨ ਤੇ ਸਾਨੂੰ ਇਹ ਸਭ ਚੀਜ਼ਾਂ ਦਾ ਪਤਾ ਲੱਗਦਾ ਹੈ। These nerve endings are the sensory nerve fibers that end in the skin and detect the various sensations, sending messages to the brain, resulting to goosebumps sometimes. ਇਹੀ ਜਿਹੜੇ ਨਰਵ ਐਂਡਿੰਗਸ ਜਿਹੜਾ ਇੱਕ ਪੋਰਸ਼ਨ ਹੈ ਐਨਾਟਮੀ ਦੇ ਵਿੱਚ, ਉਹ ਨਰਵ ਐਂਡਿੰਗਸ ਜਿਹੜੀਆਂ ਹੁੰਦੀਆਂ ਹਨ ਉਹ ਬ੍ਰੇਨ ਨੂੰ ਜਿਹੜਾ ਹੈ ਸਿਗਨਲ ਦਿੰਦੀਆਂ ਹਨ ਕਿ ਇਹ ਕਿਸ ਤਰ੍ਹਾਂ ਦਾ ਜਿਹੜਾ ਹੈ ਟੱਚ ਮਹਿਸੂਸ ਕਰਨ ਤੇ ਕਿਸ ਤਰ੍ਹਾਂ ਦੀ ਫੀਲਿੰਗ ਹੈ, ਕਿਸ ਤਰ੍ਹਾਂ ਦੀ ਸੈਂਸੇਸ਼ਨ ਹੈ, ਹੀਟ ਹੈ, ਕੋਲਡ ਹੈ, ਟੱਚ ਹੈ, ਪ੍ਰੈਸ਼ਰ ਹੋ ਰਿਹਾ ਹੈ ਕਿ ਪੇਨ ਹੋ ਰਿਹਾ ਹੈ। ਸੋ ਸਮਟਾਈਮਸ ਕੀ ਹੁੰਦਾ ਹੈ ਕਿ ਇਹੋ ਹੀ ਜਿਹੜੇ ਸਿਗਨਲਸ ਜਿਹੜੇ ਬ੍ਰੇਨਸ ਤੱਕ ਪਹੁੰਚਦੇ ਹਨ, ਬ੍ਰੇਨ ਤੱਕ ਪਹੁੰਚਣ ਤੋਂ ਬਾਅਦ ਇਹੀ ਜਿਹੜੇ ਹੈ ਸਮਟਾਈਮਸ ਸਾਨੂੰ ਇੰਨਾ ਸਵੇਅਰ ਹੋ ਜਾਂਦਾ ਹੈ ਸੈਂਸੇਸ਼ਨ ਕਿ ਗੂਸ ਬੰਪਸ ਵੀ ਹੋਣੇ ਸ਼ੁਰੂ ਹੋ ਜਾਂਦੇ, ਯਾਨੀ ਜਿਹਨੂੰ ਤੁਸੀਂ ਰੌਂਗਟੇ ਵੀ ਕਹਿੰਦੇ ਹੋ ਕਿ ਖੜੇ ਹੋ ਜਾਂਦੇ ਹਨ। ਹੇਅਰ ਫੋਲੀਕਲਸ ਜਿਹੜੇ ਹੈ ਸਾਡੇ, ਹੇਅਰ ਸ਼ੈਫਟ ਜਿਹੜੇ ਹੈ ਉਹ ਸਾਡੇ ਜਿਹੜੇ ਹੈ ਉਹ ਖੜੇ ਹੋ ਜਾਂਦੇ ਹਨ ਔਰ ਸਾਨੂੰ ਅਸੀਂ ਕਹਿੰਦੇ ਹਾਂ ਕਿ ਗੂਸ ਬੰਪਸ ਜਿਹੜੇ ਹੈ ਯਾਨੀ ਰੌਂਗਟੇ ਜਿਹੜੇ ਖੜੇ ਹੋ ਗਏ ਸੀ ਮੇਰੇ।
ਨੈਕਸਟ ਫੰਕਸ਼ਨ ਆਂਦਾ ਹੈ ਜੀ ਹੀਟ ਰੈਗੂਲੇਸ਼ਨ ਔਰ ਥਰਮੋ ਰੈਗੂਲੇਸ਼ਨ ਵੀ ਇਹਨੂੰ ਕਿਹਾ ਜਾਂਦਾ ਹੈ। Skin helps to keep body at a constant temperature of 37 degree Celsius. So ਸਾਡਾ body ਦਾ ideal temperature ਜਿਹੜਾ ਹੈ 37 degree ਸਮਝਿਆ ਜਾਂਦਾ ਹੈ ਜਾਂ 98.4 ਵੀ ਇਹਨੂੰ ਕਹਿੰਦੇ ਹਨ ਕਈ। So skin ਜਿਹੜਾ ਹੈ important role play ਕਰਦੀ ਹੈ ਉਸ temperature ਨੂੰ maintain ਕਰਨ ਵਾਸਤੇ। ਮੇਨਟੇਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਹੀਟ ਨੂੰ ਰੈਗੂਲੇਟ ਕਰਨ ਵਾਸਤੇ ਅਗਰ ਬਹੁਤ ਜ਼ਿਆਦਾ ਹੀਟ ਹੋ ਜਾਂਦੀ ਹੈ ਤੇ ਸਮਟਾਈਮਸ ਅਸੀਂ ਮਹਿਸੂਸ ਕਰਨੇ ਆ ਕਿ ਫੀਵਰ ਹੈ, ਸਾਨੂੰ ਬੁਖਾਰ ਹੋ ਜਾਂਦਾ ਹੈ। ਸੋ ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਸਕਿਨ ਕੀ ਕਰਦੀ ਹੈ? ਵਨ ਵੇ ਇਜ਼ ਬਾਈ ਡਾਇਲੇਸ਼ਨ, ਵਾਈਡਨਿੰਗ ਆਫ ਬਲੱਡ ਵੈਸਲਸ। ਸੋ ਹੀਟ ਨੂੰ ਕੰਟਰੋਲ ਕਰਨ ਦਾ ਯਾਨੀ ਕਿ ਜਿਹੜਾ ਟੈਂਪਰੇਚਰ ਹੈ ਸਾਡੀ ਬੋਡੀ ਦਾ ਉਹਨੂੰ ਕਨਸਟੈਂਟ ਰੱਖਣ ਵਾਸਤੇ ਡਾਇਲੇਸ਼ਨ ਜਿਹੜਾ ਹੈ ਉਹ ਇੱਕ ਵੇ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਸਾਡੀਆਂ ਬਲੱਡ ਵੈਸਲਸ ਜਿਹੜੀਆਂ ਹੁੰਦੀਆਂ ਹਨ ਉਹ ਵਾਈਡਨ ਹੋ ਜਾਂਦੀਆਂ ਹਨ, ਵੱਡੀਆਂ ਹੋ ਜਾਂਦੀਆਂ ਹਨ। The other way is constriction, narrowing of the blood vessels. ਦੂਸਰਾ ਤਰੀਕਾ ਹੁੰਦਾ ਹੈ ਕਿ ਸਕਿਨ ਜਿਹੜੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ ਕਿ ਹਾਂ ਸੈਂਸਰ ਹੁੰਦਾ ਉਹਦੇ ਵਿੱਚ, ਸਕਿਨ ਦੇ ਵਿੱਚ ਸਕਿਨ ਜਿਹੜਾ ਹੈ ਕਿ ਉਹ ਜੱਜ ਕਰਦੀ ਹੈ ਕਿ ਹਾਂ ਸਾਡਾ ਜਿਹੜਾ ਹੈ ਕਿ ਕਿਸ ਟਾਈਮ ਤੇ ਕਿਸ ਚੀਜ਼ ਦੀ ਜ਼ਰੂਰਤ ਹੈ। ਸੋ ਕੰਸਟ੍ਰਿਕਸ਼ਨ ਜਿਹੜਾ ਹੈ ਅਨਦਰ ਵੇ ਹੁੰਦਾ ਹੈ ਜਿਹੜਾ ਸਕਿਨ ਆਪਟ ਕਰਦੀ ਹੈ, ਜਿਹਦੇ ਵਿੱਚ ਜਿਹੜਾ ਹੈ ਕਿ ਨੈਰੋ ਹੋ ਜਾਂਦੀਆਂ ਹਨ ਯਾਨੀ ਕਿ ਟਾਈਟ ਹੋ ਜਾਂਦੇ ਹਨ ਸਾਡੇ ਬਲੱਡ ਵੈਸਲਸ। ਸੋ ਇਹ ਕਿਸ ਟਾਈਮ ਤੇ ਹੁੰਦਾ ਹੈ? ਡਿਊਰਿੰਗ ਵਾਰਮ ਪੀਰੀਅਡਸ ਅਗਰ ਤੁਸੀਂ ਦੇਖੋ, ਗਰਮ ਜਿਸ ਤਰ੍ਹਾਂ ਸੀਜ਼ਨ ਹੁੰਦਾ ਹੈ, ਦ ਸਕਿਨ ਵੈਸਲਸ ਡਾਇਲੇਟ। ਹੁਣ ਡਾਇਲੇਸ਼ਨ ਔਰ ਕੰਸਟ੍ਰਿਕਸ਼ਨ ਹੁੰਦਾ ਕਦੋਂ ਹੈ ਔਰ ਹੁੰਦਾ ਕੀ ਹੈ ਉਹਦੇ ਬਾਰੇ ਜਾਣਕਾਰੀ ਲੈਂਦੇ ਹਾਂ। ਸੋ ਗਰਮੀਆਂ ਦੇ ਵਿੱਚ ਜਿਹਨੂੰ ਕਹਿੰਦੇ ਹਨ ਵੈਸਲਸ ਡਾਇਲੇਟ ਕਰਦੀਆਂ ਹਨ ਯਾਨੀ ਕਿ ਸਾਡੀਆਂ ਜਿਹੜੀਆਂ ਬਲੱਡ ਵੈਸਲਸ ਜਿਹੜੀਆਂ ਹੁੰਦੀਆਂ ਹਨ ਖੁੱਲ ਜਾਂਦੀਆਂ ਹਨ। ਸਾਡਾ ਖੁੱਲਣ ਦਾ ਮਤਲਬ ਹੈ ਕਿ ਹਾਂ ਐਕਸਪੈਂਡ ਕਰਦੀਆਂ ਹਨ। ਦ ਸਕਿਨ ਰੈਡਨਸ, ਸਕਿਨ ਸਾਡੀ ਰੈਡ ਹੁੰਦੀ ਹੈ ਐਂਡ ਬੀਡਸ ਆਫ ਸਵੈਟ ਫਾਰਮ ਔਨ ਦ ਸਰਫੇਸ, ਔਰ ਸਾਨੂੰ ਪਸੀਨਾ ਵੀ ਆਉਂਦਾ ਹੈ। ਸੋ ਪਸੀਨਾ ਆਉਣਾ ਵੀ ਇੱਕ ਰੀਜ਼ਨ ਹੁੰਦਾ ਹੈ ਕਿ ਹਾਂ ਸਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਹੈ ਉਹਨੂੰ ਨਿਊਟਰਲਾਈਜ਼ ਕੀਤਾ ਜਾਂਦਾ ਹੈ ਪਸੀਨੇ ਦੇ ਨਾਲ। ਸੋ ਇਹਨੂੰ ਜਿਹੜਾ ਹੈ ਇਸ ਪ੍ਰੋਸੈਸ ਨੂੰ ਜਿਹਨੂੰ ਕਹਿੰਦੇ ਹਨ ਡਾਇਲੇਸ਼ਨ, ਜਿਹੜੀ ਹੈ ਡਾਇਲੇਸ਼ਨ ਨੂੰ ਜਿਹੜਾ ਹੈ ਵੈਸੋ ਡਾਇਲੇਟੇਸ਼ਨ ਵੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਮੋਰ ਬਲੱਡ ਫਲੋ ਹੁੰਦਾ ਹੈ। ਗਰਮੀਆਂ 'ਚ ਜਿਹੜਾ ਸਾਡਾ ਬਲੱਡ ਫਲੋ ਹੁੰਦਾ ਹੈ, ਸਰਕੂਲੇਸ਼ਨ ਆਫ ਬਲੱਡ ਜਿਹੜਾ ਹੁੰਦਾ ਹੈ ਉਹ ਜ਼ਿਆਦਾ ਹੋ ਜਾਂਦਾ ਹੈ ਔਰ ਗ੍ਰੇਟਰ ਡਾਇਰੈਕਟ ਹੀਟ ਲਾਸ ਹੁੰਦਾ ਹੈ। ਸਾਡਾ ਹੀਟ ਜਿਹੜਾ ਹੈ ਜਿੰਨਾ ਅਸੀਂ ਲਾਸ ਕਰ ਲੈਂਦੇ ਹਾਂ ਉਨਾ ਹੀ ਸਾਡਾ ਨਿਊਟਰਲ ਹੋਣਾ ਸ਼ੁਰੂ ਹੋ ਜਾਂਦਾ ਹੈ ਬੋਡੀ ਦਾ ਟੈਂਪਰੇਚਰ। ਉਹੀ ਦੂਸਰੇ ਪਾਸੇ ਅਗਰ ਦੇਖੀਏ ਅਸੀਂ ਕੰਸਟ੍ਰਿਕਸ਼ਨ ਕੀ ਹੁੰਦਾ ਹੈ? ਕੰਸਟ੍ਰਿਕਸ਼ਨ ਜਿਹੜਾ ਹੁੰਦਾ ਹੈ ਜੀ ਉਹ ਠੰਡੇ ਟਾਈਮ ਦੇ ਵਿੱਚ ਹੁੰਦਾ ਹੈ, ਯਾਨੀ ਕਿ ਸਰਦੀਆਂ 'ਚ ਜਿਹੜਾ ਹੈ ਤੁਸੀਂ ਜਾਂ ਕੋਈ ਠੰਡੀ ਜਗ੍ਹਾ ਤੇ ਅਸੀਂ ਜਾਂਦੇ ਹਾਂ, ਐਟਮੋਸਫੇਅਰ ਉਹਦਾ ਇਸ ਤਰ੍ਹਾਂ ਦਾ ਹੈ, ਕਲਾਈਮੇਟ ਉਹਦਾ ਉੱਥੋਂ ਦਾ ਇਸ ਤਰ੍ਹਾਂ ਦਾ ਹੈ। ਸੋ ਉਸ ਜਗ੍ਹਾ ਤੇ ਜਿਹੜਾ ਹੈ ਬਲੱਡ ਵੈਸਲਸ ਕੰਸਟ੍ਰਿਕਟ, ਸਾਡੀਆਂ ਬਲੱਡ ਵੈਸਲਸ ਜਿਹੜੀਆਂ ਹੈ ਉਹ ਸ਼ਰਿੰਕ ਹੋ ਜਾਂਦੀਆਂ ਹਨ, ਪ੍ਰੀਵੈਂਟਿੰਗ ਹੀਟ ਫਰੋਮ ਐਸਕੇਪਿੰਗ, ਔਰ ਸਾਡੇ ਬੋਡੀ 'ਚੋਂ ਹੀਟ ਜਿਹੜੀ ਹੈ ਉਹ ਨਹੀਂ ਨਿਕਲਦੀ। ਸੋ ਇਹਨੂੰ ਜਿਹੜਾ ਹੈ ਵੈਸੋ ਕੰਸਟ੍ਰਿਕਸ਼ਨ ਵੀ ਕਿਹਾ ਜਾਂਦਾ ਹੈ ਇਸ ਪ੍ਰੋਸੈਸ ਨੂੰ। ਵੈਸੋ ਕੰਸਟ੍ਰਿਕਸ਼ਨ ਦੇ ਵਿੱਚ ਕੀ ਹੁੰਦਾ ਹੈ? ਲੈਸ ਬਲੱਡ ਫਲੋ ਹੁੰਦਾ ਹੈ, ਸਾਡਾ ਬਲੱਡ ਫਲੋ ਜਿਹੜਾ ਹੈ ਉਹ ਘਟ ਜਾਂਦਾ ਹੈ ਕਿਉਂਕਿ ਸਾਡੇ ਬਲੱਡ ਵੈਸਲਸ ਜਿਹੜੇ ਆ ਉਹ ਸ਼ਰਿੰਕ ਕਰ ਜਾਂਦੇ ਹਨ ਔਰ ਰਿਡਿਊਸਡ ਹੀਟ ਲਾਸ ਹੁੰਦਾ ਹੈ। ਸੋ ਉਸ ਟਾਈਮ ਤੇ ਸਾਡਾ ਬੋਡੀ ਦਾ ਟੈਂਪਰੇਚਰ ਵੀ ਜਿਹੜਾ ਹੈ ਹੀਟ ਜਿਹੜਾ ਹੈ ਘੱਟ ਲੂਜ਼ ਕਰਦਾ ਹੈ। ਨੈਕਸਟ ਆਂਦਾ ਹੈ ਜੀ ਦ secretion and evaporation of sweat from sweat glands from the surface of the skin also helps to cool the body. So body ਦਾ ਟੈਂਪਰੇਚਰ ਨਾਰਮਲ ਕੂਲ ਰੱਖਣ ਵਾਸਤੇ ਜਿਹੜਾ ਪਸੀਨਾ ਸਾਨੂੰ ਆਉਂਦਾ ਹੈ ਸਵੈਟ ਗਲੈਂਡਸ ਤੋਂ ਨਿਕਲਦਾ ਹੈ, ਉਹ ਸਾਡੇ ਸਰਫੇਸ ਦੇ ਉੱਤੇ ਜਦੋਂ ਆਉਂਦਾ ਹੈ ਉਹਦੇ ਤੇ ਠੰਡਾ ਹੁੰਦਾ ਹੈ ਤੇ ਉਹ ਸਾਡੇ ਬੋਡੀ ਦੇ ਟੈਂਪਰੇਚਰ ਨੂੰ ਵੀ ਜਿਹੜਾ ਹੈ ਕੂਲ ਡਾਊਨ ਕਰਦਾ ਹੈ, ਕਾਮ ਡਾਊਨ ਕਰਦਾ ਹੈ। ਨੈਕਸਟ ਆਂਦਾ ਹੈ ਜੀ ਫੈਟ ਪ੍ਰੈਜ਼ੈਂਟ ਇਨ ਦ ਸਕਿਨ ਆਲਸੋ ਇਨਸੂਲੇਟਸ ਦ ਬੋਡੀ। ਸਾਡੀ ਬੋਡੀ 'ਚ ਸਭ ਤੋਂ ਨੀਚੇ ਜਿਹੜਾ ਹੈ, ਜਿਸ ਤਰ੍ਹਾਂ ਅਸੀਂ ਆਉਣ ਵਾਲੇ ਟਾਈਮ 'ਚ ਡਿਟੇਲ 'ਚ ਜਾਵਾਂਗੇ, ਐਪੀਡਰਮਿਸ, ਡਰਮਿਸ ਲੇਅਰ, ਉਹਨਾਂ ਦੇ ਪਾਰਟਸ ਦੇ ਵਿੱਚ ਉਹਨਾਂ 'ਚ ਇੱਕ ਫੈਟ ਵੀ ਹੁੰਦਾ ਹੈ, ਉਹ ਵੀ ਏਰੀਆ ਹੁੰਦਾ ਹੈ ਜਿਹਦੇ 'ਚ ਸਿਰਫ ਫੈਟ ਪਾਇਆ ਜਾਂਦਾ ਹੈ। ਉਹ ਵੀ ਸਾਡੇ ਬਲੱਡ ਦਾ ਸਾਡਾ ਸਕਿਨ ਦਾ, ਸਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਹੈ ਉਹਨੂੰ ਨਿਊਟਰਲਾਈਜ਼ ਕਰਨ 'ਚ ਸਾਡੀ ਹੈਲਪ ਕਰਦਾ ਹੈ। ਨੈਕਸਟ ਜੀ ਥਰਡ ਫੰਕਸ਼ਨ ਆਂਦਾ ਹੈ ਐਬਜ਼ੌਰਪਸ਼ਨ। ਸੋ ਸਾਡੀ ਸਕਿਨ ਦੀ ਇੱਕ ਕਪੈਸਿਟੀ ਹੁੰਦੀ ਹੈ ਐਬਜ਼ੌਰਬ ਕਰਨ ਦੀ, ਉਸ ਤੋਂ ਜ਼ਿਆਦਾ ਵੀ ਅਗਰ ਉਹ ਐਬਜ਼ੌਰਬ ਕਰ ਲੈਂਦਾ ਹੈ ਤੇ ਉਹ ਵੀ ਨੁਕਸਾਨਦਾਇਕ ਹੁੰਦਾ ਹੈ, ਉਸ ਤੋਂ ਘੱਟ ਵੀ ਐਬਜ਼ੌਰਬ ਕਰਦਾ ਹੈ ਤੇ ਉਹ ਵੀ ਨੁਕਸਾਨਦਾਇਕ ਹੁੰਦਾ ਹੈ। ਇਹਦਾ ਐਗਜ਼ਾਮਪਲ ਇੱਕ ਤੁਸੀਂ ਦੇਖ ਸਕਦੇ ਹੋ ਕਿ ਸਮਟਾਈਮਸ ਅਸੀਂ ਜਦੋਂ ਹੈਂਡਸ ਨੂੰ ਫੋਰ ਐਗਜ਼ਾਮਪਲ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਅਸੀਂ ਯੂਜ਼ ਕਰਨੇ ਆ
ਤੇ ਬਹੁਤ ਜ਼ਿਆਦਾ ਸਾਡੇ ਰਿੰਕਲਸ ਜਿਹੜੇ ਰਿਜਿਸ ਜਿਹੜੇ ਅੱਗੇ ਪੋਟਿਆਂ ਦੇ ਉੱਤੇ ਜਿਹਨੂੰ ਕਹਿੰਦੇ ਉਹ ਬਣ ਜਾਂਦੇ ਹਨ। ਸੋ ਉਹਦਾ ਮਤਲਬ ਹੁੰਦਾ ਹੈ ਕਿ ਓਵਰ ਐਬਜ਼ੌਰਪਸ਼ਨ ਹੋ ਗਈ ਵਾਟਰ ਦੀ, ਕਿ ਬਹੁਤ ਜ਼ਿਆਦਾ ਪਾਣੀ 'ਚ ਹੱਥ ਰਹਿਣ ਕਰਕੇ ਹੱਥ ਏਦਾਂ ਦੇ ਹੋ ਗਏ। ਇਸ ਤਰ੍ਹਾਂ ਹੀ ਜਦੋਂ ਅਸੀਂ ਪ੍ਰੋਪਰ ਨਿਊਟ੍ਰੀਐਂਟਸ ਜਿਹੜੇ ਹੈ ਪ੍ਰੋਪਰ ਮੋਇਸਚਰਾਈਜ਼ ਨਹੀਂ ਕਰਦੇ ਆ ਹੱਥਾਂ ਨੂੰ ਪੈਰਾਂ ਨੂੰ, ਤੇ ਉਹ ਡਰਾਈਨੈਸ ਵੱਲ ਤੁਰਨਾ ਸ਼ੁਰੂ ਕਰਦੇ ਹਨ। ਸਾਡੇ ਹੱਥ ਔਰ ਪੈਰ ਜਿਹੜੇ ਹੈ ਡਰਾਈ ਹੋਣਾ ਸ਼ੁਰੂ ਕਰਦੇ ਹੁੰਦੇ ਹਨ। ਸੋ ਐਬਜ਼ੌਰਪਸ਼ਨ ਜਿਹੜਾ ਹੈ ਸਕਿਨ ਦਾ ਐਬਜ਼ੌਰਪਸ਼ਨ ਜਿਹੜੀ ਕਪੈਸਿਟੀ ਹੈ ਜਿੰਨੀ ਅੱਛੀ ਹੋਏਗੀ, ਯਾਨੀ ਕਿ ਅਪ ਟੂ ਦ ਮਾਰਕ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਵੀ ਨਹੀਂ ਬਹੁਤ ਘੱਟ ਵੀ ਨਹੀਂ ਹੋਣੀ ਚਾਹੀਦੀ। ਸੋ ਉਹ ਸਾਡਾ ਅੰਦਰ ਜਿਹੜਾ ਇੰਟਰਨਲ ਸਿਸਟਮ ਹੈ ਉਹਨੂੰ ਠੀਕ ਰੱਖਣ 'ਚ ਹੈਲਪ ਕਰਦੀ ਹੈ। ਸੋ ਸਭ ਤੋਂ ਪਹਿਲੇ ਐਬਜ਼ੌਰਪਸ਼ਨ ਦੇਖਦੇ ਹਾਂ। ਐਬਜ਼ੌਰਪਸ਼ਨ ਥਰੂ ਦ ਸਕਿਨ ਇਜ਼ ਵਨ ਆਫ ਦ ਰੂਟਸ ਆਫ entry to the human body for chemicals. Wrong procedure followed together with inhalation and ingestion. ਸੋ ਐਬਜ਼ੌਰਬ ਕਰਨਾ ਸਕਿਨ ਦੇ ਵਿੱਚ ਜਿਹੜਾ ਹੈ ਉਹ ਆਊਟਰ ਲੇਅਰ ਤੋਂ ਵੀ ਹੋ ਸਕਦਾ ਹੈ, ਔਰ ਦੂਸਰੇ ਜਿਹੜੇ ਵੇਜ਼ ਹੁੰਦੇ ਹਨ ਸਾਡੀ ਸਕਿਨ ਦੇ ਅੰਦਰ ਬੋਡੀ ਦੇ ਅੰਦਰ ਜਾਣ ਦੇ, ਉਹ ਇਨਹੇਲ ਕਰਨਾ ਹੋ ਸਕਦਾ ਹੈ ਜਾਂ ਇੰਜੈਸ਼ਨ ਹੁੰਦਾ ਹੈ। ਸੋ ਅਗਰ ਦੇਖਿਆ ਜਾਏ ਤੇ ਸਾਡੀ ਬੋਡੀ ਦੇ ਵਿੱਚ ਅਗਰ ਕੈਮੀਕਲਸ ਦੀ ਗੱਲ ਕਰੀਏ ਤੇ ਕੈਮੀਕਲਸ ਜਿਹੜੇ ਹੈ ਸਾਡੀ ਬੋਡੀ ਦੇ ਵਿੱਚ ਜਿਹੜਾ ਹੈ ਉਹ ਫੋਰ ਐਗਜ਼ਾਮਪਲ ਅਸੀਂ ਫੇਸ਼ੀਅਲਸ ਕਰਨੇ ਆ, ਫੇਸ਼ੀਅਲਸ ਦੇ ਵਿੱਚ ਅਸੀਂ ਕੋਈ ਰੋਂਗ ਪ੍ਰੋਸੀਜਰ ਕਰ ਲਿਆ ਜਾਂ ਰੋਂਗ ਪ੍ਰੈਪਰੇਸ਼ਨ ਕੀਤੀ ਜਾਂ ਹਾਈਜੀਨ ਸੇਫਟੀ ਦੇ ਪੁਆਇੰਟ ਆਫ ਵਿਊ ਨਾਲ ਅਸੀਂ ਉਹਦੀ ਪ੍ਰੈਪਰੇਸ਼ਨ ਨਹੀਂ ਕੀਤੀ, ਤੇ ਉਹੀ ਕੈਮੀਕਲਸ ਜਿਹੜੇ ਹੈ ਜਦੋਂ ਅਸੀਂ ਫੇਸ਼ੀਅਲਸ ਕਰਨੇ ਆ ਮੋਇਸਚਰਾਈਜ਼ ਕਰਨੇ ਆ ਸਕਿਨ ਨੂੰ, ਤੇ ਉਹ ਸਾਡੀ ਸਕਿਨ ਤੋਂ ਜਿਹੜਾ ਹੈ ਅੰਦਰ ਜਾਣੇ ਸ਼ੁਰੂ ਹੋ ਜਾਂਦੇ। ਸਾਡੀ ਸਕਿਨ ਜਿਹੜਾ ਉਹਨਾਂ ਨੂੰ ਕੈਮੀਕਲਸ ਨੂੰ ਐਬਜ਼ੌਰਬ ਕਰਨਾ ਸ਼ੁਰੂ ਕਰ ਦਿੰਦੀ ਹੈ, ਔਰ ਅਲਟੀਮੇਟਲੀ ਜਿਹੜਾ ਹੈ ਸਾਨੂੰ ਅੰਦਰ ਡਿਜ਼ੀਜ਼ਸ ਜਾਂ ਬੈਕਟੀਰੀਆ ਫੰਗਲ ਇਨਫੈਕਸ਼ਨ ਜਿਹੜਾ ਹੋਣ ਦੇ ਚਾਂਸਸ ਹੋ ਜਾਂਦੇ ਹਨ। ਦੂਸਰਾ ਹੁੰਦਾ ਹੈ ਕਿ ਅਸੀਂ ਇਨਹੇਲ ਕਰਨੇ ਆ, ਸਮਟਾਈਮਸ ਸਮੋਕ ਕਰਦੇ ਆ ਲੋਕੀ, ਔਰ ਸਿਗਰਟ ਹੈ ਜਾਂ ਡਰਿੰਕ ਕਰਦੇ ਆ। ਸੋ ਇਹ ਚੀਜ਼ਾਂ ਵੀ ਜਿਹੜੀਆਂ ਹੈ ਸਾਡੇ ਅੰਦਰ ਜਿਹੜੀਆਂ ਸਕਿਨ ਨੂੰ ਡੈਮੇਜ ਕਰਦੀਆਂ ਹਨ। ਸੋ ਸਕਿਨ ਜਿਹੜੀ ਹੈ ਸਾਨੂੰ ਜਿਸ ਤਰ੍ਹਾਂ ਸੈਂਸ ਜਿਹੜਾ ਹੈ ਉਹ ਕਰਨ 'ਚ ਹੈਲਪ ਕਰਦੀ ਹੈ ਕਿ ਹਾਂ ਇਹ ਚੀਜ਼ ਸਾਡੇ ਵਾਸਤੇ ਠੀਕ ਨਹੀਂ ਹੋਈ। ਸਮਟਾਈਮਸ ਅਸੀਂ ਇਨਹੇਲ ਕਰਨੇ ਆ, ਉਹਦੀ ਸਮੋਕ ਆਉਂਦੀ ਹੈ, ਸਿਗਰਟ ਦੀ ਸਮੋਕ ਆਉਂਦੀ ਹੈ, ਅਸੀਂ ਟੋਲਰੇਟ ਨਹੀਂ ਕਰ ਪਾਉਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਸਕਿਨ ਸਾਨੂੰ ਦੱਸਦੀ ਹੈ। ਸਮਟਾਈਮਸ ਜਿਹੜੀ ਹੈ ਅਸੀਂ ਕੁਝ ਗਲਤ ਖਾ ਲੈਂਦੇ ਆ, ਖਰਾਬ ਖਾਣਾ ਖਾ ਲੈਂਦੇ ਆ, ਖਰਾਬ ਡਰਿੰਕ ਪੀ ਲੈਂਦੇ ਆ। ਸੋ ਉਹਦੇ ਨਾਲ ਵੀ ਜਿਹੜਾ ਹੈ ਸਕਿਨ ਦੇ ਉੱਤੇ ਇਫੈਕਟ ਹੁੰਦਾ ਹੈ, ਔਰ ਸਕਿਨ ਸਾਨੂੰ ਅਲਾਰਮ ਕਰਦੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਠੀਕ ਨਹੀਂ ਹੋਈਆਂ। ਨੈਕਸਟ ਆਉਂਦਾ ਹੈ ਜੀ, ਸਕਿਨ ਸ਼ੁੱਡ ਬੀ ਟੇਕਨ ਕੇਅਰ ਆਫ ਸਪੈਸ਼ਲੀ ਡਿਊਰਿੰਗ ਦ ਫੇਸ਼ੀਅਲ ਪ੍ਰੈਪਰੇਸ਼ਨਸ ਐਂਡ ਅਦਰ ਬਿਊਟੀ ਸਰਵਿਸਿਜ਼ ਐਜ਼ ਵੈਲ। ਸੋ ਆਉਣ ਵਾਲੇ ਟਾਈਮ 'ਚ ਜੋ ਅੱਛੇ ਬਿਊਟੀ ਥੈਰੇਪਿਸਟ ਹੈ ਜਿਸ ਤਰ੍ਹਾਂ ਉਹ ਹੈਲਥ ਔਰ ਹਾਈਜੀਨ ਦਾ, ਸੇਫਟੀ ਦਾ, ਕਲੈਨਲੀਨੈਸ ਦਾ ਉਹ ਧਿਆਨ ਰੱਖ ਕੇ ਜਿਹੜਾ ਹੈ ਕਲਾਇੰਟਸ ਨੂੰ ਅਟੈਂਡ ਕਰਦੇ ਹਨ। ਸੋ ਇਹਨਾਂ ਚੀਜ਼ਾਂ ਦੇ ਨਾਲ ਵੀ ਜਿਹੜਾ ਸਕਿਨ ਉੱਤੇ ਬਹੁਤ ਸਾਰੀਆਂ ਪ੍ਰੋਬਲਮਸ ਅਸੀਂ ਫੇਸ ਕਰਨੇ ਆ, ਜਿਸ ਤਰ੍ਹਾਂ ਐਲਰਜੀਜ਼ ਹੋ ਜਾਂਦੀਆਂ ਹਨ, ਔਰ ਈਵਨ ਸਕਿਨ ਜਿਹੜੀ ਹੈ ਡੈਮੇਜ ਵੀ ਸਮਟਾਈਮਸ ਹੋ ਜਾਂਦੀ ਹੈ। ਸੋ ਫੇਸ਼ੀਅਲ ਪ੍ਰੈਪਰੇਸ਼ਨਸ ਜਦੋਂ ਵੀ ਫੇਸ਼ੀਅਲਸ ਕਰਨੇ ਹਨ, ਜੋ ਗਾਈਡਲਾਈਨਸ ਹਨ ਉਹਨਾਂ ਨੂੰ ਫੋਲੋ ਕਰਕੇ ਫੇਰ ਹੀ ਕਰਨਾ ਹੈ, ਮਿਕਸ ਐਂਡ ਮੈਚ ਨਹੀਂ ਕਰਨਾ ਕਿਸੇ ਪ੍ਰੋਡਕਟ ਨੂੰ। ਐਂਡ ਅਦਰ ਬਿਊਟੀ ਸਰਵਿਸਿਜ਼ 'ਚ ਆਉਂਦੇ ਹਨ ਜਿਸ ਤਰ੍ਹਾਂ ਮੈਨੀਕਿਉਰ ਪੈਡੀਕਿਉਰ ਵੀ ਤੁਸੀਂ ਕਰਦੇ ਹੋ। ਸੋ ਉਹਨਾਂ ਦੇ ਟਾਈਮ ਦੇ ਉੱਤੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਹੜਾ ਪ੍ਰੋਡਕਟ ਯੂਜ਼ ਹੋਣਾ ਚਾਹੀਦਾ ਹੈ, ਕਿਹੜਾ ਨਹੀਂ ਹੋਣਾ ਚਾਹੀਦਾ। ਸਮਟਾਈਮਸ ਅਸੀਂ ਮਿਕਸ ਐਂਡ ਮੈਚ ਕਰਨੇ ਆ ਔਰ ਇਹ ਭੁੱਲ ਜਾਂਦੇ ਆ ਕਿ ਹਾਂ ਫੋਰ ਐਗਜ਼ਾਮਪਲ ਅਸੀਂ ਸਕਰਬ ਯੂਜ਼ ਕਰਨੇ ਆ, ਤੇ ਸਕਰਬ ਉਹ ਸਕਿਨ ਵਾਸਤੇ ਹੈ ਵੀ ਕਿ ਨਹੀਂ ਹੈ, ਉਹ ਸਕਿਨ ਉਹਨੂੰ ਝੇਲ ਪਾਏਗੀ ਕਿ ਨਹੀਂ ਝੇਲ ਪਾਏਗੀ, ਐਬਜ਼ੌਰਬ ਕਰ ਪਾਏਗੀ ਨਹੀਂ ਕਰ ਪਾਏਗੀ। ਸੋ ਹਰ ਚੀਜ਼ ਦਾ ਜਿਹੜਾ ਹੈ ਐਨਾਲਾਈਜ਼ ਜਿਹਨੂੰ ਕਰਨਾ ਹੈ ਉਹ ਅਸੀਂ ਸਕਿਨ ਨੂੰ ਪਹਿਲੇ ਐਨਾਲਾਈਜ਼ ਕਰਕੇ ਹੀ ਕਰਨਾ ਹੈ ਕਿ ਇਹਨਾਂ ਨੂੰ ਕਿਹੜਾ ਸਕਰਬ ਜਾਏਗਾ, ਸੌਫਟ ਜਾਏਗਾ ਜਾਂ ਥੋੜਾ ਹਾਰਡ ਵੀ ਯੂਜ਼ ਕਰ ਸਕਨੇ ਆ। ਸੋ ਇਹ ਸਭ ਚੀਜ਼ਾਂ ਜਿਹੜੀਆਂ ਸਕਿਨ ਦੀ ਐਬਜ਼ੌਰਬ ਕਰਨ ਦੀ ਕਪੈਸਿਟੀ ਤੇ ਡਿਪੈਂਡ ਕਰਦਾ ਹੈ। ਨੈਕਸਟ ਆਉਂਦਾ ਹੈ ਜੀ ਪ੍ਰੋਟੈਕਸ਼ਨ। ਸਕਿਨ ਜਿਹੜਾ ਹੈ ਪ੍ਰੋਟੈਕਟ ਵੀ ਕਰਦੀ ਹੈ ਸਾਨੂੰ, ਕਿਹਨਾਂ ਚੀਜ਼ਾਂ ਤੋਂ ਕਰਦੀ ਹੈ? ਸਕਿਨ ਪ੍ਰੋਵਾਈਡਸ ਅ ਵਾਟਰਪ੍ਰੂਫ ਕੋਟ that protects the body against dirt, minor injuries, bacterial infection and chemical attack. So very skin interesting lecture madam. Sorry, very interesting lecture madam. मैं विजेंद्र तंवर बोल रहा हूँ। हाँ जी, hello sir, hello, thank you so much sir, thank you so much. So madam Pragya, Coty International, Coty Incorporation multinational company ਹੈਗੀ beauty products ਦੇ ਲਈ, ਉਹਦੇ ਵਿੱਚ consultant ਹੈਗੇ। So she has very kindly agreed ਕਿ ਇਹ ਸਾਡੇ lecture ਲੈ ਰਹੇ ਆ। So ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ lecture ਇਹਨਾਂ ਦਾ ਸ਼ੁਰੂ ਤੋਂ attend ਕਰ ਰਿਹਾ। So she is telling you all about basic skins ਦੇ ਜਿਹੜੇ ਕੀ ਉਹਦੀਆਂ ਰਿਕੁਆਇਰਮੈਂਟਸ ਹੈਗੀਆਂ, ਕੀ ਫੰਕਸ਼ਨਸ ਹੁੰਦੇ ਆ, ਈਵਨ ਬਾਇਓਲੋਜੀ ਤੱਕ ਉਹਨਾਂ ਨੇ ਇਹਦੀ ਐਕਸਪਲੇਨ ਕੀਤੀ ਹੈ।
So this is very important since she would be taking a series of lectures. So जिन्ने साडे instructors नाल जुड़े हैं, I would request them कि इस lecture ਨੂੰ maximum ਬੱਚੇ ਜਿਹੜੇ ਆ ਉਹ ਸਾਰੇ ਉਹਨੂੰ attend ਕਰਨ, ਕਿਉਂਕਿ simultaneously ਮੈਨੂੰ ਬੜਾ ਅੱਛਾ ਲੱਗ ਰਿਹਾ ਕਿ way of presentation ਹੈ ਕਿ ਤੁਸੀਂ if you know about your skin only then you can treat or ਉਹਦੇ cosmetology ਜਿਹੜੀ ਉਹਦੀ ਤੁਸੀਂ ਤੁਹਾਡੇ trade ਦੇ functions ਹੈਗੇ ਉਹ apply ਕਰ ਸਕਦੇ ਹੋ. So thank you very much madam, go thank ahead you so please. much sir, thank you so ਸਾਡੇ much instructors ਤੁਹਾਡੇ ਨਾਲ ਜੁੜੇ ਹੈ, so ਹਾਂਜੀ ਇਹ lecture ਲੈਣ ਤੋਂ ਬਾਅਦ then she would come ਕਿ ਕਿਸ ਤਰ੍ਹਾਂ ਦੇ cosmetology products ਹੁੰਦੇ ਆ. series of lectures ਹੋਣਗੇ ਮੈਡਮ ਦੇ 5-6 lectures ਹੋਣਗੇ, so ਸਾਰੇ ਇਹਨਾਂ lectures ਨੂੰ regularly attend ਕਰੋ please. Thank you ma'am, so much please sir, go ahead. thank you sir. ਸੋ ਫੰਕਸ਼ਨ ਨੈਕਸਟ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਜੀ ਸਕਿਨ ਦੇ ਉੱਤੇ ਪ੍ਰੋਟੈਕਸ਼ਨ ਦਾ। ਸੋ ਕਿਸ ਤਰ੍ਹਾਂ ਪ੍ਰੋਟੈਕਟ ਕਰਦਾ ਹੈ ਸਕਿਨ ਪ੍ਰੋਵਾਈਡਸ ਅ ਵਾਟਰਪ੍ਰੂਫ ਕੋਟ ਦੈਟ ਪ੍ਰੋਟੈਕਟਸ ਦ ਬੋਡੀ ਅਗੇਂਸਟ ਡਰਟ, ਮਾਈਨਰ ਇੰਜਰੀਜ਼, ਬੈਕਟੀਰੀਅਲ ਇਨਫੈਕਸ਼ਨ ਐਂਡ ਕੈਮੀਕਲ ਅਟੈਕ। ਸੋ ਸਕਿਨ ਜਿਹੜਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਟਰਪ੍ਰੂਫ ਔਰਗਨ ਹੈ, ਸੋ ਪਾਣੀ ਵੀ ਅਗਰ ਇਹਦੇ ਉੱਤੇ ਅਸੀਂ ਪਾਉਂਦੇ ਹਾਂ ਤੇ ਕੋਈ ਡੈਮੇਜ ਨਹੀਂ ਹੁੰਦਾ ਇਹਨੂੰ ਸਕਿਨ ਨੂੰ। ਸੋ ਵਾਟਰਪ੍ਰੂਫ ਕੋਟਿੰਗ ਹੈ ਜਿਹੜੀ ਕਿ ਸਾਨੂੰ ਬੋਡੀ ਨੂੰ ਡਰਟ ਤੋਂ, ਇੰਜਰੀਜ਼ ਤੋਂ, ਬੈਕਟੀਰੀਅਲ ਇਨਫੈਕਸ਼ਨ, ਕੈਮੀਕਲ ਅਟੈਕ ਵੀ ਈਵਨ ਕੋਈ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਕੋਈ ਰੋਂਗ ਪ੍ਰਿਪਰੇਸ਼ਨ ਕਰ ਲੈਂਦੇ ਹਾਂ ਡਿਊਰਿੰਗ ਫੇਸ਼ੀਅਲਸ ਤੇ ਉਸ ਟਾਈਮ ਤੇ ਕੋਈ ਕੈਮੀਕਲ ਜਿਹੜਾ ਮਿਕਸ ਐਂਡ ਮੈਚ ਹੋ ਜਾਂਦਾ ਹੈ, ਸੋ ਉਹਦੇ ਤੋਂ ਵੀ ਸਾਨੂੰ ਬਚਾਉਂਦਾ ਹੈ ਸਾਨੂੰ, ਕਿਉਂਕਿ ਇਹ ਅਲਰਟ ਕਰ ਦਿੰਦੀ ਹੈ ਸਕਿਨ ਸਭ ਤੋਂ ਪਹਿਲੇ ਹੀ ਕਿ ਇਹ ਕੋਈ ਰੋਂਗ ਜਿਹੜਾ ਕੈਮੀਕਲ ਯੂਜ਼ ਕੀਤਾ ਗਿਆ ਹੈ। ਸੋ ਉਹ ਸੈਂਸਰ ਜਿਹੜਾ ਹੈ ਸਾਡੇ ਬ੍ਰੇਨ ਤੱਕ ਜਿਹੜਾ ਹੈ ਕਮਾਂਡ ਕਰਦਾ ਹੈ ਔਰ ਉਸ ਟਾਈਮ ਸਾਨੂੰ ਪਤਾ ਲੱਗਦਾ ਹੈ ਕਿ ਕੁਝ ਗਲਤ ਹੋਇਆ ਔਰ ਇਮੀਡੀਏਟਲੀ ਅਸੀਂ ਉਹਦੇ ਵਾਸਤੇ ਐਕਸ਼ਨ ਲੈ ਲੈਂਦੇ ਹਾਂ। ਸੋ ਇਹਦੇ ਵਿੱਚ ਸਭ ਤੋਂ ਪਹਿਲੇ ਆਉਂਦਾ ਹੈ ਜੀ acid mantle pH 5.5 which is made up from sebum oil produced in the sebaceous glands in the hair follicles of the skin, and sweat creates a waterproof coating that discourages growth of bacteria and also of fungi. ਸੋ ਯੂਜਲੀ ਕੀ ਹੁੰਦਾ ਤੁਸੀਂ ਦੇਖਿਆ ਹੋਏਗਾ ਕਿ ਡਰਾਈਨੈਸ ਅਗਰ ਸਕਿਨ ਦੇ ਉੱਤੇ ਹੋ ਜਾਂਦੀ ਹੈ ਤੁਹਾਡੇ ਹੈਂਡਸ ਤੇ, ਤੁਹਾਡੇ ਫੇਸ ਤੇ, ਸੋ ਡਰਾਈਨੈਸ ਕਰਕੇ ਜਿਹੜੇ ਆ ਰੈਸ਼ਿਸ ਹੋ ਜਾਂਦੇ ਹਨ, ਤੁਹਾਡੀ ਸਕਿਨ ਰੈੱਡ ਹੋ ਜਾਂਦੀ ਹੈ ਜਿੱਥੋਂ ਜਿੱਥੋਂ ਡਰਾਈ ਹੋ ਜਾਂਦੀ ਹੈ। ਸਮਟਾਈਮਸ ਤੁਸੀਂ ਵਿੰਟਰਸ 'ਚ ਇਸ ਚੀਜ਼ ਮਹਿਸੂਸ ਕੀਤੀ ਹੋਏਗੀ ਕਿ ਤੁਹਾਡੇ ਚੀਕਸ ਜਿਹੜੇ ਹੈ ਜੇ ਡਰਾਈ ਰਹਿੰਦੇ ਹਨ ਤੇ ਉਹ ਚੀਜ਼ ਜਿਹੜੀ ਹੈ ਰੈੱਡ ਹੋ ਕੇ ਫਟਣਾ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਹੈਂਡਸ ਔਰ ਫੀਟ ਨਾਲ ਹੈ, ਈਵਨ ਬਾਕੀ ਦੇ ਬੋਡੀ ਪਾਰਟ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਸੋ ਇੱਕ ਲੈਵਲ ਹੁੰਦਾ ਹੈ ਪੀਐਚ ਲੈਵਲ ਜਿਹਨੂੰ ਕਹਿੰਦੇ ਆ 5.5, ਉਹ ਅਗਰ ਮੇਨਟੇਨ ਕਰਕੇ ਅਸੀਂ ਰੱਖਨੇ ਆ ਤੇ ਸਾਡਾ ਜਿਹੜਾ ਹੈ ਸਕਿਨ ਦਾ ਡੈਮੇਜ ਨਹੀਂ ਹੁੰਦਾ ਔਰ ਇੰਟਰਨਲ ਡੈਮੇਜ ਤੋਂ ਵੀ ਅਸੀਂ ਬਚ ਜਾਂਦੇ ਆ। ਸੋ ਆਇਲ ਜਿਹੜਾ ਨੈਚੁਰਲ ਆਇਲ ਦਾ ਸਕਿਨ ਰਿਲੀਜ਼ ਕਰਦੀ ਹੈ ਉਹਨੂੰ ਸੈਬਮ ਕਿਹਾ ਜਾਂਦਾ ਹੈ। ਸੋ ਉਹੀ ਸੈਬਮ ਜਿਹੜਾ ਹੈ ਸਵੈਟ ਨਾਲ ਜਦੋਂ ਕਰਦਾ ਹੈ ਕਨੈਕਟ ਕਰਦਾ ਹੈ, ਸੋ ਉਸ ਟਾਈਮ ਤੇ ਜਿਹੜਾ ਹੈ ਉਹ ਵਾਟਰਪ੍ਰੂਫ ਕੋਟਿੰਗ ਇੱਕ ਬਣਾਉਂਦਾ ਹੈ। ਵਾਟਰਪ੍ਰੂਫ ਕੋਟਿੰਗ ਜਿਹੜੀ ਹੈ ਫਰਦਰ ਬੈਕਟੀਰੀਆ ਔਰ ਫੰਗੀ ਤੋਂ ਸਾਨੂੰ ਜਿਹੜਾ ਹੈ ਇੰਟਰਨਲ ਇਨਫੈਕਸ਼ਨਸ ਤੋਂ ਜਿਹੜਾ ਹੈ ਉਹ ਸਾਨੂੰ ਬਚਾਉਂਦੀ ਹੈ। The outermost layer of epidermis, also known as horny layer of the epidermis, acts as a filter against bacteria as new cells keep on regenerating its cells. ਸੋ ਸਾਡੀ ਜਿਹੜੀ ਐਪੀਡਰਮਿਸ ਲੇਅਰ ਹੁੰਦੀ ਸਭ ਤੋਂ ਉੱਪਰ ਵਾਲੀ ਲੇਅਰ ਹੁੰਦੀ ਹੈ ਜਿਹੜੀ ਜੀ ਉਹ ਹੀਲ ਹੁੰਦੀ ਰਹਿੰਦੀ ਹੈ, ਥੋੜੇ ਥੋੜੇ ਟਾਈਮ ਬਾਅਦ ਜਿਹੜੇ ਉਹਦੇ 'ਚ ਨਵੇਂ ਸੈਲਸ ਜਿਹੜੇ ਹੈ ਜਨਰੇਟ ਹੁੰਦੇ ਰਹਿੰਦੇ ਹਨ। ਫੋਰ ਐਗਜ਼ਾਮਪਲ ਤੁਸੀਂ ਦੇਖਦੇ ਹੋਵੋਗੇ ਕਿ ਜਿਸ ਤਰ੍ਹਾਂ ਕਿਤੇ ਚੋਟ ਲੱਗ ਜਾਂਦੀ ਹੈ ਤੇ ਚੋਟ ਲੱਗਣ ਤੋਂ ਬਾਅਦ ਜਿਹੜੀ ਹੈ ਉਹ ਲੇਅਰ ਹੌਲੀ ਹੌਲੀ ਹੀਲ ਵੀ ਹੁੰਦੀ ਹੈ, ਜ਼ਖਮ ਭਰਦਾ ਵੀ ਹੈ, ਯਾਨੀ ਕਿ ਨਵੇਂ ਸੈਲਸ ਜਿਹੜੇ ਆ ਉਹਦੇ 'ਚ ਜਨਰੇਟ ਹੁੰਦੇ ਹਨ ਜਿਹੜੇ ਕਿ ਸਕਿਨ ਨੂੰ ਆਪਸ 'ਚ ਜੁੜਨ 'ਚ ਮਿਲਣ 'ਚ ਹੈਲਪ ਕਰਦੇ ਹਨ। ਸੋ ਇਹ ਜਿਹੜੇ ਉੱਪਰ ਵਾਲੀ ਜਿਹੜੀ ਲੇਅਰ ਹੁੰਦੀ ਹੈ ਜਿਹਨੂੰ ਐਪੀਡਰਮਿਸ ਕਿਹਾ ਜਾਂਦਾ ਹੈ ਉਹਨੂੰ ਹੌਨੀ ਲੇਅਰ ਵੀ ਕਿਹਾ ਜਾਂਦਾ ਹੈ। ਸੋ ਬੇਸਿਕਲੀ ਇਹ ਫਿਲਟਰ ਦਾ ਕੰਮ ਕਰਦੀ ਹੈ ਔਰ फाइट करती है बैक्टीरिया के खिलाफ, ਉਹਦੇ खिलाफ, और ਤੁਹਾਡੀ ਜਿਹੜੀ ਹੈ ਸਕਿਨ ਨੂੰ ਦੁਬਾਰਾ ਤੋਂ ਰਿਪੇਅਰ ਰੀਜਨਰੇਟ ਕਰਨ ਦੇ ਵਿੱਚ ਜਿਹੜਾ ਹੈ ਉਹ ਹੈਲਪ ਕਰਦੀ ਹੈ। ਥਰਡ ਪਾਰਟ ਆਂਦਾ ਹੈ ਜੀ ਸਕਿਨ ਦਾ ਮੈਲਾਨਿਨ। ਮੈਲਾਨਿਨ ਵੀ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ। So melanin in the epidermis protects against damage from ultraviolet rays. Darker skin has more melanin. Hands are more prone to UV damage. So a minimum of SPF 15 should be used. So melanin ਜਿਹੜਾ ਹੈ ਉਹ ਵੀ ਸਾਨੂੰ ਪ੍ਰੋਟੈਕਟ ਕਰਦਾ ਹੈ ਜੀ UV ਰੇਜ਼ ਤੋਂ। UV ਰੇਜ਼ ਹਾਰਮਫੁਲ ਹੁੰਦੀਆਂ ਜਾ ਰਹੀਆਂ ਹਨ ਡੇ ਬਾਈ ਡੇ, ਜਿਸ ਤਰ੍ਹਾਂ ਸਾਡੀ ਓਜ਼ੋਨ ਲੇਅਰ ਜਿਹੜੀ ਹੈ ਉਹ ਡੈਮੇਜ ਹੋ ਰਹੀ ਹੈ। ਸੋ ਫਰਦਰ ਜਿਹੜਾ ਹੈ ਉਹਦੇ ਤੋਂ ਸਨ ਤੋਂ ਆਉਣ ਵਾਲੀਆਂ ਜਿਹੜੀਆਂ ਰੇਜ਼ ਹਨ ਉਹ ਵੀ ਜਿਹੜੀਆਂ ਫਿਲਟਰ ਹੋ ਕੇ ਨਹੀਂ ਆਉਂਦੀਆਂ ਔਰ ਸਾਨੂੰ ਡੈਮੇਜ ਪਹੁੰਚਾਉਂਦੀਆਂ, ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਹਨ। ਸੋ ਇਸ ਵਾਸਤੇ ਅਸੀਂ ਇਹੀ ਕਰ ਸਕਦੇ ਹਾਂ ਕਿ ਮਿਨੀਮਮ SPF 15 ਜਿਹੜਾ ਹੈ ਉਹ ਲਗਾ ਕੇ ਸਾਨੂੰ ਅੱਧਾ ਘੰਟਾ ਪਹਿਲੇ ਜਿਹੜਾ ਹੈ
ਉਹਨੂੰ ਲਗਾ ਕੇ ਬੋਡੀ ਦੇ ਉੱਤੇ ਫਿਰ ਸਾਨੂੰ ਧੁੱਪ ਦੇ ਵਿੱਚ ਨਿਕਲਣਾ ਚਾਹੀਦਾ ਹੈ। ਸੋ ਜਿੰਨੀ ਡਾਰਕ ਸਕਿਨ ਹੁੰਦੀ ਹੈ ਓਨਾ ਹੀ ਉਹਦੇ 'ਚ ਮੈਲਾਨਿਨ ਕੰਟੈਂਟ ਜਿਹੜਾ ਉਹ ਜ਼ਿਆਦਾ ਹੁੰਦਾ ਹੈ। ਜਿੰਨੀ ਪੇਲ ਜਾਂ ਵਾਈਟ ਸਕਿਨ ਹੁੰਦੀ ਹੈ ਓਨਾ ਹੀ ਮੈਲਾਨਿਨ ਉਹਦੇ 'ਚ ਘੱਟ ਹੁੰਦਾ ਹੈ ਔਰ UV ਰੇਜ਼ ਤੋਂ ਜਿਹੜਾ ਡੈਮੇਜ ਹੋਣ ਦੇ ਚਾਂਸਸ ਵੀ ਵੱਧ ਜਾਂਦੇ ਹਨ। ਸੋ ਸਭ ਤੋਂ ਜ਼ਿਆਦਾ ਸਾਡੇ ਹੈਂਡਸ ਜਿਹੜੇ ਹੈ ਜੀ ਉਹ ਜਿਹੜੇ ਹੁੰਦੇ ਹਨ ਉਹ ਡੈਮੇਜ ਹੁੰਦੇ ਹਨ UV ਰੇਜ਼ ਤੋਂ, ਕਿਉਂਕਿ ਯੂਜਲੀ ਅਸੀਂ ਸ਼ੂਜ਼ ਸੌਕਸ ਇਹ ਸਭ ਪਹਿਨ ਲੈਂਦੇ ਹਾਂ, ਬਾਕੀ ਬੋਡੀ ਤੇ ਵੀ ਅਸੀਂ ਕੱਪੜੇ ਪਹਿਨੇ ਹੁੰਦੇ ਹਨ, ਬਟ ਹੈਂਡਸ ਜਿਹੜੇ ਹੈ ਸਾਡੇ ਜਿਹੜੇ ਹੈ ਸਭ ਤੋਂ ਜ਼ਿਆਦਾ ਧੁੱਪ ਦੇ ਕੰਟੈਕਟ 'ਚ ਆਉਂਦੇ ਹਨ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ SPF 15 ਮਿਨੀਮਮ ਉਹ ਪ੍ਰੋਡਕਟ ਯੂਜ਼ ਕਰਨਾ ਚਾਹੀਦਾ ਹੈ ਜਿਹਦੇ 'ਚ ਮਿਨੀਮਮ SPF 15 ਹੋਵੇ ਜੋ ਤੁਹਾਨੂੰ UV ਰੇਜ਼ ਤੋਂ ਪ੍ਰੋਟੈਕਟ ਕਰ ਸਕੇ ਤੁਹਾਡੀ ਸਕਿਨ ਨੂੰ। ਨੈਕਸਟ ਆਉਂਦਾ ਜੀ ਐਕਸਕ੍ਰੀਸ਼ਨ। ਸੋ ਐਕਸਕ੍ਰੀਸ਼ਨ ਦੇ ਵਿੱਚ ਆਉਂਦਾ ਜੀ ਵੇਸਟ ਪ੍ਰੋਡਕਟ ਸਾਡੀ ਸਕਿਨ ਤੋਂ ਜਿਹੜੇ ਹੈ ਬਾਹਰ ਆਉਂਦੇ ਹਨ। ਸੋ ਜਿਸ ਤਰ੍ਹਾਂ ਕਿ ਸਾਲਟ ਹੈ, ਵਾਟਰ ਹੈ, ਜਿਸ ਤਰ੍ਹਾਂ ਪਸੀਨਾ ਆਉਂਦਾ ਹੈ ਸਾਨੂੰ, ਇਹ ਸਭ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਨੂੰ ਜਿਸ ਤਰ੍ਹਾਂ ਇੱਕ ਤਰਫ ਕੂਲ ਰੱਖਣ ਦੇ ਵਿੱਚ ਹੈਲਪ ਕਰਦੀਆਂ ਹਨ, ਉਸ ਤਰ੍ਹਾਂ ਹੀ ਜਿਹੜਾ ਹੈ ਬੋਡੀ ਦਾ ਟੈਂਪਰੇਚਰ ਜਿਸ ਤਰ੍ਹਾਂ ਨਿਊਟਰਲ ਕਰਦੇ ਹਨ, ਉਸ ਤਰ੍ਹਾਂ ਹੀ ਜਿਹੜਾ ਹੈ ਸਾਡੀ ਸਕਿਨ ਨੂੰ ਜਿਹੜਾ ਹੈ ਉਹ ਹੈਲਦੀ ਰੱਖਣ 'ਚ ਵੀ ਹੈਲਪ ਕਰਦੇ ਹਨ। ਸੋ ਪਸੀਨਾ ਜਿਸ ਤਰ੍ਹਾਂ ਆਉਂਦਾ ਹੈ ਉਹ ਮੋਇਸਚਰਾਈਜ਼ ਰੱਖਦਾ ਹੈ ਸਾਡੇ ਸਕਿਨ ਨੂੰ। ਆਇਲ ਉਹਦੇ ਨਾਲ ਜਦੋਂ ਨੈਚੁਰਲ ਆਇਲ ਜਿਹੜਾ ਸਾਡਾ ਸਕਿਨ ਪ੍ਰੋਡਿਊਸ ਕਰਦੀ ਹੈ, ਜਦੋਂ ਉਹਦੇ ਨਾਲ ਜਿਹੜਾ ਹੈ ਆਇਲ ਦੇ ਨਾਲ ਪਸੀਨਾ ਮਿਲਦਾ ਹੈ ਤੇ ਇੱਕ ਵਾਟਰਪ੍ਰੂਫ ਲੇਅਰ ਬਣਾਉਂਦਾ ਹੈ ਜਿਹੜਾ ਫਰਦਰ ਸਾਨੂੰ ਅੱਗੇ ਜਿਹੜਾ ਹੈ ਬੈਕਟੀਰੀਆ ਫੰਗਸ ਤੋਂ ਪ੍ਰੋਟੈਕਟ ਕਰਨ 'ਚ ਹੈਲਪ ਕਰਦਾ ਹੈ। ਸੋ ਰੈਗੂਲਰ ਬੇਸਿਸ ਦੇ ਉੱਤੇ ਸਾਡੀ ਬੋਡੀ 'ਚੋਂ ਸਕਿਨ 'ਚੋਂ ਇਹ ਵੀ ਜਿਹੜਾ ਹੈ ਪਸੀਨਾ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈ ਯੂਰੀਆ, ਵਾਟਰ, ਇਹ ਸਭ ਚੀਜ਼ਾਂ ਜਿਹੜੀਆਂ ਐਕਸਕ੍ਰੀਟ ਜਦੋਂ ਹੁੰਦੀਆਂ ਹਨ ਤੇ ਸਾਡੀ ਸਕਿਨ ਹੈਲਦੀ ਰਹਿੰਦੀ ਹੈ। ਸੋ ਨੈਕਸਟ ਫੰਕਸ਼ਨ ਆਉਂਦਾ ਜੀ ਸਕਿਨ ਦਾ ਰੋਲ ਹੈ ਸਿਕ੍ਰੀਸ਼ਨ ਦੇ ਵਿੱਚ ਵੀ। ਸੋ ਸੈਬਮ ਜਿਹਨੂੰ ਕਹਿੰਦੇ ਹਨ ਆਇਲ, ਨੈਚੁਰਲ ਆਇਲ ਜਿਹੜਾ ਸਕਿਨ ਪ੍ਰੋਡਿਊਸ ਕਰਦੀ ਹੈ ਵਿਚ ਮੋਇਸਚਰਾਈਜ਼ਰਸ ਐਂਡ ਪ੍ਰੋਟੈਕਟਸ ਇਜ਼ ਸਿਕ੍ਰੀਟਡ ਬਾਈ ਦ ਸੈਬੇਸ਼ੀਅਸ ਗਲੈਂਡਸ। ਸੋ ਇਹ ਵੀ ਸਾਡਾ ਜਿਹੜਾ ਸਕਿਨ ਹੈ ਇਹ ਵੀ ਇਹਦਾ ਰੋਲ ਹੈ ਕਿ ਸਾਡੀ ਸਕਿਨ ਨੂੰ ਮੋਇਸਚਰਾਈਜ਼ ਰੱਖਣ ਦੇ ਵਿੱਚ ਹੈਲਪ ਕਰਦੀ ਹੈ। ਸੋ ਉਹਦੇ ਵਾਸਤੇ ਉਹ ਕੁਛ ਨਹੀਂ ਕਰਦੀ, ਆਪਣਾ ਸੈਬਮ ਜਿਹੜਾ ਨੈਚੁਰਲ ਆਇਲ ਜਿਹੜਾ ਜੋ ਪ੍ਰੋਡਿਊਸ ਕਰਦੀ ਹੈ ਉਹਦੇ ਨਾਲ ਹੀ ਸਾਡੀ ਸਕਿਨ ਨੂੰ ਜਿਹੜਾ ਹੈ ਉਹ ਮੋਇਸਚਰਾਈਜ਼ ਰੱਖਦੀ ਹੈ। ਡੈਫੀਨੇਟਲੀ ਜਦੋਂ ਅਸੀਂ ਬਾਰ-ਬਾਰ ਹੈਂਡਸ ਵਾਸ਼ ਕਰਨੇ ਆ ਤੇ ਆਇਲ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਸੋ ਸਾਨੂੰ ਉਸ ਨੂੰ ਦੁਬਾਰਾ ਤੋਂ ਸਕਿਨ ਨੂੰ ਨਰਿਸ਼ ਕਰਨ ਵਾਸਤੇ ਜਿਹੜਾ ਹੈ ਵਾਪਿਸ ਤੋਂ ਕਿਸੇ ਨਾ ਕਿਸੇ ਅੱਛੇ ਮੋਇਸਚਰਾਈਜ਼ਰ ਨੂੰ ਜਿਹੜਾ ਹੈ ਯੂਜ਼ ਕਰਨਾ ਚਾਹੀਦਾ ਹੈ ਸੋ ਦੈਟ ਸਾਡੀ ਸਕਿਨ ਦੀ ਇਲਾਸਟਿਸਿਟੀ ਔਰ ਹੈਲਥ ਜਿਹੜੀ ਹੈ ਉਹ ਬਣੀ ਰਹੇ। ਨੈਕਸਟ ਆਉਂਦਾ ਜੀ ਲਾਸਟ ਹੈ ਵਿਟਾਮਿਨ ਡੀ ਦਾ ਪ੍ਰੋਡਕਸ਼ਨ। So vitamin D ਦਾ production ਹੁੰਦਾ ਹੈ ਜੀ this occurs due to reaction of sunlight on the skin producing a chemical reaction. So ਜਦੋਂ ਸਾਡੇ body ਦੇ ਉੱਤੇ ਧੁੱਪ ਜਦੋਂ ਪੈਂਦੀ ਹੈ ਸੋ ਉਸ ਟਾਈਮ ਤੇ ਕੈਮੀਕਲ ਰਿਐਕਸ਼ਨ ਹੁੰਦਾ ਹੈ, ਉਸ ਟਾਈਮ ਤੇ ਸਾਡਾ body ਦੇ ਵਿੱਚ ਵਿਟਾਮਿਨ D ਜਿਹੜਾ ਹੈ ਉਹ ਪ੍ਰੋਡਿਊਸ ਹੋਣਾ ਸ਼ੁਰੂ ਹੁੰਦਾ ਹੈ ਕਿਉਂਕਿ ਜਿਸ ਤਰ੍ਹਾਂ ਸਭ ਨੇ ਅਸੀਂ ਸੁਣਿਆ ਹੀ ਹੈ ਕਿ ਹਾਂ ਧੁੱਪ ਤੋਂ ਸਾਨੂੰ ਵਿਟਾਮਿਨ D ਮਿਲਦਾ ਹੈ। ਸੋ ਵਿਟਾਮਿਨ ਡੀ ਵੀ ਬਹੁਤ ਜ਼ਰੂਰੀ ਹੈ। ਉਹ ਸਕਿਨ ਜਿਹੜਾ ਹੈ ਬਣਾਉਣ ਦੇ ਵਿੱਚ ਅੰਦਰ ਭੇਜਣ ਦੇ ਵਿੱਚ ਉਹ ਸਕਿਨ ਦਾ ਹੀ ਹੱਥ ਹੁੰਦਾ ਹੈ ਸਾਡੀ ਬੋਡੀ ਦੇ ਅੰਦਰ, ਕਿਉਂਕਿ ਸਕਿਨ ਜਿਹੜਾ ਹੈ ਕੀ ਹੁੰਦਾ ਹੈ ਕਿ ਵਿਟਾਮਿਨ ਡੀ ਇਜ਼ essential for the normal absorption of calcium and phosphorus in the digestive system which are required for healthy bones. ਸੋ ਸਕਿਨ ਜਿਹੜਾ ਉਹ ਹੈਲਪ ਕਰਦੀ ਹੈ ਵਿਟਾਮਿਨ ਡੀ ਨੂੰ ਸਾਡੇ ਬੋਡੀ ਦੇ ਅੰਦਰ ਪਹੁੰਚਾਉਣ ਦੇ ਵਿੱਚ, ਜਿਹੜਾ ਕਿ ਅਲਟੀਮੇਟਲੀ ਜਿਹੜਾ ਹੈ ਕੈਲਸ਼ੀਅਮ ਔਰ ਫਾਸਫੋਰਸ ਜਿਹੜਾ ਹੁੰਦਾ ਹੈ ਡਾਈਜੈਸਟਿਵ ਸਿਸਟਮ ਦੇ ਵਿੱਚ ਉਹਨੂੰ ਲੈਵਲ ਨੂੰ ਮੇਨਟੇਨ ਕਰਨ ਦੇ ਵਿੱਚ, ਸਾਨੂੰ ਉਹਨੂੰ ਐਬਜ਼ੌਰਬ ਕਰਨ ਦੇ ਵਿੱਚ, ਉਹਨੂੰ ਰਿਟੇਨ ਕਰਨ ਦੇ ਵਿੱਚ ਸਾਨੂੰ ਵਿਟਾਮਿਨ ਡੀ ਦੀ ਜ਼ਰੂਰਤ ਹੁੰਦੀ ਹੈ। ਸੋ ਕੈਲਸ਼ੀਅਮ ਔਰ ਫਾਸਫੋਰਸ ਜਿਹੜਾ ਹੈ ਅਗਰ ਸਾਡੀ ਬੋਡੀ ਦੇ ਵਿੱਚ ਹੈ ਬਟ ਸਾਈਮਲਟੇਨੀਅਸਲੀ ਵਿਟਾਮਿਨ ਡੀ ਨਹੀਂ ਹੈ ਤੇ ਸਾਡਾ ਬੋਡੀ ਸਿਸਟਮ ਜਿਹੜਾ ਉਹਨੂੰ ਡਾਈਜੈਸਟ ਨਹੀਂ ਕਰ ਸਕਦਾ ਕੈਲਸ਼ੀਅਮ ਨੂੰ ਔਰ ਫਾਸਫੋਰਸ ਨੂੰ। ਸੋ ਵਿਟਾਮਿਨ ਡੀ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ, ਕੈਲਸ਼ੀਅਮ ਔਰ ਫਾਸਫੋਰਸ ਨੂੰ ਆਪਣੇ ਡਾਈਜੈਸਟਿਵ ਸਿਸਟਮ 'ਚ ਪ੍ਰੋਪਰਲੀ ਡਾਈਜੈਸਟ ਕਰਨ ਦੇ ਵਿੱਚ। ਸੋ ਅਲਟੀਮੇਟਲੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਕੈਲਸ਼ੀਅਮ ਔਰ ਫਾਸਫੋਰਸ ਜਿਹਨੂੰ ਕਹਿੰਦੇ ਆ, ਐਂਡ ਫਾਈਨਲੀ ਵਿਟਾਮਿਨ ਡੀ ਵੀ ਜਿਹੜਾ ਹੁੰਦਾ ਹੈ ਸਾਡੀ ਬੋਨਸ ਵਾਸਤੇ ਜਿਹੜਾ ਹੈ ਬਹੁਤ ਜ਼ਰੂਰੀ ਹੁੰਦਾ ਹੈ। ਸੋ ਇਹ ਸੀ ਜੀ ਸਾਡਾ ਅੱਜ ਦਾ ਲੈਕਚਰ ਜਿਹਦੇ ਵਿੱਚ ਮੈਂ ਫੰਕਸ਼ਨਸ ਕਵਰ ਕੀਤੇ ਹਨ, 2 ਟਾਈਪਸ ਆਫ ਸਕਿਨ ਕਵਰ ਕੀਤੀਆਂ ਹਨ। ਸੋ ਇਹਨਾਂ ਬਾਰੇ ਤੁਸੀਂ ਕੁਝ ਪੁੱਛਣਾ ਚਾਹੋ ਤੇ ਪੁੱਛ ਸਕਦੇ ਹੋ। तो ऐसी हाँ जी, आवाज आ रही है जी मेरी? हाँ जी मैम आ रही है मैम जी। हाँ जी
मैं उससे पता लूंगा, उसके घर जाकर मैं भी ऐसा ही नाटक करूंगा। मैम हेलो मैम बहुत अच्छा हाँ लेक्चर जी सीखा है मैम, बहुत हेल्प हुई है सानू स्किन दे लेक्चर विच। थैंक यू जी मैम हाँ जी मैम। थैंक यू सो मच थैंक यू जी मैम हाँ जी मैम एक्चुअली मैंने ना ਉਹਦਾ ਪੁੱਛਣਾ ਸੀ ਆਇਲੀ ਸਕਿਨ ਤੇ ਪਿੰਪਲ ਹੋਏ ਆ ਜਿਵੇਂ ਉਹ ਨਾ ਲੇਟਰ ਔਨ ਜਿਹੜੇ ਸੈਸ਼ਨ ਸਾਡੇ ਆਉਣ ਵਾਲੇ ਆ ਨਾ ਉਹਨਾਂ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤੁਸੀਂ ਅੱਜ ਦੇ ਸੈਸ਼ਨ ਦੇ ਰਿਗਾਰਡਿੰਗ ਅਗਰ ਜੋ ਪੁੱਛਣਾ ਹੈ ਅਸੀਂ ਉਹਨੂੰ ਕਵਰ ਕਰ ਲੈਂਦੇ ਹਾਂ ਅੱਜ। ਸੋ ਕਮਿੰਗ ਜਿਹੜੇ Okay, ma'am. 5-6 ਮਿੰਟ ਲੈਕਚਰ ਹੋਣਗੇ ਉਹਦੇ ਵਿੱਚ ਸਕਿਨ ਟਾਈਪਸ ਔਰ ਉਹਨਾਂ ਦੀਆਂ ਪ੍ਰੋਬਲਮਸ ਉੱਤੇ ਮੈਂ ਡਿਟੇਲ ਦੇ ਵਿੱਚ ਡਿਸਕਸ ਵੀ ਕਰਾਂਗੀ, ਤੁਹਾਨੂੰ ਐਕਸਪਲੇਨ ਵੀ ਕਰਾਂਗੀ। ਔਰ ਉਸ ਟਾਈਮ ਤੇ ਜਿਹੜੇ ਜਿਹੜੇ ਕੁਐਸਚਨਸ ਹੋਣਗੇ ਤੁਸੀਂ ਨੋਟ ਡਾਊਨ ਕਰ ਸਕਦੇ ਹੋ ਔਰ ਉਹਨਾਂ ਨੂੰ ਓਕੇ ਤੁਸੀਂ ਉਸ ਮੈਮ ਟਾਈਮ ਤੇ ਇੱਕ ਪੁੱਛ ਸਕਦੇ ਹੋ। ਫੰਗਲ ਇਨਫੈਕਸ਼ਨ ਦਾ ਜੀ ਜਿਵੇਂ ਤੁਸੀਂ ਹਾਂਜੀ ਦੱਸਿਆ ਜੀ ਹਾਂਜੀ ਹਾਂਜੀ ਉਹਦੇ ਰਿਗਾਰਡਿੰਗ ਪੁੱਛਣਾ ਸੀ ਜੀ ਸੋ ਫੰਗਲ ਇਨਫੈਕਸ਼ਨ ਬੇਟਾ ਜਿਸ ਤਰ੍ਹਾਂ ਅੱਜ ਕੱਲ੍ਹ ਸਕਿਨ ਦੇ ਉੱਤੇ ਹੁੰਦਾ ਹੈ ਕਿ ਐਲਰਜੀ ਹੋ ਜਾਂਦੀ ਹੈ, ਪਾਣੀ ਵਾਲੀ ਐਲਰਜੀ ਵੀ ਜਿਸ ਤਰ੍ਹਾਂ ਹੋ ਜਾਂਦੀ ਹੈ, ਪਾਣੀ ਸਿੱਬਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਦੇ ਉੱਤੋਂ। ਸੋ ਉਹ ਤਰ੍ਹਾਂ ਉਹ ਜਿਸ ਤਰ੍ਹਾਂ ਦੀਆਂ ਉਹ ਐਲਰਜੀਜ਼ ਹੁੰਦੀਆਂ ਨਾ ਉਹਨਾਂ ਨੂੰ ਫੰਗਲ ਬੈਕਟੀਰੀਅਲ ਇਨਫੈਕਸ਼ਨਸ ਕਿਹਾ ਜਾਂਦਾ ਹੈ। ਸੋ ਪ੍ਰੋਪਰ ਜਿਹੜਾ ਮੈਡੀਕੇਸ਼ਨ ਦੀ ਜ਼ਰੂਰਤ ਹੁੰਦੀ ਹੈ, ਸਕਿਨ ਦੀ ਪ੍ਰੋਪਰ ਹਾਈਜੀਨ ਦੀ ਜ਼ਰੂਰਤ ਹੁੰਦੀ ਹੈ ਉਸ ਕੇਸ ਦੇ ਵਿੱਚ। ਸੋ ਸਮਟਾਈਮਸ ਹੁੰਦਾ ਹੈ ਕਿ ਅਸੀਂ ਜਿਹੜਾ ਡਰਟ ਦੇ ਵਿੱਚ ਮਿੱਟੀ 'ਚ ਕੱਟੇ 'ਚ ਕੰਮ ਕਰਨੇ ਆ ਬਟ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਹੈ ਸਕਿਨ ਨੂੰ ਬੋਡੀ ਨੂੰ ਵਾਸ਼ ਨਹੀਂ ਕਰਦੇ। ਸੋ ਉਸ ਕੇਸ ਦੇ ਵਿੱਚ ਜਾਂ ਈਵਨ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਹੈ ਕਿ ਬਹੁਤ ਜ਼ਿਆਦਾ ਅਸੀਂ ਧੁੱਪ 'ਚ ਰਹਿੰਦੇ ਹਾਂ। ਸੋ ਉਸ ਕੇਸ ਦੇ ਵਿੱਚ ਵੀ ਸਾਨੂੰ ਜਿਹੜਾ ਹੈ ਜਿੰਨਾ ਅਸੀਂ ਖੁੱਲੇ ਦੇ ਵਿੱਚ ਐਕਸਪੋਜ਼ ਕਰਨੇ ਆ ਸਕਿਨ ਨੂੰ ਸਾਡਾ ਓਨਾ ਹੀ ਜਿਹੜੀਆਂ ਪ੍ਰੋਬਲਮਸ ਫੰਗਸ ਔਰ ਬੈਕਟੀਰੀਆ ਦੇ ਜਿਹੜੀਆਂ ਸਕਿਨ ਦੇ ਉੱਤੇ ਹੈ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਗਰੋ ਕਰਨੀਆਂ। ਫਰਦਰ ਪਹਿਲੇ ਸਟਾਰਟਿੰਗ ਉਹ ਲੇਅਰ ਜਿਹੜੀ ਹੈ ਉੱਪਰ ਵਾਲੀ ਜਿਹੜੀ ਸਕਿਨ ਸਾਨੂੰ ਨਜ਼ਰ ਆਉਂਦੀ ਹੈ ਕਿ ਫੰਗਸ ਹੋਈ ਇਹਦੇ ਤੇ ਬੈਕਟੀਰੀਆ ਨੇ ਇਨਫੈਕਟ ਕੀਤਾ ਹੈ। ਲੇਟਰ ਔਨ ਜਿਹੜਾ ਹੈ ਇੰਟਰਨਲੀ ਜਿਹੜਾ ਹੈ ਉਹ ਸਾਰਾ ਅੰਦਰ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹੀ ਹੈ ਕਿ ਹਾਂ ਆਉਣ ਵਾਲੇ ਟਾਈਮ 'ਚ ਵੀ ਤੁਸੀਂ ਆਪਣਾ ਸਕਿਨ ਦੇ ਰੱਖ ਰਖਾਵ ਦੇ ਉੱਤੇ ਧਿਆਨ ਦਿਓ। ਤੁਸੀਂ ਜਦੋਂ ਵੀ ਨਹਾਉਣ ਜਾਂਦੇ ਹੋ ਤੁਸੀਂ ਉਸ ਟਾਈਮ ਤੇ ਵੀ ਜਿਹੜਾ ਹੈ ਡਿਟੋਲ ਜਾਂ ਸੈਵਲੋਨ ਜਿਹੜਾ ਡਿਸਇਨਫੈਕਟੈਂਟ ਜਿਹੜੇ ਕਲੀਨਰਸ ਆਉਂਦੇ ਆ ਸੋ ਉਹਨਾਂ ਦਾ ਇੱਕ ਢੱਕਣ ਪਾਣੀ 'ਚ ਪਾ ਕੇ ਉਹਦੇ ਨਾਲ ਸਕਿਨ ਜਿਹੜੀ ਹੈ ਨਹਾ ਸਕਦੇ ਹੋ ਸੋ ਦੈਟ ਤੁਹਾਡਾ ਸਕਿਨ ਜਿਹੜਾ ਹੈਲਦੀ ਰਵੇ ਔਰ ਉਹਦੇ ਤੇ ਫੰਗਸ ਬੈਕਟੀਰੀਆ ਜਿਹੜੇ ਆ ਕੋਈ ਇਫੈਕਟ ਨਾ ਕਰਨ। ਥੈਂਕ ਯੂ ਮੈਮ। ਮੈਮ ਅਗਰ ਨੇਲਸ ਦੇ ਵਿੱਚ ਹੋ ਜਾਂਦੀ ਹੈ ਜਿਹੜੀ ਫੰਗਲ ਇਨਫੈਕਸ਼ਨ ਉਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਮੈਮ? ਉਹਦੇ ਵਾਸਤੇ ਡਾਕਟਰ ਜਿਹੜਾ ਡਰਮੇਟੋਲੋਜਿਸਟ ਹੈ ਜੀ ਡਰਮੇਟੋਲੋਜਿਸਟ ਨੂੰ ਇੱਕ ਵਾਰੀ ਕੰਸਲਟ ਕਰਨਾ ਚਾਹੀਦਾ ਹੈ। ਉਹ ਮੈਡੀਸਿਨਸ ਦਿੰਦੇ ਹਨ ਔਰ ਸਮਟਾਈਮਸ ਅਗਰ ਆਪਰੇਟ ਕਰਨ ਦੀ ਜ਼ਰੂਰਤ ਹੁੰਦੀ ਹੈ, ਅਗਰ ਉਹ ਮੈਡੀਸਿਨਸ ਨਾਲ ਨਹੀਂ ਠੀਕ ਹੁੰਦਾ ਤੇ ਫਿਰ ਡਾਕਟਰ ਜਿਹੜੇ ਉਹਨੂੰ ਆਪਰੇਟ ਕਰਦੇ ਉੱਪਰੋਂ ਦੀ ਰਿਮੂਵ ਕਰਕੇ ਫਿਰ ਉਹਨੂੰ ਜਿਹੜਾ ਹੈ ਉਹ ਥੋੜਾ ਟਾਈਮ ਦਿੰਦੇ ਆ ਉਹਨੂੰ ਹੀਲ ਕਰਨ ਵਾਸਤੇ ਕਿ ਪ੍ਰੋਪਰ ਮੈਡੀਸਿਨ ਅੰਦਰ ਲੱਗ ਸਕੇ, ਉਹਦਾ ਅਸਰ ਹੋ ਸਕੇ। ਸੋ ਉਸ ਚੀਜ਼ ਨੂੰ ਸਾਨੂੰ ਖੁਦ ਜਿਹੜਾ ਉਹ ਰੈਕਟੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸੋ ਉਹਨੂੰ ਹਮੇਸ਼ਾ ਇੱਕ ਅੱਛੇ ਡਾਕਟਰ ਨੂੰ ਕੰਸਲਟ ਕਰਕੇ ਫਿਰ ਹੀ ਉਹਦਾ ਟ੍ਰੀਟਮੈਂਟ ਸ਼ੁਰੂ ਕਰਨਾ ਚਾਹੀਦਾ ਹੈ। ਮੈਮ ਇਹਦੇ ਵਿੱਚ ਆਪਾਂ ਘਰ ਵਿੱਚ ਕੋਈ ਕਹਿੰਦੇ ਘਰੇਲੂ ਉਪਚਾਰ ਨਹੀਂ ਕਰ ਸਕਦੇ? ਨਹੀਂ ਬੇਟਾ ਘਰੇਲੂ ਉਪਚਾਰ ਨਹੀਂ। ਉੱਪਰ ਵਾਲਾ ਕੋਈ ਜ਼ਖਮ ਹੋਵੇ ਨਾ ਤੇ ਫਿਰ ਅਸੀਂ ਸੋਚ ਸਕਦੇ ਹਾਂ ਕਿ ਹਾਂ ਕੋਈ ਮੈਡੀਸਿਨ ਕੋਈ ਲਗਾ ਲੈਂਦੇ ਹਾਂ ਅਸੀਂ, ਪਰ ਅੰਦਰ ਜੇ ਹੋ ਗਈ ਹੈ ਇਨਫੈਕਸ਼ਨ ਅੰਦਰ ਤੱਕ ਫੈਲ ਗਈ ਹੋਈ ਹੈ ਤੇ ਉਹ ਫਿਰ ਇੱਕ ਵਾਰੀ ਡਾਕਟਰ ਹੀ ਦੇਖੇਗਾ ਕਿ ਕਿੱਥੋਂ ਤੱਕ ਫੈਲੀ ਹੋਈ ਹੈ ਇਨਫੈਕਸ਼ਨ। ਉਹਨੂੰ ਆਪਰੇਸ਼ਨ ਦੀ ਜ਼ਰੂਰਤ ਤੇ ਨਹੀਂ, ਉਹਨੂੰ ਜਾਂ ਉਸ ਤਰ੍ਹਾਂ ਹੀਲ ਹੋ ਸਕਦਾ ਹੈ ਜਾਂ ਉਸ ਤਰ੍ਹਾਂ ਦਵਾਈ ਨਾਲ, ਕਿਉਂਕਿ ਕੀ ਹੁੰਦਾ ਕਿ ਜ਼ਖਮ ਸੁਖਾਉਣ ਵਾਲੀਆਂ ਦਵਾਈਆਂ ਵੀ ਹੁੰਦੀਆਂ ਸੋ ਜ਼ਖਮ ਸੁਖਾਉਣ ਵਾਲੀਆਂ ਦਵਾਈਆਂ ਵੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਖਾ ਸਕਦੇ ਕਿਉਂਕਿ ਕਿਸੇ ਨੂੰ ਕੋਈ ਸਾਲਟ ਸੂਟ ਕਰਦਾ ਹੈ, ਕਿਸੇ ਨੂੰ ਕੋਈ ਸਾਲਟ ਸੂਟ ਨਹੀਂ ਕਰਦਾ ਮੈਡੀਸਿਨ ਦਾ। ਤੇ ਉਹ ਜਿਹੜਾ ਡਾਕਟਰ ਜਿਹੜਾ ਤੁਹਾਡੀ ਹਿਸਟਰੀ ਜਾਣ ਕੇ ਤੁਹਾਨੂੰ ਮੈਡੀਸਿਨ ਰਿਕਮੈਂਡ ਕਰਦਾ ਹੈ ਲਗਾਉਣ ਵਾਲੀ ਵੀ ਔਰ ਖਾਣ ਵਾਲੀ ਵੀ, ਔਰ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਉਹਨੂੰ ਪ੍ਰੋਪਰ ਟਰੀਟ ਕਰ ਸਕਦੇ ਹੋ। ਥੈਂਕ ਯੂ ਮੈਮ। ਹਾਂਜੀ ਵੈਲਕਮ। ਹੈਲੋ ਮੈਮ, ਮੈਮ ਮੇਰੇ ਨਾ ਰੇਨ ਹਾਂਜੀ ਸੀਜ਼ਨ ਦੇ ਵਿੱਚ ਮੇਰੇ ਆਹ ਆਪਣੀ ਫੇਸ ਦੇ ਉੱਤੇ ਨਾ ਹਾਰਡ ਹੋ ਕੇ ਬਾਅਦ ਚ ਫਟ ਜਾਂਦੀ ਹੈ ਸਾਰੀ ਸਕਿਨ ਮੇਰੀ। ਸੌਰੀ ਮੈਨੂੰ ਨਾ ਤੁਹਾਡੀ ਆਵਾਜ਼ ਨਹੀਂ ਆਈ ਮੈਮ, ਕਲੀਅਰ ਨਹੀਂ ਹੋਈ, ਕੀ ਕਿਹਾ ਤੁਸੀਂ? ਓਕੇ ਮੈਮ। ਹੈਲੋ ਹੈਲੋ ਮੇਰੀ ਆਵਾਜ਼ ਆ ਰਹੀ ਹੈ ਜੀ ਉੱਥੋਂ ਤੱਕ? ਮੈਮ ਆ ਰਹੀ ਹੈ ਜੀ। ਅੱਛਾ ਜੀ, ਕਿਸੇ ਨੇ ਕੁਝ ਸਵਾਲ ਉਹਨੇ ਪੁੱਛਿਆ ਸੀ ਮੈਨੂੰ ਕਲੀਅਰ ਨਹੀਂ ਹੋਇਆ ਜੀ, ਸੁਣਿਆ ਨਹੀਂ। ਮੈਮ ਅਗਰ ਮਤਲਬ ਨੇਲ ਦੇ ਵਿੱਚ ਪੀਕ ਭਰ ਜਾਵੇ ਤੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਹੈ? ਬੇਟਾ ਉਹੀ ਹੈ ਕਿ ਹਾਂ ਉਹਦੇ ਵਾਸਤੇ ਵੀ ਤੁਹਾਨੂੰ ਡਾਕਟਰ ਨੂੰ ਇੱਕ ਵਾਰੀ ਕੰਸਲਟ ਕਰਨਾ ਪਏਗਾ ਕਿ ਕਿਹੜੀ ਮੈਡੀਸਿਨ ਤੁਹਾਨੂੰ ਸੂਟ ਕਰੇਗੀ ਕਿਉਂਕਿ ਸਮਟਾਈਮਸ ਕੀ ਹੁੰਦਾ ਹੈ ਕਿ ਡਾਇਬਟੀਜ਼ ਪੇਸ਼ੈਂਟਸ ਹੁੰਦੇ ਹਨ, ਥਾਇਰਾਇਡ ਪੇਸ਼ੈਂਟ, ਜਿਸ ਤਰ੍ਹਾਂ ਮੈਂ ਆਪਣੇ ਨੇਲਸ ਦੇ ਲੈਕਚਰ 'ਚ ਵੀ ਕਲੀਅਰ ਕੀਤਾ ਸੋ ਹਰ ਇੱਕ ਮੈਡੀਸਿਨ ਜਿਹੜੀ ਉਹਨਾਂ ਨੂੰ ਸੂਟ ਨਹੀਂ ਕਰਦੀ ਹੈ। ਉਹ ਇੱਕ ਵਾਰੀ ਡਾਕਟਰ ਜਿਹੜਾ ਦੇਖ ਕੇ ਮੈਡੀਕਲ ਹਿਸਟਰੀ ਤੁਹਾਡੀ ਦੇਖ ਕੇ ਫਿਰ ਮੈਡੀਸਿਨ ਰਿਕਮੈਂਡ ਕਰੇਗਾ
ਸੋ ਐਂਟੀਬਾਇਓਟਿਕਸ ਹੁੰਦੇ ਆ, ਐਂਟੀਬਾਇਓਟਿਕ ਦਾ ਵੀ ਅਲੱਗ-ਅਲੱਗ ਸਾਲਟ ਹੁੰਦਾ ਹੈ ਜਿਹੜਾ ਤੁਹਾਨੂੰ ਸਾਰੇ ਸੂਟ ਨਹੀਂ ਕਰ ਸਕਦੇ। ਸੋ ਐਂਟੀਬਾਇਓਟਿਕਸ, ਐਂਟੀ ਫੰਗਲ ਜਿਹੜੇ ਹੁੰਦੇ ਹਨ ਮੈਡੀਸਿਨਸ ਲਗਾਉਣ ਵਾਸਤੇ ਦਿੰਦੇ ਹਨ। तो एक बारी ते डॉक्टर ਨੂੰ ਪੁੱਛਣਾ ਹੀ ਪਏਗਾ ਕਿ ਹਾਂਜੀ ਕਿ ਕਿਉਂ ਮਤਲਬ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ, ਕਿਉਂਕਿ ਅਸੀਂ ਅਲਟੀਮੇਟਲੀ ਇਹੀ ਕਹਿੰਦੇ ਆ ਕਿ ਅਸੀਂ ਜਿਹੜੇ ਆ ਡਾਕਟਰ ਨਹੀਂ ਹੈਗੇ। ਅਸੀਂ ਹਾਂ ਠੀਕ ਹੈ, ਅਸੀਂ ਸਕਿਨ ਦੇ ਉੱਤੇ, ਨੇਲਸ ਦੇ ਉੱਤੇ, ਹਰ ਪਾਰਟ ਦੇ ਉੱਤੇ, ਹੇਅਰ ਦੇ ਉੱਤੇ ਨੌਲੇਜ ਲੈਂਦੇ ਆ, ਬਟ ਜੋ ਇੰਟਰਨਲ ਮੈਡੀਕੇਸ਼ਨ ਨੇ ਅਸਰ ਕਰਨਾ ਹੁੰਦਾ ਉਹ ਇੰਟਰਨਲ ਮੈਡੀਸਿਨਸ ਹੀ ਜਿਹੜੀਆਂ ਉਹ ਹੈਲਪਫੁਲ ਹੁੰਦੀਆਂ ਹਨ ਕਈ ਕੇਸਿਸ 'ਚ। ਹੈਲੋ ਹਾਂਜੀ ਮੈਮ ਮੇਰੇ ਨਾ ਰੇਨ ਸੀਜ਼ਨ ਦੇ ਵਿੱਚ ਆ ਕੇ ਫੇਸ ਦੇ ਨੀਚੇ ਆਪਣੇ ਚਿੰਨ ਦੇ ਉੱਤੇ ਤੇ ਨੋਜ਼ ਦੇ ਨੀਚੇ ਦੇ ਕੋਲੇ ਡੈਮੇਜ ਹੋ ਜਾਂਦੀ ਹੈ ਸਕਿਨ ਹਾਰਡ ਹੋ ਕੇ ਰੇਨ ਸੀਜ਼ਨ ਚ ਆ ਕੇ। ਅੱਛਾ ਜੀ, ਸੋ ਉਸ ਵਾਸਤੇ ਵੀ ਤੁਸੀਂ ਇਹੀ ਕਰ ਸਕਦੇ ਹੋ ਜੀ ਕਿ ਅੱਛਾ ਮੋਇਸਚਰਾਈਜ਼ਰ ਜਿਹੜਾ ਤੁਹਾਨੂੰ ਸੂਟ ਕਰਦਾ ਹੈ ਉਹ ਮੋਇਸਚਰਾਈਜ਼ਰ ਯੂਜ਼ ਕਰ ਸਕਦੇ ਹੋ, ਜਾਂ ਜਨਰਲ ਰੂਟੀਨ ਦੇ ਵਿੱਚ ਜਿਹੜਾ ਹੈ ਕੈਲਾਮਾਈਨ ਲੋਸ਼ਨ, ਜਿਸ ਤਰ੍ਹਾਂ ਤੁਸੀਂ ਸੁਣਦੇ ਹੋ ਕੈਲਾਮਾਈਨ ਲੋਸ਼ਨ ਆਉਂਦਾ ਵਾ, ਉਹ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ। 2 ਤਰ੍ਹਾਂ ਦਾ ਆਉਂਦਾ ਹੈ, ਤੁਸੀਂ ਆਪਣੀ ਸਕਿਨ ਟਾਈਪ ਦੇ ਅਕੋਰਡਿੰਗਲੀ ਜਿਹੜੀ ਤੁਹਾਡੀ ਸਕਿਨ ਹੈ ਉਹਨੂੰ ਜੱਜ ਕਰਕੇ ਜਿਹੜਾ ਹੈ ਉਹ ਕੈਲਾਮਾਈਨ ਲੋਸ਼ਨ ਤੁਸੀਂ ਜਿਹੜਾ ਹੈ ਉਹ ਬਾਏ ਕਰ ਸਕਦੇ ਹੋ। ਸੋ ਜਿਸ ਤਰ੍ਹਾਂ ਲੈਕਟੋ ਕੈਲਾਮਾਈਨ ਇੱਕ ਪ੍ਰੋਡਕਟ ਦਾ ਨਾਮ ਹੈ, ਸੋ ਉਹ ਜਿਹੜਾ ਹੈ ਉਹ ਐਂਟੀ ਰੈਸ਼ ਵੀ ਹੁੰਦਾ ਹੈ, ਐਂਟੀ ਅਲਰਜਿਕ ਵੀ ਹੁੰਦਾ ਹੈ। ਸੋ ਹਲਕੇ ਫੁਲਕੇ ਜਿਹੜੇ ਰੈਸ਼ਿਸ ਸੀਜ਼ਨਲ ਜਿਹੜੇ ਹੁੰਦੇ ਆ ਉਹਨਾਂ ਨੂੰ ਰਿਕਵਰ ਰਿਪੇਅਰ ਕਰਨ 'ਚ ਤੁਹਾਡੀ ਹੈਲਪ ਕਰਦਾ ਹੈ। ਕਦੇ ਮੇਰੀ ਸਕਿਨ ਆਇਲੀ ਹੋ ਜਾਂਦੀ ਹੈ, ਕਦੇ ਡਰਾਈ ਹੋ ਜਾਂਦੀ ਹੈ। ਇਹਦੇ ਵਿੱਚ ਹੁਣ ਉਹ 2 ਤਰ੍ਹਾਂ ਦੇ ਆਉਂਦੇ, ਇੱਕ ਸੈਂਸਿਟਿਵ ਸਕਿਨ। ਤੁਸੀਂ ਕੰਬੀਨੇਸ਼ਨ ਸਕਿਨ ਵਾਲਾ ਲੈ ਸਕਦੇ ਹੋ ਮੈਮ। ਕੰਬੀਨੇਸ਼ਨ ਸਕਿਨ ਦੇ ਵਿੱਚ ਦੋਨੋਂ ਤਰ੍ਹਾਂ ਦੇ ਸਕਿਨ ਜਿਹੜੇ ਉਹ ਕਵਰ ਕਰ ਲੈਂਦੇ ਹੈ। ਓਕੇ, ਥੈਂਕ ਯੂ ਮੈਮ, ਹਾਂਜੀ ਨਾਈਸ ਲੈਕਚਰ ਥੈਂਕ ਯੂ ਮੈਮ। ਜੀ, ਥੈਂਕ ਯੂ ਜੀ। ਹੈਲੋ ਹਾਂਜੀ ਮੈਮ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ ਜੀ। ਮੈਮ ਆਇਲੀ ਸਕਿਨ ਲਈ ਜੀ ਕਿਹੜਾ ਫੇਸ ਵਾਸ਼ ਯੂਜ਼ ਕਰਨਾ ਚਾਹੀਦਾ ਹੈ ਜਾਂ ਸਾਬਣ? ਇਹ ਤੇ ਡਿਪੈਂਡ ਕਰਦਾ ਹੈ ਸਕਿਨ ਦੇ ਉੱਤੇ ਕਿ ਹਾਂ ਮਾਰਕੀਟ 'ਚ ਤੇ ਬਹੁਤ ਸਾਰੇ ਆਉਂਦੇ ਆ, ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗਲੀ ਕੋਈ ਵੀ ਯੂਜ਼ ਕਰ ਸਕਦੇ ਹੋ। ਮਾਰਕੀਟ 'ਚ ਮੈਂਸ਼ਨ ਕੀਤਾ ਹੁੰਦਾ ਉਹਨਾਂ ਨੇ ਆਇਲੀ ਸਕਿਨ ਵਾਸਤੇ ਕਿ ਹਾਂ ਇਹ ਪਾਰਟਿਕੂਲਰਲੀ ਆਇਲੀ ਸਕਿਨ ਵਾਸਤੇ ਹੈ। ਸੋ ਤੁਸੀਂ ਆਪਣਾ ਜਿਹੜਾ ਪ੍ਰੈਫਰੈਂਸ ਦੇ ਅਕੋਰਡਿੰਗਲੀ, ਕਿਉਂਕਿ ਕਈਆਂ ਨੂੰ ਫ੍ਰੈਗਰੈਂਸ ਜਿਹੜੀ ਹੈ ਉਹ ਠੀਕ ਚਾਹੀਦੀ ਹੁੰਦੀ ਹੈ, ਕਈਆਂ ਨੂੰ ਕਲਰ ਚਾਹੀਦਾ ਹੁੰਦਾ ਹੈ, ਕਈਆਂ ਨੂੰ ਸਮਟਾਈਮਸ ਬਜਟ ਵੀ ਹੁੰਦਾ ਹੈ, ਤੇ ਉਹ ਤੁਸੀਂ ਮਾਰਕੀਟ ਦੇ ਵਿੱਚ ਦੇਖ ਕੇ ਇੱਕ ਵਾਰੀ, ਜਾਂ ਆਨਲਾਈਨ ਵੀ ਅੱਜ ਕੱਲ੍ਹ ਤੁਸੀਂ ਘਰ ਬੈਠੇ ਵੀ ਸਰਚ ਕਰ ਸਕਦੇ ਹੋ ਕਿ ਮਾਰਕੀਟ 'ਚ ਕਿਹੜੇ-ਕਿਹੜੇ ਪ੍ਰੋਡਕਟਸ ਆਉਂਦੇ ਹੈ। ਸੋ ਉਹਦਾ ਇੱਕ ਵਾਰੀ ਤੁਸੀਂ ਐਨਾਲਾਈਜ਼ ਕਰਕੇ ਤੁਸੀਂ ਫਿਰ ਉਹਨਾਂ 'ਚੋਂ ਜਿਹੜਾ ਬੈਸਟ ਤੁਹਾਨੂੰ ਲੱਗਦਾ ਹੈ ਉਹ ਤੁਸੀਂ ਖਰੀਦ ਸਕਦੇ ਹੋ। ਸੋ ਬਟ ਖਰੀਦਣਾ ਕਿਸੇ ਅੱਛੀ ਕੰਪਨੀ ਦਾ ਹੀ ਚਾਹੀਦਾ ਹੈ, ਬ੍ਰਾਂਡਡ ਹੀ ਕੋਈ ਹੋਣਾ ਚਾਹੀਦਾ ਹੈ ਕੋਈ ਵੀ ਤੁਸੀਂ ਜਿਹੜਾ ਵੀ ਖਰੀਦਦੇ ਹੋ। ਸੋ ਲੋਕਲ ਕੋਈ ਵੀ ਚੀਜ਼ ਖਰੀਦਣ ਤੋਂ ਅਵੋਇਡ ਕਰਨਾ ਚਾਹੀਦਾ ਹੈ, ਕਿਉਂਕਿ ਸਕਿਨ ਸਾਡੀ ਅਲਟੀਮੇਟਲੀ ਫੇਸ ਹੈ। ਹਾਂਜੀ ਗੁੱਡ ਆਫਟਰਨੂਨ ਹੈਲੋ ਮੈਮ। ਹਾਂਜੀ ਗੁੱਡ ਆਫਟਰਨੂਨ ਜੀ। ਮੈਮ ਮੈਂ ਪੁੱਛਣਾ ਸੀ ਕਿ ਜਦੋਂ ਪਿੰਪਲਸ ਦੇ ਨਾ ਖਤਮ ਹੋਣ ਤੋਂ ਬਾਅਦ ਮਾਰਕਸ ਰਹਿ ਜਾਂਦੇ ਆ, ਬਲੈਕ ਹੋ ਜਾਂਦਾ ਆ, ਤੇ ਉਹਦੇ ਹਾਂਜੀ ਲਈ ਟ੍ਰੀਟਮੈਂਟ ਹੀ ਕਰਵਾਉਣਾ ਪਊਗਾ ਜਾਂ ਕੋਈ ਮਤਲਬ ਮੈਡੀਕੇਟਡ ਵੀ ਠੀਕ ਹੋ ਸਕਦਾ ਹੈ ਜਾਂ ਕੋਈ ਮੈਡੀਕੇਟਡ ਹੋਮ ਵੀ ਰੈਮੇਡੀ? ਠੀਕ ਹੋ ਸਕਦਾ ਹੈ ਜੀ, ਕਿਸੇ ਅੱਛੇ ਡਾਕਟਰ ਨੂੰ ਜਿਹੜਾ ਹੈ ਤੁਸੀਂ ਡਰਮਾਟੋਲੋਜਿਸਟ ਨੂੰ ਉਹਨੂੰ ਵੀ ਕੰਸਲਟ ਕਰ ਸਕਦੇ ਹੋ। ਅਗਰ ਤਾਂ ਛੋਟੇ ਮੋਟੇ ਹੈ ਸੀਜ਼ਨਲ ਹੁੰਦੇ ਹੈ, ਸਮਟਾਈਮ ਸੀਜ਼ਨਲ ਹੁੰਦੇ ਹੈ ਕਿ ਹਾਂ ਹੋ ਜਾਂਦੇ ਹੈ, ਤੇ ਉਹ ਤੇ ਆਪਣੇ ਆਪ ਰਿਕਵਰ ਕਰ ਜਾਂਦੇ, ਉਹਨਾਂ ਨੂੰ ਛੇੜਨਾ ਨਹੀਂ ਚਾਹੀਦਾ ਬਸ ਉਸ ਟਾਈਮ ਤੇ ਆਪਣੇ ਆਪ ਨੂੰ ਡਰਾਈ ਹੋਣ ਦੇਣਾ ਚਾਹੀਦਾ ਉਹਨਾਂ ਨੂੰ। ਬਟ ਅਗਰ ਜ਼ਿਆਦਾ ਹੈ ਪ੍ਰੋਬਲਮ ਸੀਜ਼ਨਲ ਨਹੀਂ ਹੈ ਤੁਹਾਡੇ, ਰੋਜ਼ ਮਤਲਬ ਹਰ ਦੂਸਰੇ ਦਿਨ ਨਿਕਲਦੇ ਹੈ, ਉਸ ਟਾਈਮ ਤੇ ਤੁਹਾਨੂੰ ਇੱਕ ਵਾਰੀ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈ। गुड आफ्टरनून मैम। ਹਾਂਜੀ ਗੁੱਡ ਆਫਟਰਨੂਨ ਜੀ। ਹਾਂਜੀ मैम मैं विभा बोल रही हूँ ਹਾਂਜੀ गवर्नमेंट ਵਿਭਾ, वुमन डेलीगेट ਤੋਂ। ਹਾਂਜੀ ਬਹੁਤ ਵਿਭਾ ਵਧੀਆ ਤੁਹਾਡਾ ਅੱਜ ਇੰਟਰਸਟਿੰਗ ਲੈਕਚਰ ਸੀ। ਮੈਂ ਥੈਂਕ ਯੂ। ਹੋਪ ਕਰਦੀ ਹਾਂ ਕਿ ਤੁਹਾਡੇ ਅਗਲੇ ਲੈਕਚਰ ਵੀ ਇਹਦੇ ਨਾਲ ਹੀ ਸਕਿਨ ਦੇ ਨਾਲ ਰਿਲੇਟਡ ਕਾਫੀ ਇੰਟਰਸਟਿੰਗ ਹੋਣਗੇ। ਸੋ ਹਾਂਜੀ ਮੈਂ ਥੈਂਕ ਯੂ ਡਿਟੇਲ ਮੈਮ, 'ਚ ਤੁਸੀਂ ਥੋੜਾ ਇਹਦਾ ਆਪਣਾ ਜਾਵਾਂਗੀ। ਹਾਂਜੀ ਥੈਂਕ ਯੂ ਮੈਮ, ਤੁਸੀਂ ਆਪਣਾ ਥੈਂਕ ਯੂ ਟਾਈਮ ਜੀ, ਕੱਢਿਆ ਸਾਡੇ ਸਟੂਡੈਂਟਸ ਵਾਸਤੇ। ਵੈਰੀ ਥੈਂਕ ਯੂ ਵੈਰੀ ਜੀ, ਥੈਂਕ ਥੈਂਕ ਯੂ ਸੋ ਮਚ ਤੁਹਾਡਾ ਸਭ ਦਾ ਮੈਮ ਵੀ ਅਗਰ ਜੁੜਨ ਲਾਸਟ, ਵਾਸਤੇ। ਹਾਂਜੀ ਹਾਂਜੀ ਮੈਮ, ਜਿੱਦਾਂ ਬਲੈਕ, ਉਹ ਜਿੱਦਾਂ ਇੱਕ ਸਟੂਡੈਂਟ ਨੇ ਕਿਹਾ ਬਲੈਕ ਮਾਰਕਸ ਰਹਿ ਜਾਂਦੇ ਆ ਮੈਮ, ਉਹਦੇ ਲਈ ਕੋਈ ਹਾਂਜੀ ਹੋਮ ਰੈਮੇਡੀ? ਹੋਮ ਰੈਮੇਡੀ ਇਹੀ ਹੈ ਜੀ ਕਿ ਹਾਂ ਤੁਹਾਡੇ ਮੰਮੀ ਵੀ ਦੱਸਦੇ ਹੋਣਗੇ, ਤੁਹਾਡੇ ਦਾਦੀ ਨਾਨੀ ਸਭ ਦੱਸਦੇ ਹੋਣਗੇ ਕਿ ਹਾਂ ਠੀਕ ਹੈ ਤੁਸੀਂ ਟਰਮਰਿਕ ਜਿਹੜਾ ਹੈ ਸਭ ਤੋਂ ਵਧੀਆ ਐਂਟੀ ਬੈਕਟੀਰੀਅਲ ਜਿਹੜਾ ਹੈ ਉਹ ਪ੍ਰੋਪਰਟੀਜ਼ ਵਾਸਤੇ ਹੁੰਦਾ ਹੈ। ਸੋ ਹਲਦੀ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜੀ, ਹਲਦੀ 'ਚ ਦਹੀਂ ਮਿਲਾ ਕੇ। ਔਰ ਹਾਂਜੀ, ਵੈਸੇ ਮੈਂ ਹਾਂਜੀ ਫੇਸ ਵਾਸ਼ ਹੀ ਨਾ ਹਲਦੀ ਬੇਸਨ ਨਾਲ ਕਰਦੀ ਹਾਂ, ਮਤਲਬ ਹਾਂਜੀ ਸੋਪ ਨਹੀਂ ਯੂਜ਼ ਕਰਦੀ, ਨਾ ਕੋਈ ਹਾਂਜੀ ਫੇਸ ਹਾਂਜੀ ਵਾਸ਼। ਨਹੀਂ, ਸੋਪ ਵੀ ਯੂਜ਼ ਕਰਨਾ ਚਾਹੀਦਾ, ਅੱਛੇ ਸੋਪ ਦੀ ਵੀ ਜ਼ਰੂਰਤ ਹੁੰਦੀ ਹੈ, ਕਿਉਂਕਿ ਸਾਡਾ ਐਟਮੋਸਫੇਅਰ ਜਿਹੜਾ ਹੈ ਹੁਣ ਚੇਂਜ ਹੋ ਗਿਆ, ਉਹ ਪੁਰਾਣਾ ਟਾਈਮ ਨਹੀਂ ਰਹਿ ਗਿਆ। ਉਸ ਟਾਈਮ ਤੇ ਨਾ ਇੰਨਾ ਪੋਲਿਊਸ਼ਨ ਹੁੰਦਾ ਸੀ, ਨਾ UV ਰੇਜ਼ ਇੰਨੀਆਂ ਹੁੰਦੀਆਂ ਸੀ। ਸੋ UV ਰੇਜ਼ ਵੀ ਈਵਨ ਇਹ ਨਹੀਂ ਹੈ ਕਿ ਅਸੀਂ ਬਾਹਰ ਨਿਕਲਨੇ ਹਾਂ ਧੁੱਪ ਦੇ ਵਿੱਚ, ਖੁੱਲੀ ਦੇ ਵਿੱਚ, ਤਾਂ ਹੀ ਸਾਨੂੰ ਇਫੈਕਟ ਕਰਦੀਆਂ। ਈਵਨ ਘਰ 'ਚ ਕਮਰੇ ਦੇ ਅੰਦਰ ਬੈਠੇ ਬੈਠੇ ਵੀ ਉਹ UV ਰੇਜ਼ ਸਾਨੂੰ ਇਫੈਕਟ ਕਰਦੀਆਂ ਹੈ।
ਸੋ ਡੈਫੀਨੇਟਲੀ ਇੱਕ ਅੱਛਾ ਫੇਸ ਵਾਸ਼ ਜਿਹੜਾ ਵੀ ਤੁਹਾਨੂੰ ਸੂਟ ਕਰਦਾ ਹੈ ਸਕਿਨ ਦੇ ਅਕੋਰਡਿੰਗਲੀ ਤੁਸੀਂ ਉਹ ਯੂਜ਼ ਕਰੋ। ਦਿਨ 'ਚ ਚਾਹੇ ਇੱਕ ਵਾਰੀ ਕਰ ਲਓ ਤੁਸੀਂ, ਔਰ ਦਿਨ 'ਚ ਚਾਹੇ ਇੱਕ ਵਾਰੀ ਤੁਸੀਂ ਆਪਣਾ ਜੋ ਵੀ ਰੂਟੀਨ ਆਪਣੀ ਰੱਖੀ ਹੈ ਉਹਨੂੰ ਫੋਲੋ ਕਰਦੇ ਰਹੋ। ਬਟ ਡੈਫੀਨੇਟਲੀ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਸੋਪ ਜਿਹੜਾ ਹੈ ਉਹ ਡਰਟ ਨੂੰ, ਜਿਹੜਾ ਐਕਸਟਰਾ ਆਇਲ ਹੈ ਉਹਨੂੰ ਜਿਹੜਾ ਹੈ ਨਿਊਟਰਲਾਈਜ਼ ਕਰਨ 'ਚ ਜਿਹੜਾ ਹੈਲਪ ਕਰਦਾ ਹੈ, ਖਤਮ ਕਰਦਾ ਹੈ ਡਰਟ ਨੂੰ, ਪੋਰਸ ਨੂੰ ਤੁਹਾਡਾ ਓਪਨ ਕਰਦਾ ਹੈ। ਪੋਰਸ ਓਪਨ ਹੁੰਦੇ ਆ ਤੇ ਤੁਹਾਡਾ ਸਕਿਨ ਜਿਹੜਾ ਉਹ ਬਰੀਥ ਕਰਦਾ ਹੈ, ਆਕਸੀਜਨ ਅੰਦਰ ਜਾਂਦਾ ਹੈ। ਸੋ ਇੱਕ ਵਾਰੀ ਫੇਸ ਵਾਸ਼ ਹੋਣਾ ਚਾਹੀਦਾ ਦਿਨ 'ਚ। ਓਕੇ ਮੈਮ। ਮੈਮ ਇੱਕ ਐਲੋਵੇਰਾ ਵੀ ਨਹੀਂ ਸੂਟ ਕਰਦਾ ਬਿਲਕੁਲ ਵੀ, ਮਤਲਬ ਅਗਰ ਮੈਂ ਐਲੋਵੇਰਾ ਯੂਜ਼ ਕਰਦੀ ਹਾਂ ਤੇ ਉੱਥੇ ਹੀ ਪਿੰਪਲ ਹੋ ਜਾਏਗਾ। ਸੋ ਐਕਚੁਅਲੀ ਐਸੇ ਵਾਸਤੇ ਹੁੰਦਾ ਹੈ ਕਿ ਹਰ ਚੀਜ਼ ਨੂੰ ਟੈਸਟ ਕਰਨ ਵਾਸਤੇ ਜਿਹੜਾ ਹੈ ਨਾ ਤੁਹਾਡਾ ਜਿਹੜਾ ਕੋਨੀ ਦਾ ਅੰਦਰ ਵਾਲਾ ਹਿੱਸਾ ਹੁੰਦਾ ਹੈ ਉਹਦੇ ਉੱਤੇ ਪਹਿਲੇ ਉਹਨੂੰ ਟੈਸਟ ਕਰਨ ਨੂੰ ਕਹਿੰਦੇ ਹਨ ਕਿ ਹਾਂ ਓਵਰਨਾਈਟ ਜਿਹੜਾ ਹੈ ਤੁਸੀਂ ਉਹਨੂੰ ਲਗਾ ਕੇ ਛੋੜ ਦਿਓ। ਅਗਰ ਤੇ ਉਹਦੇ ਤੇ ਸੂਟ ਕਰਦਾ ਹੈ ਕੋਈ ਵੀ ਪ੍ਰੋਡਕਟ ਤੇ ਫਿਰ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਹਰ ਚੀਜ਼ ਜਿਹੜੀ ਕਿਸੇ ਦੇ ਸਕਿਨ ਨੂੰ ਸੂਟ ਕਰਦੀ ਹੈ ਉਹ ਤੁਹਾਡੀ ਵੀ ਸਕਿਨ ਨੂੰ ਸੂਟ ਕਰ ਜਾਏ। ਜੋ ਵੀ ਤੁਹਾਨੂੰ ਨੋਰਮਲ ਕੋਈ ਮੋਇਸਚਰਾਈਜ਼ਰ ਵੀ ਈਵਨ ਲਾਈਟ ਜਿਹਾ ਕੋਈ ਸੂਟ ਕਰਦਾ ਹੈ, ਈਵਨ ਜਿਸ ਤਰ੍ਹਾਂ ਮੈਂ ਉਹਨੇ ਕੈਲਾਮਾਈਨ ਲੋਸ਼ਨ ਬਾਰੇ ਕਿਹਾ ਵੈ, ਤੁਸੀਂ ਉਹਨੂੰ ਟਰਾਈ ਕਰਕੇ ਦੇਖੋ ਕੈਲਾਮਾਈਨ ਲੋਸ਼ਨ ਨੂੰ, ਰਿਜ਼ਲਟਸ ਉਹਦੇ ਵੀ ਅੱਛੇ ਨੇ। ਓਕੇ ਮੈਮ। ਓਕੇ ਜੀ, ਥੈਂਕ ਯੂ। ਥੈਂਕ ਯੂ ਮੈਮ। मैम हेलो। हाँ जी हाँ जी हाँ जी। वो है ना पिंपल मेरे फेस में बहुत गिरा है और उसके धब्बे काले धब्बे है ना वो जाता नहीं है, क्या करते हैं? धब्बे के लिए काले सबसे धब्बे। पहले तो उसका कॉज जानने का कोशिश कीजिए, व्हाट इज द कॉज बिहाइंड दोज एक्नेस और पिंपल्स, कि क्या है उसका रीजन। मे भी हो सकता है इंटरनल, आपका प्योरिफिकेशन जो है वो ठीक नहीं है, आपका डाइजेस्टिव सिस्टम ठीक नहीं है। सो आपका समटाइम्स होता है कि भूख अच्छे से नहीं लगता है, एक्सक्रीशन नहीं अच्छे से होता है। एक्सक्रीशन मीन्स आपका पसीना नहीं आपको आ रहा है, आपका वेस्ट मटेरियल जो है वो अच्छे से जो है एक्सक्रीट नहीं हो रहा है। सो ये भी सब रीजंस होते हैं समटाइम्स जो पिंपल्स और एक्ने को जो है वो प्रमोट करते हैं। सो पहले तो अपना रीजन जानने का कोशिश कीजिए कि वेदर योर स्टमक इज परफेक्टली ओके कि नहीं है, डाइजेस्टिव सिस्टम आपका, वो सब उन चीज़ों को देखने के बाद जो है वो थोड़ा सा हम डिसाइड कर सकते हैं कि अगर तो एक्ने फिर भी हो रहा है तो इट मे बी ड्यू टू की कोई अंदर प्रॉब्लम है इंटरनल, फिर डॉक्टर को दिखा सकते हैं। जैसे मैंने बोला कि सीजनल है, सीजनल तो अपने आप ठीक हो जाते हैं, 1-2 दिन में ठीक हो जाते हैं। बट अगर कंटिन्यूटी में है, कंटिन्यूसली हो रहे हैं, तो फिर उसके लिए एक बार जो है डॉक्टर से कंसल्ट करना पड़ेगा। घर का बट कोई नुस्खा है डेफिनेटली तो आपको बताओ। पहले अपना इंटरनल एक बार चेक करना पड़ेगा कि हाँ आपको भूख अच्छे से लग रहा है, आपका एक्सक्रीशन जैसे मैंने बोला वेस्ट मटेरियल आपका अच्छे से प्रॉपर्ली डिस्पोज ऑफ होता है। सो इन चीज़ों को अभी मैटर करता है, इन चीज़ों में। भूख सब ठीक से लगते है, फिर वो नहीं घर के नुस्खे से कोई उस सिर्फ दाग जाने के लिए कोई है अच्छा, तरीका? दाग जाने के लिए तो वही अगर घरेलू रेमेडी बोले तो मैंने वही बोला है, जैसे टर्मरिक है, प्लस आप कर्ड जो है योगर्ट थोड़ा सा वो मिक्स कर सकते हैं, एंड प्लस जो वो है ताजी हल्दी है ना, सॉरी ताजी हल्दी घर में उगी हुई ताजी हाँ हल्दी वो ले सकते हैं, नहीं तो वो पाउडर भी लगाया ले तो सकते हैं, पाउडर भी चलेगा अच्छा सा कंपनी का किसी का भी अपना, आप घर पे भी करवा सकते हैं, पीस सकते हैं उसको, घर पे भी कर सकते हैं, उसका पाउडर बनवा एलोवेरा सकते से हैं। दर्द जाएगा? एलोवेरा से भी फर्क पड़ एलोवेरा सकता से है। हाँ एलोवेरा को भी आप मिक्स कर सकते हैं हल्दी में, जैसे कर्ड करते हैं आप, हाँ। कर्ड की जगह एलोवेरा मिक्स कर सकते हैं। सो इट्स जस्ट लाइक अ पेस्ट कि आपको किसका पेस्ट सूट करता है, तो वो एक ਮੈਮ बार जो है ਜਿੱਦਾਂ आपको ਤੁਸੀਂ ठीक है ਹਲਦੀ मैं ਕੋਈ ਵੀ थैंक ਯੂਜ਼ ਕਰ ਸਕਦੇ ਆ। ਇੱਕ ਵਾਈਟ ਟਰਮਰਿਕ ਆਂਦੀ ਆ, ਉਹ ਜ਼ਿਆਦਾ ਬੈਸਟ ਹੁੰਦੀ ਆ ਕਿ ਜਾਂ ਜਿਹੜੀ ਆਪਾਂ ਘਰੇ ਹਲਦੀ ਯੂਜ਼ ਕਰਦੇ ਆ ਨਹੀਂ, ਜ਼ਿਆਦਾ ਜਿਹੜੇ ਬੈਸਟ? ਅਸੀਂ ਘਰੇ ਯੂਜ਼ ਕਰਨੇ ਆ ਨਾ ਉਹੀ ਵਧੀਆ ਹੁੰਦੀ ਹੈ ਜੀ, ਐਂਟੀਬੈਕਟੀਰੀਅਲ ਪ੍ਰੋਪਰਟੀਜ਼ ਉਹਦੇ ਚ ਹੁੰਦੀਆਂ ਹਨ, ਜਿਹੜੀਆਂ ਅਸੀਂ ਯੈਲੋ ਹਲਦੀ ਯੂਜ਼ ਕਰਦੇ ਆ ਨਾ ਉਹਦੇ ਚ ਹੁੰਦੀਆਂ ਹਨ। ਹਾਂਜੀ ਸੋ ਤੁਸੀਂ ਆਪਣੀ ਵੀ ਪਿਸਵਾ ਸਕਦੇ ਹੋ, ਕਿਉਂਕਿ ਮਾਰਕੀਟ 'ਚ ਜਿਹੜੀ ਪਿਸੀ ਪਿਸਾਈ ਆਂਦੀ ਹੈ ਉਹ ਤੇ ਮਿਕਸ ਵੀ ਹੁੰਦੀ ਹੈ, ਉਹ ਪਿਓਰ ਨਹੀਂ ਹੁੰਦੀ। ਸੋ ਉਹ ਤੁਹਾਨੂੰ ਜਿਹੜਾ ਹੈ ਉਲਟਾ ਅਸਰ ਵੀ ਕਰ ਸਕਦੀ ਸਕਿਨ ਦੇ ਉੱਤੇ। ਤੁਸੀਂ ਜਾਂ ਕੱਚੀ ਹਲਦੀ ਜਿਹੜੀ ਹੈ ਮਾਰਕੀਟ 'ਚ ਮਿਲਦੀ ਹੈ, ਕੱਚੀ ਹਲਦੀ ਵੀ ਲਿਆ ਕੇ ਉਹਨੂੰ ਘਰ 'ਚ ਪੀਸ ਸਕਦੇ ਹੋ, ਤੇ ਉਹਨੂੰ ਪੀਸ ਕੇ ਜਿਹੜਾ ਹੈ ਥੋੜਾ ਦਹੀਂ ਸੂਟ ਕਰਦਾ ਹੈ ਤੇ ਦਹੀਂ, ਐਲੋਵੇਰਾ ਜੈਲ ਸੂਟ ਕਰਦਾ ਹੈ ਤੇ ਐਲੋਵੇਰਾ ਜੈਲ, ਕਈਆਂ ਨੂੰ ਸ਼ਹਿਦ ਸੂਟ ਕਰਦਾ ਹੈ ਕਿਉਂਕਿ ਸਕਿਨ ਬਹੁਤ ਖਿੱਚੀ ਰਹਿੰਦੀ ਉਹਨਾਂ ਦੀ, ਤੋ ਉਸ ਕੇਸ 'ਚ ਜਿਹੜਾ ਸ਼ਾਇਦ ਹਨੀ ਜਿਹੜਾ ਉਹਨੂੰ ਨਰਿਸ਼ ਕਰਦਾ ਹੈ। ਤੇ ਉਹ ਜਿਹੜਾ ਸਕਿਨ ਟਾਈਪਸ ਤੇ ਜਦੋਂ ਅਸੀਂ ਆਵਾਂਗੇ ਉਸ ਟਾਈਮ ਤੇ ਅਸੀਂ ਇਹ ਖੂਬ ਸਾਰੀਆਂ ਕੁਐਰੀਜ਼ ਜਿਹੜੀਆਂ ਉਹਨਾਂ ਨੂੰ ਹੋਰ ਡਿਟੇਲ 'ਚ ਕੋਰਿਲੇਟ ਕਰ ਪਾਵਾਂਗੇ ਤੇ ਸੋਲਵ ਕਰ ਪਾਵਾਂਗੇ। ਉਸ ਲਈ ਤੁਹਾਨੂੰ ਵੀ ਸਮਝ ਆ ਜਾਏਗਾ ਕਿ ਇਹ ਸਕਿਨ ਟਾਈਪ ਹੁੰਦੀ ਹੈ ਔਰ ਇਹਦਾ ਰੀਜ਼ਨ ਕੀ ਹੁੰਦਾ ਵਾ, ਇਹਨਾਂ ਦੇ ਪ੍ਰੋਬਲਮਸ ਦੇ ਹੋਣ ਦੇ ਰੀਜ਼ਨ ਕੀ ਹੁੰਦੇ ਹੈ, ਜਾਂ ਸਕਿਨ ਕਿਉਂ ਸਾਡੀ ਇਸ ਤਰ੍ਹਾਂ ਹੋ ਜਾਂਦੀ ਹੈ। ਹਾਂਜੀ हेलो मैम। ਹਾਂਜੀ
मेन जो सनबर्न हो जाता है अपना बाहर चले। हेलो हेलो हाँ जी हाँ जी, कुछ सनबर्न बारे पूछ रहे ਸੀ ਤੁਸੀਂ, ਆਵਾਜ਼ ਕੱਟ ਰਹੀ ਤੁਹਾਡੀ। हेलो हाँ हाँ जी जी मैम, धुप च जाने पे स्किन दो टाइप ਦੀ ਹੋ ਜਾਂਦੀ ਹੈ। हाँ जी ਆਰਮਸ ਡਿਫਰੈਂਟ ਕਲਰਸ ਦੀ ਹੋ ਜਾਂਦੀ ਹੈ, ਫਿਰ ਇਹਨਾਂ ਨੂੰ ਰਿਮੂਵ ਕਰਨ ਦਾ ਕੋਈ ਤਰੀਕਾ? ਇਹਨਾਂ ਨੂੰ ਰਿਮੂਵ ਕਰਨ ਦਾ ਤਰੀਕਾ ਇਹੀ ਹੈ ਕਿ ਹਾਂ ਹਲਕਾ ਜਿਹੜਾ ਸੌਫਟ ਕੋਈ ਸਕਰਬ ਜਿਹੜਾ ਹੈ ਤੁਸੀਂ ਉਹ ਯੂਜ਼ ਕਰ ਸਕਦੇ ਹੋ, ਜਾਂ ਈਵਨ ਜਿਸ ਤਰ੍ਹਾਂ ਟਰਮਰਿਕ ਹੈ, ਟਰਮਰਿਕ ਬੇਸਨ ਜਿਹੜਾ ਹੈ ਜਿਸ ਤਰ੍ਹਾਂ ਉਹਦਾ ਜਿਹੜਾ ਫੇਸ ਪੈਕ ਬਣਾ ਕੇ ਦਹੀਂ ਡਾਲ ਕੇ ਤੁਸੀਂ ਬੇਸਨ ਹਲਦੀ ਔਰ ਦਹੀਂ ਨੂੰ ਮਿਕਸ ਕਰਕੇ ਜਿਹੜਾ ਤੁਸੀਂ ਉਹ ਰਬ ਕਰ ਸਕਦੇ ਹੋ ਤੁਸੀਂ ਅੱਛੀ ਤਰ੍ਹਾਂ, ਤੇ ਉਹਨੂੰ ਰਬ ਕਰੋ, ਥੋੜੀ ਦੇਰ ਲਗਾ ਕੇ ਰੱਖ ਛੱਡੋ, ਫਿਰ ਰਬ ਕਰ ਦੋ ਤੇ ਫਿਰ ਨਿਕਾਲ ਦੋ। ਔਰ ਸਭ ਤੋਂ ਇੰਪੋਰਟੈਂਟ ਹੈ ਜੀ ਅੱਜ ਦੀ ਡੇਟ 'ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਹਾਂ ਸਨਸਕ੍ਰੀਨ ਲੋਸ਼ਨਸ ਜਿਹੜੇ ਹੈ ਉਹਨਾਂ ਦਾ ਇਸਤੇਮਾਲ ਜ਼ਰੂਰੀ ਹੋ ਗਿਆ, ਨੈਸੈਸਿਟੀ ਹੋ ਗਿਆ। ਤਾਂ ਉਹ ਜਿਹੜਾ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ, ਬਾਹਰ ਜਾਣ ਤੋਂ 20 ਮਿੰਟ ਅੱਧਾ ਘੰਟਾ ਪਹਿਲੇ ਜਿਹੜਾ ਹੈ ਤੁਸੀਂ ਉਹਨੂੰ ਸਨਸਕ੍ਰੀਨ ਲੋਸ਼ਨ ਨੂੰ ਉਸ ਏਰੀਆ ਦੇ ਉੱਤੇ ਲਗਾ ਲਓ ਜਿਹੜਾ ਐਕਸਪੋਜ਼ ਹੋਣ ਵਾਲਾ ਹੈ ਸਨ ਦੇ ਵਿੱਚ, ਸਨਲਾਈਟ 'ਚ। ਸੋ ਉਹਨਾਂ ਦਾ ਤੁਸੀਂ ਐਪਲੀਕੇਸ਼ਨ ਕਰਕੇ ਹੀ ਨਿਕਲੋ ਹਮੇਸ਼ਾ। ਔਰ ਅਗਰ ਤੁਸੀਂ ਕਵਰ ਕਰ ਸਕਦੇ ਹੋ, ਬਟ ਡੈਫੀਨੇਟਲੀ ਇਸੇ ਕਵਰ ਕਰਨੇ ਵੀ ਆ ਤੇ ਉਹਨਾਂ ਕਵਰ ਨਹੀਂ ਕਰ ਪਾਉਂਦੇ ਆ, ਤੇ ਜ਼ਰੂਰੀ ਹੈ ਜੀ ਸਨਸਕ੍ਰੀਨ ਲੋਸ਼ਨ ਜ਼ਰੂਰੀ ਹੈ। ਪਹਿਲੇ ਤੇ ਇੱਕ ਉਹ ਹੈ ਰੈਮੇਡੀ ਕਿ ਉਹਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਲੈ ਕੇ ਆਓ। ਦੂਸਰਾ ਜਿਹੜਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹਲਦੀ, ਬੇਸਨ ਔਰ ਦਹੀਂ, ਇਹਨਾਂ ਚੀਜ਼ਾਂ ਦਾ ਜਿਹੜਾ ਮਿਕਸਚਰ ਬਣਾ ਕੇ ਲਗਾ ਕੇ ਰਬ ਕਰੋ, ਹੌਲੀ ਹੌਲੀ ਜਿਹੜਾ ਉਹ ਲਾਈਟਨ ਹੋਣਾ ਸ਼ੁਰੂ ਹੋ ਜਾਏਗਾ। ਮੈਮ ਗਲੇ ਤੇ ਲਾਈਕ ਬਲੈਕਨੈਸ ਆਣੀ ਸ਼ੁਰੂ ਹੋ ਜੇ? ਬਲੈਕਨੈਸ ਬੇਟਾ ਮੈਡੀਕੇ ਜਿਹਨੂੰ ਕਹਿੰਦੇ ਆ ਮੈਡੀਕਲ ਵੀ ਇੱਕ ਰੀਜ਼ਨ ਹੋ ਸਕਦਾ ਹੈ। ਗਲੇ ਤੇ ਜਿਹੜੀ ਬਲੈਕ ਲਾਈਨ ਹੈ ਸਮਟਾਈਮਸ ਥਾਇਰਾਇਡ ਕਰਕੇ ਵੀ ਆਉਂਦੀ ਹੈ ਜੀ, ਕਿ ਜਦੋਂ ਸਟਾਰਟਿੰਗ ਸਟੇਜ ਹੁੰਦੀ ਹੈ ਥਾਇਰਾਇਡ ਦੀ, ਉਦੋਂ ਸਾਡੀ ਗਰਦਨ ਦੇ ਉੱਤੇ ਇੱਕ ਲਾਈਨ ਕਾਲੀ ਜੀ ਪੈਣੀ ਸ਼ੁਰੂ ਹੋ ਜਾਂਦੀ ਹੈ। ਔਰ ਸਮਟਾਈਮਸ ਜਿਹੜਾ ਹੈ ਧੁੱਪ ਦੇ ਐਕਸਪੋਜ਼ਰ ਨਾਲ ਵੀ ਹੁੰਦਾ ਹੈ। ਤੇ ਇਹ ਰੀਜ਼ਨ ਤੁਹਾਨੂੰ ਦੋਨਾਂ ਚੋਂ ਦੇਖਣਾ ਪਏਗਾ ਕਿ ਤੁਹਾਡਾ ਧੁੱਪ 'ਚ ਜਾਣਾ ਆਉਣਾ ਜ਼ਿਆਦਾ ਹੈ, ਜਾਂ ਤੁਹਾਡਾ ਜਿਹੜਾ ਹੈ ਉਹਦੇ ਕਰਕੇ ਕਿਤੇ ਥਾਇਰਾਇਡ ਕਰਕੇ ਤੇ ਨਹੀਂ ਹੋ ਰਿਹਾ ਹੈ, ਜਾਂ ਸਮਟਾਈਮਸ ਇਹ ਵੀ ਹੁੰਦਾ ਹੈ ਕਿ ਹਾਂ ਅਸੀਂ ਬਹੁਤ ਜ਼ਿਆਦਾ ਜਿਹੜਾ ਹੈ ਅਸੀਂ ਇੱਕੋ ਪੋਸਚਰ ਦੇ ਵਿੱਚ ਬੈਠੇ ਰਹਿੰਦੇ ਹਾਂ, ਪਸੀਨਾ ਆਉਂਦਾ ਹੈ ਸਾਨੂੰ। ਸੋ ਉਸ ਕੇਸ ਦੇ ਵਿੱਚ ਵੀ ਹੋ ਸਕਦਾ ਹੈ ਕਿ ਉਹ ਚੀਜ਼ ਜਿਹੜੀ ਹੈ ਸਾਡੀ ਪ੍ਰੋਪਰਲੀ ਜਦੋਂ ਕਲੀਨ ਨਹੀਂ ਹੁੰਦੀ ਤੇ ਉਸ ਜਗ੍ਹਾ ਤੇ ਜਿਹੜਾ ਕਾਲੀ ਕਾਲੀ ਲਾਈਨ ਜਿੱਥੇ ਉਹ ਫੋਲਡ ਬਣਦਾ ਹੈ ਨੈਕ ਦਾ, ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਮੈਮ ਸੋ ਤਿੰਨਾਂ ਐਜ਼ ਅ ਚੋਂ ਲਾਈਨ ਨਹੀਂ, ਐਜ਼ ਅ ਪੈਚਸ ਲਾਈਕ ਉਦਾਂ ਹੋ ਰਿਹਾ ਅੱਛਾ, ਫਿਰ ਇੱਕ ਮਤਲਬ ਵਾਰੀ ਮੇਰੀ ਤੁਸੀਂ ਫੈਮਿਲੀ ਚ। ਹਾਂਜੀ 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 ਤੇ ਉਹ ਸਾਰਿਆਂ ਨੂੰ ਹੋ ਰਿਹਾ, ਤੁਹਾਨੂੰ ਨਹੀਂ ਹੋ ਨਹੀਂ ਰਿਹਾ? ਨਹੀਂ ਨਹੀਂ ਮੇਰੀ ਮੰਮਾ ਨੂੰ। ਅੱਛਾ, ਫਿਰ ਇੱਕ ਵਾਰੀ ਹਾਂਜੀ ਜਿਹੜਾ ਹੈ ਤੁਸੀਂ ਮੰਮਾ ਦਾ ਜਿਹੜਾ ਹੈ ਜਿਸ ਤਰ੍ਹਾਂ ਥੋੜਾ ਜਿਹਾ ਕਨਵੀਨੀਅੰਟ ਹੁੰਦਾ ਹੈ ਤੁਹਾਡੇ ਵਾਸਤੇ, ਇੱਕ ਵਾਰੀ ਡਾਕਟਰ ਨੂੰ ਪੁੱਛ ਕੇ ਜਿਹੜਾ ਹੈ, ਜਾਂ ਅਦਰਵਾਈਜ਼ ਵੀ ਤੁਸੀਂ ਰੂਟੀਨ 'ਚ ਵੀ ਥਾਇਰਾਇਡ ਦਾ ਟੈਸਟ ਕਰਵਾ ਸਕਦੇ ਹੋ। ਸੋ ਪਹਿਲਾਂ ਸੀਗਾ ਤੁਸੀਂ ਮੰਮਾ ਨੂੰ ਥਾਇਰਾਇਡ, ਮਤਲਬ ਹੁਣ ਤਾਂ ਨਹੀਂ ਹੈ। ਅੱਛਾ ਹਾਂਜੀ, ਉਹ ਥਾਇਰਾਇਡ ਕਰਕੇ ਹੀ ਹੁੰਦਾ ਹੈ ਕਿ ਉਹ ਫਿਰ ਉਹਦਾ ਸਿੰਪਟਮ ਉਹ ਰਹਿੰਦਾ ਵਾ ਕਿ ਹਾਂ ਉਹਨੂੰ ਜਿਹੜਾ ਥਾਇਰਾਇਡ ਨਾਲ, ਜਿਹਨੂੰ ਮੈਂ ਤੁਹਾਨੂੰ ਦੱਸਿਆ ਕਿ ਮੈਡੀਸਿਨਸ ਨਾਲ ਹੋਣ ਵਾਲੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਕਿਉਰ ਕਰਨਾ ਮੁਸ਼ਕਿਲ ਹੁੰਦਾ ਹੈ। ਤੇ ਉਹ ਜਿਸ ਟਾਈਮ ਤੇ ਵੀ ਥਾਇਰਾਇਡ ਹੋਏਗਾ ਉਸ ਟਾਈਮ ਤੇ ਉਹ ਸ਼ੁਰੂ ਹੋਇਆ ਹੋਏਗਾ, ਬਟ ਡੈਫੀਨੇਟਲੀ ਮੈਡੀਸਿਨ ਉਹ ਵੀ ਜਿਹੜਾ ਲਿੱਤੀ ਸੀ ਐਕਚੁਅਲੀ, ਕੋਈ ਅਸੀਂ ਐਕੂਪ੍ਰੈਸ਼ਰ ਕਰਵਾਇਆ ਸੀਗਾ, ਹਾਂਜੀ ਮਤਲਬ ਉਹਦੇ ਹਾਂਜੀ ਨਾਲ ਹੀ ਬਹੁਤ, ਮਤਲਬ ਅਬ ਤਾਂ ਹੈ ਹੀ ਨਹੀਂ ਬਿਲਕੁਲ ਵੀ। ਹਾਂਜੀ ਹਾਂਜੀ ਨਹੀਂ ਹਾਂ ਠੀਕ ਹੈ, ਉਹ ਤੇ ਉਹਦੇ ਕਰਕੇ ਹੀ ਹੋਇਆ ਹੋਏਗਾ, ਫਿਰ ਥਾਇਰਾਇਡ ਕਰਕੇ ਹੀ ਹੋਇਆ ਹੋਏਗਾ, ਬਟ ਉਹਦਾ ਨਹੀਂ ਕੁਝ ਕਰ ਸਕਦੇ ਅਸੀਂ ਕਿਉਂਕਿ ਉਹ ਇੰਟਰਨਲ ਮੈਡੀਸਿਨਸ ਹੈ ਜਿਹੜੀਆਂ ਇਫੈਕਟ ਹਾਂਜੀ ਕਰਦੀਆਂ ਨੇ। ਹਾਂਜੀ ਹੋਮੋਪੈਥਿਕ ਵੈਸੇ ਦਵਾਈ ਤਾਂ ਸ਼ੁਰੂ ਕੀਤੀ ਹੈ ਮੈਡੀਸਿਨ। ਹਾਂ ਉਹ ਨਹੀਂ ਕੁਛ ਉਹ ਕਰ ਉਹਨਾਂ ਦਾ ਸਕਦੇ ਆ, ਜਾਂ ਕੋਈ ਸਕਿਨ ਲਾਈਟਨਿੰਗ ਕਰੀਮ ਜਿਹੜੀ ਹੈ ਉਹ ਚਾਹੇ ਰੂਟੀਨ 'ਚ ਰਾਤੀ ਲਗਾ ਕੇ ਸੋ ਜਾਣ, ਸਕਿਨ ਲਾਈਟਨਿੰਗ ਕਰੀਮ ਨਾਲ ਵੀ ਸਮਟਾਈਮਸ ਫਰਕ ਪੈ ਜਾਂਦਾ ਹੈ, ਬਟ ਡੈਫੀਨੇਟਲੀ ਥੋੜਾ ਮੈਮ ਟਾਈਮ ਜ਼ਿਆਦਾ ਲੈਂਦੀਆਂ ਇਹ ਚੀਜ਼ਾਂ, ਕਿਉਂਕਿ ਮੈਡੀਸਿਨਸ ਦੇ ਹਾਂਜੀ ਹੋਣ ਵਾਲੇ ਸਾਈਡ ਇਫੈਕਟਸ ਜਿਹੜੇ ਆ ਟਾਈਮ ਲੈਂਦੇ ਨੇ ਕਾਫੀ। ਮੈਮ ਇਨ ਸਮਟਾਈਮਸ ਕੇਸ ਹੋ ਅਗਰ ਇੱਕੋ ਜਗ੍ਹਾ ਪਿੰਪਲ ਹੋ ਰਿਹਾ, ਲੈਟਸ ਹਾਂਜੀ ਸਪੋਜ਼ ਫੋਰਹੈਡ ਤੇ ਇੱਕ ਜਗ੍ਹਾ ਹੋ ਰਿਹਾ, ਨੈਕਸਟ ਟਾਈਮ ਵੀ ਸੇਮ ਜਗ੍ਹਾ ਹੀ ਪਿੰਪਲ ਹੋ ਰਿਹਾ ਆ, ਉਹ ਤੋਂ ਨੈਕਸਟ ਟਾਈਮ ਵੀ ਸੇਮ, ਤੇ ਇਹ ਕੋਈ ਮੈਡੀਕਲ ਪ੍ਰੋਬਲਮ ਆ ਜਾਂ ਵੀ ਏਦਾਂ ਹੋ ਸਕਦਾ ਹੈ? ਨਹੀਂ ਹੋ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਟੀ ਜ਼ੋਨ ਜਿਹੜਾ ਹੈ ਨਾ ਸਾਡਾ ਫੇਸ ਦਾ ਟੀ ਜ਼ੋਨ ਜਿਹੜਾ ਹੈ ਉਹ ਆਇਲੀ ਹੁੰਦਾ ਹੈ। ਸੋ ਟੀ ਜ਼ੋਨ ਦੇ ਵਿੱਚ ਬਾਰ-ਬਾਰ ਅਗਰ ਹੋ ਰਹੇ ਹੈ ਤੇ ਉਹ ਇਹਦਾ ਮਤਲਬ ਹੈ ਕਿ ਹਾਂ ਤੁਹਾਡਾ ਆਇਲ ਜਿਹੜਾ ਹੈ ਉਹ ਗਲੈਂਡਸ ਜਿਹੜੇ ਆ ਜ਼ਿਆਦਾ ਪ੍ਰੋਡਿਊਸ ਕਰ ਰਹੇ ਆ, ਇਸ ਕਰਕੇ ਉੱਥੇ ਜਿਹੜਾ ਹੈ ਉਹ ਬਾਰ-ਬਾਰ ਉਸ ਟੀ ਜ਼ੋਨ ਨਹੀਂ ਜਿਹਨੂੰ ਕਹਿੰਦੇ ਹਾਂ ਉਹ ਮੈਮ ਫੜ ਰਿਹਾ ਹੈ। ਬਾਰ-ਬਾਰ ਫੋਰਹੈਡ ਮੇਰੇ ਆਈਬ੍ਰੋ ਏਰੀਆ ਤੇ ਹਾਂਜੀ ਹਾਂਜੀ ਹਮੇਸ਼ਾ ਜਦੋਂ ਵੀ ਪਿੰਪਲ ਹੁੰਦਾ ਹੈ ਆਈਬ੍ਰੋ ਏਰੀਆ ਤੇ ਹੀ ਹੁੰਦਾ ਹੈ, ਹੋਰ ਫੇਸ ਹਾਂਜੀ ਤੇ ਕਿਤੇ ਨਹੀਂ ਹੁੰਦਾ, ਬਸ ਉੱਥੇ ਹੀ ਹੁੰਦਾ ਹੈ। ਨਹੀਂ ਨਹੀਂ ਤੁਸੀਂ ਧਿਆਨ ਰੱਖੋ, ਈਵਨ ਜਦੋਂ ਥ੍ਰੈਡਿੰਗ ਵੀ ਕਰਵਾਉਣ ਜਾਂਦੇ ਹੋ ਤੁਸੀਂ, ਅਗਰ ਜਾਂਦੇ ਹੋ ਤੇ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਵੀ ਤੁਹਾਨੂੰ ਜਿਹੜਾ ਹੈ ਇੱਕ ਅੱਛਾ, ਸਮਟਾਈਮਸ ਕੀ ਹੁੰਦਾ ਹੈ ਕਿ ਸੈਲੂਨਸ ਦੇ ਵਿੱਚ ਜਿਹੜਾ ਹੈ ਪਾਣੀ ਮਿਕਸ ਕੀਤਾ ਹੁੰਦਾ ਉਹਨਾਂ ਨੇ, ਔਰ ਥੋੜਾ ਜਿਹਾ ਸੋਲਿਊਸ਼ਨ ਦੂਸਰਾ ਮਿਕਸ ਕਰਕੇ ਉਹਦੇ ਨਾਲ ਕਲੀਨ ਕਰ ਦਿੰਦੇ ਤੁਹਾਡੇ ਆਈਬ੍ਰੋਜ਼ ਥ੍ਰੈਡਿੰਗ ਤੋਂ ਬਾਅਦ। ਸੋ ਪ੍ਰੋਪਰ ਅੱਛਾ ਜਿਹੜਾ ਹੈ ਜਿਹਨੂੰ ਕਹਿੰਦੇ ਆ
ਕਲੈਂਜ਼ਰ ਯੂਜ਼ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਮਾਰਕੀਟ 'ਚ ਅੱਜ ਕੱਲ੍ਹ ਸੁਥੋਲ ਆਉਂਦਾ ਹੈ, ਸੁਥੋਲ ਯੂਜ਼ ਕਰ ਸਕਦੇ ਹੋ। ਔਰ ਨਹੀਂ ਤੇ ਈਵਨ ਤੁਸੀਂ ਡਟੋਲ ਹੈ, ਡਟੋਲ ਨੂੰ ਥੋੜਾ ਜਿਹਾ ਮਿਕਸ ਕਰਵਾ ਕੇ ਜਿਹੜਾ ਹੈ, ਜਾਂ ਐਲੋਵੇਰਾ ਜੈਲ ਜਿਹੜਾ ਉਹਦਾ ਮਸਾਜ ਕਰਵਾ ਸਕਦੇ ਹੋ। ਉਹਦੇ ਨਾਲ ਕੀ ਹੁੰਦਾ ਕਿ ਉਸੇ ਟਾਈਮ ਜਦੋਂ ਪੋਰ ਬੰਦ ਹੋ ਜਾਂਦੇ ਆ ਤੁਹਾਡੇ, ਉਹਦੇ ਦੇ ਨਾਲ ਮੈਡੀਸਿਨ ਕਾਈਂਡ ਆਫ ਮੈਡੀਸਿਨ ਜਿਹੜੀ ਹੁੰਦੀ ਹੈ, ਉਹਦੇ ਨਾਲ ਜਦੋਂ ਪੋਰਸ ਬੰਦ ਹੋ ਜਾਂਦੇ ਆ ਤੇ ਯੂਜ਼ ਕਰਦੀ ਆ। ਸੌਰੀ ਜੀ ਮੈਮ, ਪ੍ਰਗਿਆ ਮੈਮ ਜੀ, ਟਾਈਮ ਇਸ਼ੂ ਜੀ, 1 ਹਾਂਜੀ ਮਿੰਟ। ਹਾਂਜੀ ਹਾਂਜੀ, ਠੀਕ ਹੈ ਜੀ। ਸੈਸ਼ਨ ਨੂੰ ਓਵਰ ਕਰਨ ਦਾ ਤਾਂ ਮਨ ਨਹੀਂ ਕਰ ਰਿਹਾ, ਬਟ ਥੋੜਾ ਜਿਹਾ ਟਾਈਮ ਸੈਸ਼ਨ ਨਹੀਂ ਬਹੁਤ ਠੀਕ ਹੈ ਜੀ। ਇੰਟਰਸਟਿੰਗ ਹੋ ਗਿਆ। ਹਾਂਜੀ, ਬਟ ਸਾਡੇ ਕੋਲ ਥੋੜਾ ਜਿਹਾ ਟਾਈਮ ਦੀ ਪ੍ਰੋਬਲਮ ਆ। ਨਹੀਂ ਜੀ, ਕੋਈ ਗੱਲ ਨਹੀਂ ਜੀ। ਠੀਕ ਹੈ ਮੈਮ, ਆਪਾਂ ਕੰਟੀਨਿਊ ਨੈਕਸਟ ਟਾਈਮ ਕਰਦੇ ਹਾਂ ਜੀ। ਬੱਚਿਆਂ ਨੂੰ ਥੋੜਾ ਜਿਹਾ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਸ਼ੋ ਕਰ ਦਿਓ, ਦੱਸ ਦਿਓ, ਹਾਂਜੀ ਆਪਾਂ ਓਵਰ ਕਰੀਏ। ਜੀ ਜੀ, 1 ਮਿੰਟ। ਸੋ ਇਹ ਹੈ ਜੀ ਮੇਰੀ ਕੰਟੈਕਟ ਡਿਟੇਲਸ 9871377361 ਹੈ ਜੀ। और ईमेल आईडी भी है chauhanpragya@ymail.com। इंस्टाग्राम अकाउंट है प्योर एस्थेटिक _प्रज्ञा। ਤੁਸੀਂ ਕੁਐਰੀਜ਼ ਇਹਦੇ ਤੇ ਮੈਸੇਜ ਕਰ ਸਕਦੇ ਹੋ, ਮੈਨੂੰ WhatsApp ਕਰ ਸਕਦੇ ਹੋ, ਪੁੱਛ ਸਕਦੇ ਹੋ ਤੁਸੀਂ। ਹਾਂਜੀ, ਸੋ ਦੁਬਾਰਾ ਫਿਰ ਮਿਲਨੇ ਆ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਪਾਰਟਿਸਿਪੈਂਟ, ਥੈਂਕ ਯੂ ਜੀ, ਥੈਂਕ ਯੂ एवरीवन। थैंक यू मैम।